वाहिगुरू जी का खालसा वाहिगुरू जी की फतेह। अस्सलाम वालेकुम आदाब बर्ज मां ਤੁਹਾਡੀ ਹੋਸਟ ਅਨਿਲ ਬਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੀਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 8 फरवरी 2024 27 माघ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਰਣਜੀਤ ਸਿੰਘ ਅਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ ਇਹੀ ਕਿਹਾ ਹੈ ਕਿ TV 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਔਰ ਡਾਕਟਰ ਅਮਰਜੀਤ ਸਿੰਘ ਜੀ ਜਿਹੜੀ ਆਪਣੀ ਕੌਮ ਨੂੰ ਅਲਰਟ ਕਰ ਰਹੇ ਨੇ ਜੋ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਭਾਰਤ ਜੋ ਸਰਕਾਰ ਹੈ ਉਹ ਸਿੱਖਾਂ ਦੇ ਖਿਲਾਫ ਕਿਸ ਤਰ੍ਹਾਂ ਉਹਨਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ। ਸੋ ਇਸ ਬਾਰੇ ਉਹ ਜਾਗਰੂਕ ਕਰਾਉਂਦੇ ਨੇ। ਸੋ ਅਸੀਂ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮਾਂ ਵੱਲੋਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਦੇ ਅਖਾਣ ਨੂੰ ਠੀਕ ਸਾਬਿਤ ਕਰ ਰਿਹਾ ਹੈ ਔਰ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਜ਼ਿੰਮੇਵਾਰ ਭਾਰਤ ਸਰਕਾਰ ਨੇ ਕੈਨੇਡਾ ਨਾਲ ਦੁਸ਼ਮਣ ਵਾਲਾ ਵਰਤਾਰਾ ਕੀਤਾ ਹੈ। ਹੁਣ ਜਦੋਂ ਕਿ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਦਖਲਅੰਦਾਜ਼ੀ ਲਈ ਭਾਰਤ ਦੇ ਖਿਲਾਫ ਕੈਨੇਡਾ ਵਿੱਚ ਜਾਂਚ ਜਿਹੜੀ ਹੈ ਸ਼ੁਰੂ ਹੋਈ ਹੈ ਤਾਂ ਉਲਟਾ ਭਾਰਤ ਸਰਕਾਰ ਨੇ ਕੈਨੇਡਾ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਦੋਸ਼ੀ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਰੋਜ਼ਾਨਾ ਸਾਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਮੈਸੇਜ ਲਿਖਦੇ ਨੇ ਈਮੇਲਸ ਕਰਦੇ ਨੇ ਜਾਂ ਹੋਰ ਸਾਧਨਾਂ ਰਾਹੀਂ ਵੀ ਐਪਰੀਸ਼ੀਏਟ ਕਰਦੇ ਨੇ। ਉਹਨਾਂ ਦੀ ਇਨਪੁਟ ਸਾਡੇ ਲਈ ਬਹੁਤ ਕੀਮਤੀ ਸਰਮਾਇਆ ਹੁੰਦਾ ਹੈ। ਅਸੀਂ ਹਰ ਇੱਕ ਦੇ ਉੱਤੇ ਗੌਰ ਕਰਦੇ ਹਾਂ। ਹਾਲਾਂਕਿ ਸਾਡੀ ਮਜਬੂਰੀ ਹੈ ਕਿ ਅਸੀਂ ਬਹੁਤ ਸਾਰੀਆਂ ਲਿਖਤਾਂ ਨੂੰ ਕਿਉਂਕਿ ਬਹੁਤੀਆਂ ਐਪਰੀਸ਼ੀਏਸ਼ਨ 'ਚ ਹੁੰਦੀਆਂ ਜਾਂ ਜਿਨ੍ਹਾਂ ਦੇ ਵਿੱਚ ਜੋ ਉਹਨਾਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਉਹਨਾਂ ਨੂੰ ਅਸੀਂ ਆਪਣੇ ਅਗਲੇ ਦਿਨਾਂ ਦੇ ਟੌਪਿਕਸ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਇੱਕ ਅਸੀਂ ਪੈਟਰਨ ਜ਼ਰੂਰ ਬਣਾਇਆ ਕਿ ਜਿਹੜੇ ਮੈਸੇਜ ਸਾਡੇ ਕੋਲ ਲਾਈਵ ਹੁੰਦੇ ਨੇ ਉਹ YouTube ਚੈਟ ਤੇ ਹੋਣ ਜਾਂ Facebook ਤੇ ਹੋਣ ਉਹ ਅਸੀਂ ਜ਼ਰੂਰ ਸ਼ੇਅਰ ਕਰਦੇ ਹਾਂ। ਉਹਦੇ 'ਚ ਵੀ ਕਈ ਵਾਰ ਅਸੀਂ ਜਿਹੜਾ ਹੈ ਉਹ ਬੜੇ ਲਿਮਿਟਿਡ ਹੀ ਪਿਕ ਕਰਦੇ ਹਾਂ। ਸੋ ਇਹ ਬਿਹਤਰ ਹੋਏਗਾ ਕਿ ਜਿਨ੍ਹਾਂ ਦੇ ਕੋਲ ਸੱਚਮੁੱਚ ਕੁਛ ਕਹਿਣ ਨੂੰ ਹੈ ਸੁਝਾਅ ਨੇ ਜਾਂ ਉਹ ਕੋਈ ਹੋਰ ਇਨਪੁਟ ਦੇਣਾ ਚਾਹੁੰਦੇ ਨੇ ਉਹ ਪ੍ਰੋਪਰ SOS@tv84.tv ਦੇ ਉੱਤੇ ਜਿਹੜਾ ਉਹ ਆਪਣਾ ਈਮੇਲ ਲਿਖਣ ਤਾਂ ਕਿ ਉਹਨਾਂ ਨੂੰ ਅਸੀਂ ਫਿਰ ਇੱਕ ਆਪਣੇ ਸੈਗਮੈਂਟਸ ਦੇ ਵਿੱਚ ਵੀ ਥਾਂ ਦਿੰਦੇ ਹਾਂ ਜਿੱਥੇ ਕਿ ਕੋਈ ਕੰਟੈਂਟ ਹੁੰਦਾ ਹੈ ਜਾਂ ਕੋਈ ਸਾਨੂੰ ਲੱਗਦਾ ਹੈ ਕਿ ਇਸ ਨੂੰ ਜਿਹੜਾ ਉਹ ਵੱਡੇ ਤੌਰ ਦੇ ਉੱਤੇ ਜਾਂ ਵੇਰਵੇ ਦੇ ਨਾਲ ਵਿਚਾਰਿਆ ਜਾਣਾ ਚਾਹੀਦਾ। ਪਰ ਤੁਹਾਡੇ ਸਭ ਦੇ ਸ਼ਲਾਘਾ ਵਾਲੇ ਲਫ਼ਜ਼ਾਂ ਦੇ ਲਈ ਐਪਰੀਸ਼ੀਏਸ਼ਨ ਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਸਰ ਰਣਜੀਤ ਸਿੰਘ ਜਿਨ੍ਹਾਂ ਦੇ ਪਰਿਵਾਰ ਵੱਲੋਂ ਵਰਜੀਨੀਆ ਤੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ ਇਸ ਪਰਿਵਾਰ ਨਾਲ ਵੀ ਸੰਬੰਧ ਲਗਭਗ 1991-92 ਦੇ ਦੌਰ ਨਾਲ ਹੀ ਜਾ ਜੁੜਦਾ ਹੈ। ਲਗਭਗ 33-34 ਸਾਲ ਦੀ ਸਾਂਝ ਹੈ।
ਔਰ ਇਹ ਮੁੱਢਲੇ ਉਹਨਾਂ ਪਰਿਵਾਰਾਂ ਚੋਂ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਪੀਰੀਅਡ ਦੇ ਦੌਰਾਨ ਜਿਹੜੇ ਪੰਥਕ ਸੋਚ ਰੱਖਣ ਵਾਲੇ ਸੀ। ਬਾਅਦ ਦੇ ਵਿੱਚ ਹਾਲਾਂ ਜਦੋਂ ਰਿਸ਼ਤੇਦਾਰੀ ਜੁੜੀ, ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦਾ ਬੇਟਾ ਇਹਨਾਂ ਦੀ ਬੇਟੀ ਨੂੰ ਵਿਆਹਿਆ ਗਿਆ, ਫਿਰ ਤਾਂ ਇਹ ਕੁੜਮਾਚਾਰੀ ਸਾਡੇ ਲਈ ਵੀ ਇੱਕ ਨਿੱਜੀ ਪਰਿਵਾਰਕ ਸੰਬੰਧਾਂ ਵਾਂਗ ਸੀ। ਲੇਕਿਨ ਇਹ ਇੱਕ ਲਗਾਤਾਰਤਾ ਦੇ ਨਾਲ ਜਿਨ੍ਹਾਂ ਨੇ ਸਿੱਖੀ ਵੈਲਿਊਜ਼ ਨੂੰ ਆਪਣੇ ਜੀਵਨ ਦੇ ਅੰਦਰ ਵੀ ਜੀਵਿਆ, ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਮਾਰਗ ਤੇ ਤੋਰਿਆ, ਸੇਵਾ ਦੇ ਲਈ ਹਮੇਸ਼ਾ ਤਤਪਰ, ਉਹ ਤਾਂ ਮਾਝੇ ਦੀ ਧਰਤੀ ਦੇ ਵਸਨੀਕਾਂ ਨੂੰ ਖਾਸ ਗੁਰੂ ਦੀ ਬਖਸ਼ਿਸ਼ ਹੈ ਕਿ ਜਿੱਥੇ ਸੇਵਾ ਦਾ ਪਿੜ ਆਉਂਦਾ ਹੈ, ਹੱਥੀਂ ਸੇਵਾ ਔਰ ਅਦਰਵਾਈਜ਼ ਮਹਿਮਾਨ ਨਵਾਜ਼ੀ। ਸੋ ਇਹਨਾਂ ਦਾ ਘਰ ਵੀ ਲੰਬਾ ਵਕਤ ਤੋਂ ਜਿਹੜੇ ਵੀ ਪੰਥਕ ਵਿਚਾਰਧਾਰਾ ਰੱਖਣ ਵਾਲੇ ਨੇ ਉਹਨਾਂ ਦਾ ਹੈੱਡਕੁਆਰਟਰ ਹੀ ਬਣਿਆ ਹੁੰਦਾ ਔਰ ਸਾਡੇ ਨਾਲ ਖਾਸ ਸਨੇਹ ਕਰਦੇ ਨੇ। ਜਦੋਂ ਵੀ ਕੋਈ ਵੀ ਜਿਹੜਾ ਉਹਨਾਂ ਨੂੰ ਆਵਾਜ਼ ਮਾਰੀ ਜਾਂਦੀ ਹੈ, ਉਹ ਬੜੀ ਖੁਸ਼ੀ ਦੇ ਨਾਲ ਜਿਹੜਾ ਹਾਜ਼ਰ ਵੀ ਹੁੰਦੇ ਨੇ ਔਰ ਕੰਟਰੀਬਿਊਟ ਵੀ ਕਰਦੇ ਨੇ। ਇਸ ਵਾਰ ਵੀ ਉਹਨਾਂ ਨੇ ਆਪਣੀ ਮੰਥਲੀ ਕਮਿਟਮੈਂਟ ਵੀ ਦਿੱਤੀ ਹੈ ਔਰ ਅਦਰਵਾਈਜ਼ ਵੀ ਜਿਹੜਾ ਹੈ ਉਹ TV 84 ਨੂੰ ਡੋਨੇਟ ਕੀਤਾ ਹੈ। ਔਰ ਜ਼ਾਹਰ ਹੈ ਕਿ ਉਹ ਵਿਊਅਰ ਵੀ ਨੇ TV 84 ਦੇ, ਐਡਮਾਇਰ ਕਰਦੇ ਨੇ, ਉਹ ਸਮਝਦੇ ਨੇ ਕਿ ਇਹ ਅੱਜ ਦੇ ਪੀਰੀਅਡ ਦੇ ਵਿੱਚ ਲੜਾਈ ਮੀਡੀਆ ਦੇ ਵਿੱਚ ਇਕੱਲੀ ਨਹੀਂ ਹੈ, ਮੀਡੀਆ 'ਚ ਵੀ ਨੈਰੇਟਿਵ ਦੀ ਹੈ। ਔਰ ਬਹੁਤ ਵਾਰ ਜਿਵੇਂ ਅਸੀਂ ਕਿਹਾ ਸੀ ਵੀ 300 ਤੋਂ ਜ਼ਿਆਦਾ ਚੈਨਲ ਮਾਂ ਬੋਲੀ ਪੰਜਾਬੀ ਦੇ ਨਾਂ ਥੱਲੇ ਤੁਸੀਂ IP ਬਾਕਸ 'ਚ ਦੇਖਦੇ ਹੋ, ਪਰ ਤੁਹਾਨੂੰ ਉਹ ਕਿਤੇ ਵੀ ਪੰਥਕ ਪ੍ਰੋਗਰਾਮਾਂ ਨੂੰ ਕਵਰ ਕਰਦੇ ਨਜ਼ਰ ਨਹੀਂ ਆਉਂਦੇ। ਜੇ ਨਿਊਯਾਰਕ ਜਾਂ ਯੂਬਾ ਸਿਟੀ ਜਾਂ DC ਪੈਰੇਡਸ ਨੇ, ਉਹਨਾਂ 'ਚ ਵੀ ਜਦੋਂ ਖਾਲਿਸਤਾਨ ਦਾ ਫਲੋਟ ਆਉਂਦਾ ਹੈ ਜਾਂ ਖਾਲਿਸਤਾਨ ਦੇ ਝੰਡਿਆਂ ਵਾਲੀ ਕੋਈ ਟੀਮ ਅੱਗੋਂ ਗੁਜ਼ਰਦੀ ਹੈ ਤਾਂ ਗਾਇਬ ਕਰ ਦਿੰਦੇ ਨੇ, ਐਡਾਂ ਲਾ ਦਿੰਦੇ ਨੇ, ਕੈਮਰੇ ਦਾ ਮੂੰਹ ਅਸਮਾਨ ਵੱਲ ਕਰਕੇ ਤਾਰੇ ਗਿਣਨ ਲੱਗ ਜਾਂਦੇ ਨੇ, ਦਿਨੇ ਤਾਰੇ ਦਿਖਾ ਰਹੇ ਹੁੰਦੇ ਨੇ। ਸੋ ਜਦੋਂ ਤੁਸੀਂ ਇਸ ਕਿਸਮ ਦਾ ਵਰਤਾਰਾ ਹੈ ਤੇ ਦੂਸਰੇ ਪਾਸੇ ਅਸੀਂ ਜਿਹੜੇ ਬੜੇ ਲਿਮਿਟਿਡ ਰਿਸੋਰਸਿਸ ਦੇ ਨਾਲ ਇਹ ਕੋਸ਼ਿਸ਼ ਕਰਦੇ ਹਾਂ ਕਿ ਗੱਲ ਜਾਰੀ ਰਹੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਇਸ 'ਚੋਂ ਆਪਣੇ ਆਪ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਜਦੋਂ ਅਸੀਂ ਟਰੈਵਲ ਅਰਾਊਂਡ ਕਰਦੇ ਹਾਂ ਔਰ ਕੋਈ ਆ ਕੇ ਕਹਿੰਦਾ ਹੈ ਕਿ ਜੀ ਅਸੀਂ TV 84 ਦੇਖਦੇ ਹਾਂ, ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ। ਔਰ ਅਸੀਂ ਜਿਵੇਂ ਇਸ ਗੱਲ ਦੇ ਉੱਤੇ ਵੀ ਫਖਰ ਕਰਦੇ ਹਾਂ ਕਿ ਵੱਡੀ ਗਿਣਤੀ 'ਚ ਸਾਡੀ ਵਿਊਅਰਸ਼ਿਪ ਦੇ ਨਾਲ ਜਿੱਥੇ ਕੌਮੀ ਘਰ ਖਾਲਿਸਤਾਨ ਦੀ ਵਿਚਾਰਧਾਰਾ ਵਾਲੇ ਸਾਡੇ ਆਪਣੇ ਕੌਮ ਦੇ ਲੋਕ ਨੇ, ਉੱਥੇ ਸਾਡੇ ਪਾਕਿਸਤਾਨੀ ਭੈਣ ਭਰਾ ਖਾਸ ਤੌਰ ਤੇ ਲਹਿੰਦੇ ਪੰਜਾਬ ਤੋਂ ਜਿਹੜੇ ਪੂਰੇ ਜਿਹੜਾ ਉਹ ਐਪਰੀਸ਼ੀਏਸ਼ਨ ਦੇ ਨਾਲ ਲਿਖਦੇ ਨੇ, ਉਹਨਾਂ ਦੇ ਕੋਲ ਵਡਿਆਣ ਦੀ ਕਲਾ ਵੀ ਹੈ। ਮੈਂ ਬਹੁਤ ਵਾਰ ਦੇਖਦਾ ਕਿ ਵੀ ਜੇ ਅਲਾਮਾ ਇਕਬਾਲ ਨੇ ਕਿਹਾ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ ਕਾ, ਤੇ ਇਹ ਗੱਲ ਗਲਤ ਨਹੀਂ ਹੈ ਕਿਉਂਕਿ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਵੀ ਉਹਨਾਂ ਦੇ ਵਡਿਆਣ ਦੇ ਵਿੱਚ ਵੀ ਇੱਕ ਖਾਸ ਅੰਦਾਜ਼ ਹੁੰਦਾ ਹੈ। ਔਰ ਉਹ ਮੈਂ ਕਈ ਵਾਰ ਇਸ ਦਾ ਫਰਕ ਵੀ ਕਰਦਾ ਕਿ ਵੀ 75 ਸਾਲ ਆਲਮੋਸਟ ਜੇ ਅਸੀਂ ਪਲੱਸ 47 ਤੋਂ ਬਾਅਦ ਦੇਖੀਏ ਤੇ ਇਹੀ ਜੇ ਭਾਰਤ ਦੇ ਮੁਸਲਮਾਨਾਂ ਦਾ ਹਾਲ ਦੇਖੀਏ ਵੀ ਅੱਜ ਜਿਹੜੇ 20 ਕਰੋੜ ਤੋਂ ਜ਼ਿਆਦਾ ਨੇ ਉਹ ਕਿਸ ਗੁਰਬਤ 'ਚ ਔਰ ਕਿੱਥੇ ਜੀ ਰਹੇ ਨੇ ਔਰ ਉਹਨਾਂ ਦਾ ਕਿੰਨਾ ਕੁ ਲੈਵਲ ਰਹਿ ਗਿਆ। ਜਿਹੜੀਆਂ ਮਾੜੀਆਂ ਮੋਟੀਆਂ ਉਹਨਾਂ ਦੀਆਂ ਇੰਸਟੀਚਿਊਟਸ ਬੱਚੀਆਂ ਨੇ, ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੋਏ ਜਾਂ ਜਾਮੀਆ ਮਿਲੀਆ ਹੋਏ, ਉਹਨਾਂ ਨੂੰ ਵੀ ਸਰਕਾਰ ਲੈਣ ਦੀ ਤਿਆਰੀ 'ਚ ਹੈ। ਜਿਵੇਂ ਸੁਪਰੀਮ ਕੋਰਟ ਨੇ ਆਪਣਾ ਜਿਹੜਾ ਇੱਕ ਫੈਸਲਾ ਰਿਜ਼ਰਵ ਕੀਤਾ ਹੋਇਆ ਕਿ ਜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਮਾਈਨੋਰਿਟੀ ਦਾ ਸਟੇਟਸ ਮਿਲਣਾ ਚਾਹੀਦਾ ਕਿ ਨਹੀਂ। ਈਵਨ ਜਿਹੜੇ 47 ਤੋਂ ਪਹਿਲਾਂ ਦੇ ਉਹਨਾਂ ਦੇ ਕੋਈ ਥੋੜੇ ਬਹੁਤ ਕੰਸੈਸ਼ਨ ਜਾਂ ਲਾਅ ਸੀ, ਜਿਵੇਂ ਮੁਸਲਿਮ ਪਰਸਨਲ ਲਾਅ ਬਣਿਆ ਹੋਇਆ ਸੀ, ਉਹਨੂੰ ਵੀ ਕਿਵੇਂ ਉਹ ਖਤਮ ਕਰਕੇ ਉਹਨਾਂ ਨੂੰ ਬਿਲਕੁਲ ਆ ਜਿਵੇਂ ਉੱਤਰਾਖੰਡ ਸਟੇਟ ਅਸੈਂਬਲੀ ਨੇ ਯੂਨੀਫਾਰਮ ਸਿਵਲ ਕੋਡ ਪਾਸ ਕਰਤਾ ਹੈ ਜਿਹਦੇ ਥੱਲੇ ਜੋ ਮੁਸਲਿਮ ਪਰਸਨਲ ਲਾਅ ਦੇ ਪ੍ਰੋਵੀਜ਼ਨ ਨੇ ਉਹ ਸਾਰੇ ਹੀ ਵਿਦਨ ਦਾ ਸਟੇਟ ਇਰਰੈਲੇਵੈਂਟ ਹੋ ਜਾਣਗੇ। ਸੋ ਇਹਨਾਂ ਹਾਲਾਤਾਂ ਦੇ ਚਲਦੇ ਆ ਪਾਕਿਸਤਾਨ 'ਚ ਬੇਸ਼ੱਕ ਅੱਜ ਪਾਕਿਸਤਾਨ ਦੇ ਵਿੱਚ ਇਲੈਕਸ਼ਨਸ ਵੋਟਾਂ ਪਈਆਂ ਨੇ, ਕਿਤੇ ਸ਼ਾਇਦ ਪੈ ਵੀ ਰਹੀਆਂ ਨੇ, ਉਹਨਾਂ ਦੇ ਐਨਾਲਿਸਿਸ ਵੀ ਚੱਲ ਰਹੇ ਨੇ, ਕ੍ਰਾਈਸਿਸ ਇੱਕ ਆਪਣੀ ਕਿਸਮ ਦਾ ਹੈ। ਲੇਕਿਨ ਮੈਂ ਇਹ ਦੇਖਦਾ ਵੀ ਫਿਰ ਵੀ ਇਹਦੇ ਬਾਵਜੂਦ ਕਿ ਇਨਰ ਚੈਲੰਜਸ ਇਨਰ ਕ੍ਰਾਈਸਿਸ ਹੈ, ਉਹਨਾਂ ਨੇ ਕਿਵੇਂ ਐਜੂਕੇਸ਼ਨ ਦੇ ਮਾਮਲੇ 'ਚ ਵੀ ਉਹਨਾਂ ਦਰਜਨਾਂ ਯੂਨੀਵਰਸਿਟੀਆਂ ਨੇ ਪਾਕਿਸਤਾਨ 'ਚ, ਉਹਨਾਂ 'ਚੋਂ ਪੜ੍ਹ ਕੇ ਆ ਕੇ ਅਮਰੀਕਾ ਔਰ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੀ ਵੱਡੀ ਗਿਣਤੀ 'ਚ ਪਾਕਿਸਤਾਨੀ ਡਾਕਟਰਸ ਔਰ ਇੰਜੀਨੀਅਰਸ ਨੇ। ਔਰ ਇਸ ਦੇ ਨਾਲ ਨਾਲ ਅਦਬ
ਜਿਹੜਾ ਕੋਈ ਵੀ ਜਦੋਂ ਅਸੀਂ ਸਕਾਫਤ ਦੀ ਗੱਲ ਕਰਦੇ ਆਂ, ਅਦਬ ਦੀ ਗੱਲ ਕਰਦੇ ਆਂ, ਬਿਲਕੁਲ ਇਹ ਵੀ ਫ੍ਰੀ ਸੁਸਾਇਟੀਜ਼ ਦੇ ਵਿੱਚ ਹੀ ਪੋਸੀਬਲ ਹੁੰਦਾ ਹੈ। ਔਰ ਉਹਨਾਂ ਨੇ ਇਸ ਦੇ ਵਿੱਚ ਵਿਕਾਸ ਕੀਤਾ ਹੈ। ਇਸ ਦੇ ਉਲਟ ਅਸੀਂ ਜੇ ਆਪਣਾ ਹਾਲ ਦੇਖੀਏ ਕਿ ਵੀ ਸਾਡੇ ਅੱਜ ਕਿੰਨਾ ਨਿਘਾਰ ਹੈ ਐਜੂਕੇਸ਼ਨ ਦੇ ਲੈਵਲ ਦੇ ਉੱਤੇ, ਔਰ ਓਵਰਆਲ ਵੀ ਜਿਹੜੀ ਤਹਿਜ਼ੀਬ ਹੈ, ਜਿਹੜੇ ਤਾਂ ਬਾਹਰ ਆਏ ਨੇ ਡਾਇਸਪੋਰਾ, ਉਹਨਾਂ ਨੇ ਤਾਂ ਇਸ ਅਹਿਮੀਅਤ ਨੂੰ ਵੀ ਸਮਝਿਆ ਹੈ, ਜ਼ਬਾਨ ਨੂੰ ਵੀ ਸੰਭਾਲਣ ਦੀ ਕੋਸ਼ਿਸ਼ ਹੈ ਔਰ ਅਦਰਵਾਈਜ਼ ਵੀ। ਪਰ ਜਦੋਂ ਤੁਸੀਂ ਪੰਜਾਬ ਦੇ ਲੈਵਲ ਦੇ ਉੱਤੇ ਦੇਖਦੇ ਹੋ, ਔਰ ਜਿਸ ਕਿਸਮ ਦਾ, ਜਦੋਂ ਅਸੀਂ ਕੱਲ ਵੀ ਗੱਲ ਕੀਤੀ ਕਿ ਜਿਹੜੇ 5 ਜਿਨ੍ਹਾਂ 'ਚ 3 ਨੌਜਵਾਨ ਔਰ 2 ਬੱਚੀਆਂ ਨੇ ਜਿਨ੍ਹਾਂ ਨੂੰ ਇਸ ਫਰੌਤੀ ਦੇ ਲਈ ਫੜਿਆ ਗਿਆ, ਤੇ ਮੇਰੇ ਮਾਈਂਡ ਦੇ ਵਿੱਚ ਇੱਕੋ ਹੀ ਗੱਲ ਆ ਰਹੀ ਸੀ, ਜਦੋਂ ਅਸੀਂ ਇਸ ਕਿਸਮ ਦੇ, ਇਹਨਾਂ ਨੂੰ ਵੇਸਾਈਡ ਰੋਬਰਸ ਵੀ ਕਹਿੰਦੇ ਨੇ, ਲੁੱਟਾਂ ਖੋਹਾਂ ਕਰਨ ਵਾਲੇ। ਦੂਜਾ ਤੇ ਮੈਨੂੰ ਸਰ ਕਪੂਰ ਸਿੰਘ ਹੋਰਾਂ ਦੀ ਉਹ ਸਪੀਚ ਜਿਹੜੀ ਉਹਨਾਂ ਨੇ 1970ਵਿਆਂ ਦੀ ਬਿਗਨਿੰਗ 'ਚ ਜਾਂ 1960ਵਿਆਂ ਦੇ ਅਖੀਰ 'ਚ, ਉਦੋਂ ਨਾ ਜੇ ਜਿਹੜਾ ਉਹ 13 ਅਪ੍ਰੈਲ 1978 ਦਾ ਅੰਮ੍ਰਿਤਸਰ ਦਾ ਸਾਕਾ ਹੋਇਆ ਸੀ ਨਾ, ਸੰਤ ਪਿੰਡਾਂ ਵਾਲੇ ਅਜੇ ਸੀਨ ਤੇ ਉਭਰੇ ਸੀ, ਔਰ ਅੰਗਰੇਜ਼ੀ 'ਚ ਉਹਨਾਂ ਦੀ ਉਹ ਸਪੀਚ ਸੀ ਬਾਹਰ ਹਾਲ ਦੇ ਵਿੱਚ ਰੱਖੀ ਹੋਈ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ if Sikhs want to have political power, your sons and their sons will be peons in the offices, drivers of Hindu-owned mercenary cars, security guards in front of Hindu-owned hotels, or wayside robbers, nothing more than that. ਕਿ ਜੇ ਸਿੱਖਾਂ ਦੇ ਕੋਲ ਸਿਆਸੀ ਤਾਕਤ ਨਾ ਆਈ, ਪੋਲੀਟੀਕਲ ਪਾਵਰ ਨਾ ਆਈ, ਤੇ ਯਾਦ ਰੱਖਿਓ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਅੱਗੋਂ ਜਾਂ ਉੱਥੇ ਦਫ਼ਤਰਾਂ 'ਚ ਚਪੜਾਸੀ ਲੱਗੇ ਹੋਣਗੇ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਗੱਡੀਆਂ ਦੇ ਡਰਾਈਵਰ ਹੋਣਗੇ, ਤੇ ਜਾਂ ਲਟੇਰੇ ਹੋਣਗੇ। ਹੁਣ ਇਹ ਵਰਤਾਰਾ ਅਸੀਂ ਦੇਖ ਰਹੇ ਹਾਂ ਕਿ ਵੀ ਕਿਸ ਲੈਵਲ ਦੇ ਉੱਤੇ, ਕਿਉਂਕਿ ਜਿਹੜੇ ਆਜ਼ਾਦ ਲੋਕਾਂ ਦੇ ਵਿੱਚ ਇੱਕ ਆਜ਼ਾਦ ਵਰਤਾਰੇ ਦੇ ਨਾਲ ਜਿਹੜੀਆਂ ਸ਼ਖਸੀਅਤਾਂ ਡਿਵੈਲਪ ਹੁੰਦੀਆਂ ਨੇ, ਹੁਣ ਇਹ 22-22, 23-23 ਸਾਲ ਦੇ ਬੱਚੇ ਬੱਚੀਆਂ ਜਿਨ੍ਹਾਂ ਨੂੰ ਕਿਹਨਾਂ ਹਾਲਾਤਾਂ 'ਚ ਮੁਲਕ ਚੋਂ ਜਿਹੜਾ ਉਹ ਬਾਹਰ ਆਣਾ ਪਿਆ, ਕਿਹਨਾਂ ਹਾਲਾਤਾਂ 'ਚ ਇੱਥੇ ਕਿਸ ਕਿਸਮ ਦਾ ਸਮਾਜ ਔਰ ਕਿਸ ਕਿਸਮ ਦਾ ਇਹ, ਔਰ ਕੋਈ ਗਾਈਡਲਾਈਨ ਨਹੀਂ, ਕੋਈ ਡਿਸਪਲਿਨ ਨਹੀਂ, ਕੋਈ ਅਗਵਾਈ ਨਹੀਂ। ਸੋ ਇਵੇਂ ਹੁੰਦਾ ਹੈ ਜਦੋਂ ਜਿਹੜੀਆਂ ਕੌਮਾਂ ਦਾ ਵਕਾਰ ਔਰ ਮਾਣ, ਕਿਉਂਕਿ ਪੋਲੀਟੀਕਲ ਪਾਵਰ ਇੱਕ ਪ੍ਰਾਈਡ ਹੁੰਦਾ ਹੈ, ਮਾਣ ਹੁੰਦਾ ਹੈ, ਇਸ ਦੇ ਬਾਵਜੂਦ 3600 ਕਮਜ਼ੋਰੀਆਂ ਹੋਣ, ਕ੍ਰਾਈਸਿਸ ਹੋਏ, ਔਰ ਕਈ ਵਾਰ ਮੈਂ ਇਹ ਗੱਲ ਜਿਹੜੇ ਪਾਕਿਸਤਾਨੀ ਬਹੁਤ ਜ਼ਿਆਦਾ ਨੈਗੇਟ ਕਰਨਗੇ ਆਪਣੇ ਮੁਲਕ ਨੂੰ ਜਾਂ ਦੂਜਿਆਂ ਨੂੰ, ਮੈਂ ਕਹਿੰਦਾ ਕਿ ਵੀ ਜੇ ਤੁਸੀਂ ਇਹ ਦੇਖਣਾ ਹੈ ਕਿ ਵੀ ਤੁਹਾਡੀ ਕੀ ਹਾਲਤ ਜਾਂ ਤੁਸੀਂ ਕਿੰਨੇ ਬਿਹਤਰ ਹੋ, ਆਪਣੇ ਹਮ ਮਜ਼ਹਬ ਭਾਰਤ ਦੇ ਮੁਸਲਮਾਨਾਂ ਵਾਲੀ ਦੇਖ ਲਓ, ਫਿਰ ਅੰਦਾਜ਼ਾ ਲਾ ਲਓ ਕਿ ਭਾਈ ਤੁਸੀਂ ਕਿੱਥੇ ਕੋ। ਪਰ ਜੋ ਤੁਹਾਨੂੰ ਮਿਲਿਆ ਇਸ ਨੂੰ ਸੰਭਾੜੋ, ਇਸ ਦੇ ਵਿੱਚ ਜਿਹੜੀਆਂ ਕਮੀਆਂ ਨੇ, ਕਮਜ਼ੋਰੀਆਂ ਨੇ, ਉਹਨਾਂ ਨੂੰ ਸਿਰ ਜੋੜ ਕੇ ਬੈਠ ਕੇ ਕਰੋ। ਸਿਰਫ ਹਰ ਚੀਜ਼ ਨੂੰ ਨੈਗੇਟ ਕਰਨਾ ਹੀ ਜਿਹੜਾ ਉਹ ਕਾਫੀ ਨਹੀਂ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਦੋਂ, ਔਰ ਜਿਹੜੇ ਸਾਡੇ ਵੀਰ ਨੇ 2 ਰਾਈਟ-ਅਪਸ ਲਿਖੇ ਕਿ ਫਿਊਚਰ ਦਾ ਖਾਲਿਸਤਾਨ, ਉਸ ਦਾ ਜਿਹੜਾ ਹੈ ਉਹ ਕੀ ਹੈ, ਅਸੀਂ ਤਾਂ ਮੈਂ ਉਹਨੂੰ ਵਿਜ਼ਨ ਕਿਹਾ, ਉਹਨਾਂ ਨੇ ਡ੍ਰੀਮ ਕਿਹਾ, ਲੇਕਿਨ ਡ੍ਰੀਮ ਹੋਏ, ਵਿਜ਼ਨ ਹੋਏ, ਮਤਲਬ ਇਹ ਹੀ ਹੈ ਕਿ ਉਹਦੇ 'ਚ ਅਸੀਂ ਇੱਕ ਉਹ ਸੁਸਾਇਟੀ ਦੀ ਕਲਪਨਾ ਕਰਦੇ ਹਾਂ ਜਿਸ ਦੇ ਵਿੱਚ ਇੱਕ ਸ਼ਾਇਸਤਗੀ ਹੋਏਗੀ, ਸਿਵਲਾਈਜੇਸ਼ਨ ਹੋਏਗੀ, ਜਿਸ ਦੇ ਵਿੱਚ ਜਿਹੜੀ ਹੈ ਉਹ ਨਮਰਤਾ ਹੋਏਗੀ। ਔਰ ਜਿਵੇਂ ਸਾਡੇ ਟੀਮ ਦੇ ਇੱਕ ਸੱਜਣ ਜਿਹੜੇ ਕਿ ਤਾਜ਼ਾ ਥਾਈਲੈਂਡ ਤੋਂ 8-10 ਦਿਨ ਦੇ ਟ੍ਰਿਪ ਤੋਂ ਬਾਅਦ ਮੁੜੇ ਨੇ, ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਵੀ ਉੱਥੇ ਕੀ ਜਿਹੜਾ ਉਹ ਵੱਖਰਾ ਮਹਿਸੂਸ, ਉਹਨਾਂ ਨੇ ਕਿਹਾ ਜੀ ਉੱਥੇ ਟ੍ਰੈਫਿਕ ਤਾਂ ਬਹੁਤ ਜ਼ਿਆਦਾ ਹੈ, ਇਹਨਾਂ ਨਿਊਯਾਰਕ ਵਾਂਗ ਹੈ, ਲੇਕਿਨ ਉੱਥੇ ਕੋਈ ਹੌਰਨ ਨਹੀਂ ਮਾਰਦਾ, ਕੋਈ ਕਿਸੇ ਦੇ ਨਾਲ ਖਹਿਬੜਦਾ ਨਹੀਂ, ਜਿਹੜੇ ਇਵੇਂ ਹਰ ਕੋਈ ਇੰਨਾ ਪੋਲਾਈਟ ਹੈ। ਔਰ ਉਹ ਜਦੋਂ ਈਵਨ ਕੋ ਹਰੀ ਝੰਡੀ ਜਾਂ ਲਾਲ ਝੰਡੀ ਲੈ ਕੇ ਟ੍ਰੈਫਿਕ ਰੋਕਦੇ ਨੇ ਜਾਂ ਤੋੜਦੇ ਨੇ, ਫਿਰ ਉਹ ਝੁਕਦੇ ਨੇ ਪੂਰੇ ਅਦਬ ਅਦਾਬ ਦੇ ਨਾਲ ਕਿ ਵੀ ਇਵੇਂ ਤੁਹਾਨੂੰ ਉੱਥੇ ਜਾ ਕੇ ਕੋਈ ਇਵੇਂ ਨਹੀਂ ਲੱਗਦਾ ਕਿ ਵੀ ਤੁਸੀਂ ਕਿਸੇ ਉਸ ਸ਼ੋਰ ਸ਼ਰਾਬੇ ਵਾਲੀ ਸੁਸਾਇਟੀ ਚੋਂ, ਸ਼ੋਰ ਹੁੰਦਿਆਂ ਹੋਇਆਂ ਵੀ ਇੱਕ ਨਿਮਰਤਾ ਔਰ ਇੱਕ, ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਇਹ ਬੁੱਧ ਧਰਮ ਦਾ ਅਸਰ ਵੀ ਹੈ, ਉਹਨਾਂ ਦਾ ਆਪਣਾ ਡਾਇਲੈਕਟ ਪਾਲੀ ਹੈ, ਔਰ ਖਾਮੀਆਂ ਤਾਂ ਹਰ ਮੁਲਕ ਦੇ ਵਿੱਚ ਹੋਣਗੀਆਂ, ਲੇਕਿਨ ਇਵੇਂ ਹੁੰਦਾ ਜਦੋਂ, ਔਰ ਇਹੀ ਜਦੋਂ ਜਿਹੜੇ ਜਾਪਾਨ ਜਾਂ ਚਾਈਨਾ ਜਾਂਦੇ ਨੇ, ਜਾਪਾਨ 'ਚ ਖਾਸ ਤੌਰ ਤੇ, ਉਹ ਉਹਨਾਂ ਦਾ ਅਦਬ, ਛੋਟੇ ਜਿਹੜੇ ਉਹਨਾਂ ਦੇ ਚਾਹ ਦੇ ਜਾਂ ਦੂਸਰੇ ਵੀ ਨੇ, ਉਹਨਾਂ ਦੀਆਂ
ਛੋਟੀਆਂ ਪਾਰਕਸ, ਫੁੱਲਾਂ ਨਾਲ ਉਹਨਾਂ ਦਾ ਪਿਆਰ, ਉਹਨਾਂ ਦੀ ਹਿਊਮਿਲਿਟੀ, ਇਹ ਸਾਰੀਆਂ, ਕਿਉਂਕਿ ਇਹ ਸਿਵਲਾਈਜੇਸ਼ਨ ਸੈਂਕੜਿਆਂ ਸਾਲਾਂ ਤੋਂ ਇਨ ਸਪਾਈਟ ਆਫ ਕਿ ਪੋਲੀਟੀਕਲ ਟਰਮੋਇਲ ਚੋਂ ਵੀ ਗੁਜ਼ਰੀਆਂ, ਉਹਨਾਂ ਦਾ ਇੱਕ ਆਪਣਾ ਜਿਹੜਾ ਇੱਕ ਬਹਾ ਹੈ। ਔਰ ਮੰਦੇ ਭਾਗਾਂ ਨੂੰ ਜੇ ਅਸੀਂ ਸਿੱਖ ਸੱਭਿਆਚਾਰ ਜਾਂ ਸਿੱਖ ਕਲਚਰ ਦੀ ਗੱਲ ਕਰੀਏ, ਜਿਹੜਾ ਗੁਰੂ ਸਾਹਿਬਾਨ ਨੇ ਲਗਭਗ 230 ਵਰ੍ਹਿਆਂ ਦੇ ਵਿੱਚ 1469 ਤੋਂ 1699 ਤੱਕ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ, ਇਹ ਮਹਿਜ਼ ਇੱਕ ਪੰਥ ਰੂਪ 'ਚ ਹੀ ਨਹੀਂ, ਵੱਖਰਾ ਰਾਹ ਜਾਂ ਇੱਕ ਉੱਤਮ ਪੰਥ ਤੱਕ ਹੀ ਮਹਿਦੂਦ ਨਹੀਂ, ਇੱਕ ਇਹ ਪੂਰੀ ਸਿਵਲਾਈਜੇਸ਼ਨ। ਜਦੋਂ ਅਸੀਂ ਸਿਵਲਾਈਜੇਸ਼ਨ ਕਹਿੰਦੇ ਹਾਂ, ਸੱਭਿਅਤਾ ਕਹਿੰਦੇ ਹਾਂ, ਤਹਿਜ਼ੀਬ ਕਹਿੰਦੇ ਹਾਂ, ਤੇ ਉਸ ਦੇ ਵਿੱਚ ਤੁਹਾਡਾ ਰਹਿਣ ਸਹਿਣ ਹੈ, ਤੁਹਾਡੀ ਬੋਲੀ ਹੈ, ਤੁਹਾਡਾ ਵਿਹਾਰ ਹੈ, ਤੁਹਾਡਾ ਸਪਿਰਿਚੁਅਲ ਟੀਚਰ ਹੈ, ਤੁਹਾਡਾ ਇੰਟੈਲੈਕਚੁਅਲ, ਤੁਹਾਡਾ ਬੌਧਿਕ ਵਿਕਾਸ ਹੈ, ਤੁਹਾਡਾ ਇਕੱਠੇ ਰਹਿਣ ਦਾ ਇੱਕ, ਜੇ ਸ਼ਹਿਰ ਗੁਰੂ ਸਾਹਿਬ ਨੇ ਸਿਟੀ ਸੈਂਟਰਸ ਬਣਾਏ ਤਾਂ ਉਹਨਾਂ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ। ਔਰ ਇਹੀ ਕਾਰਨ ਹੈ ਕਿ ਉਸ ਸਿਵਲਾਈਜੇਸ਼ਨ ਨੂੰ ਜਿਹੜੀ ਲਗਭਗ 2.5 ਸਦੀਆਂ ਦੇ ਵਿੱਚ ਫਿਰ ਅੱਗੇ ਇੱਕ ਸਦੀ ਪੂਰੀ ਸਟਰਗਲ ਚੋਂ ਗੁਜ਼ਰਦੀ ਹੈ, ਉਹ ਜਦੋਂ ਆਪਣੇ ਮੰਤਕੀ ਅੰਜਾਮ ਤੇ ਪਹੁੰਚਦੀ ਹੈ ਪੋਲੀਟੀਕਲ ਪਾਵਰ ਦੇ ਰੂਪ ਚੋਂ, ਭਾਵੇਂ ਬੰਦਾ ਸਿੰਘ ਬਹਾਦਰ ਦਾ ਪੀਰੀਅਡ ਹੈ, ਸਿੱਖ ਮਿਸਲਾਂ ਦਾ ਜਾਂ ਮਹਾਰਾਜਾ ਰਣਜੀਤ ਸਿੰਘ ਦਾ, ਉੱਥੇ ਜਸਟਿਸ ਨੈਚੁਰਲ ਉਹਦੇ ਚੋਂ ਨਿਕਲਦਾ, ਨੈਚੁਰਲੀ ਡਿਸਕ੍ਰਿਮੀਨੇਸ਼ਨ ਨਹੀਂ ਹੈ, ਕੋਈ ਜ਼ਬਰ ਨਹੀਂ ਹੈ, ਕਿਉਂਕਿ ਇਹ ਇੱਕ ਬੰਦੇ ਤੇ ਡਿਪੈਂਡ ਨਹੀਂ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਜਸਟ ਸੀ ਜਾਂ ਦੂਜਾ, ਉਹ ਸਾਰੀ ਸਿੱਖ ਸਿਵਲਾਈਜੇਸ਼ਨ ਦਾ ਪ੍ਰੋਡਕਟ ਸੀ। ਹੁਣ ਅੱਜ ਜਦੋਂ ਕੁਝ ਲੋਕ ਇਹ ਕਹਿੰਦੇ ਨੇ ਕਿ ਭਾਈ ਇਹ ਜਿੱਥੇ ਤੁਸੀਂ ਅੱਜ ਦੇਖ ਰਹੇ ਹੋ ਕਿ ਹਿੰਦੂਤਵਾ ਔਰ ਸੈਕੂਲਰਿਜ਼ਮ ਦੇ ਨਾਂ ਥੱਲੇ, ਭਾਰਤੀ ਹਿੰਦੂ ਸੱਭਿਆਚਾਰ ਦੇ ਨਾਂ ਥੱਲੇ ਇੱਕ ਤੋਂ ਬਾਅਦ ਇੱਕ ਮਸੀਤ ਡਿੱਗੀ ਜਾ ਰਹੀ ਹੈ। ਬਾਬਰੀ ਮਸੀਤ ਤਾਂ 2.5 ਦਿੱਲੀ 'ਚ ਜਿਹੜੀ ਹੈ ਇੱਕ 600 ਸਾਲ ਪੁਰਾਣੀ ਮਸੀਤ ਨਜਾਇਜ਼ ਕਬਜ਼ੇ ਦੇ ਨਾਂ ਥੱਲੇ ਪਿਛਲੇ ਹਫ਼ਤੇ ਢਾਈ ਗਈ। 2 ਦਿਨ ਪਹਿਲੇ ਉੱਤਰਾਖੰਡ ਦੇ ਵਿੱਚ ਅੱਧੀ ਰਾਤ ਨੂੰ ਜਿਹੜਾ ਇੱਕ ਮਦਰਸਾ ਔਰ ਉਹਦੇ ਨਾਲ ਜੁੜਿਆ ਹੋਇਆ ਪਾਰਟ ਆਇਆ ਗਿਆ, ਔਰ ਉਹ ਕਿਸੇ ਮੁਸਲਮਾਨ ਵੀਰ ਨੇ ਲਿਖਿਆ ਸੀ ਕਿ ਇਸ ਤੋਂ ਤਾਂ ਅਸੀਂ ਸਿੱਖ ਰਾਜ ਚਾਹੁੰਦੇ ਹਾਂ, ਕਿਉਂਕਿ ਸਿੱਖ ਰਾਜ 'ਚ ਕੋਈ ਮਸੀਤ ਢਾਈ ਨਹੀਂ ਸੀ ਗਈ, ਇਸ ਦੇ ਉਲਟ ਮਸੀਤਾਂ ਨੂੰ ਜਿਹੜੀਆਂ ਨੇ ਉਹ ਇਮਦਾਦ, ਉਹ ਠਾਕਰ ਦੁਆਰੇ ਹੋਣ, ਮਸੀਤਾਂ ਹੋਣ, ਗੁਰਦੁਆਰੇ ਹੋਣ, ਔਰ ਸਭ ਨੂੰ ਜਿਹੜਾ ਹੈ ਉਹ ਮਦਦ ਕੀਤੀ ਗਈ ਸੀ। ਸੋ ਇਹ ਸੀ ਉਸ ਸਿੱਖ ਥਾਟ, ਸਿੱਖ ਸਿਵਲਾਈਜੇਸ਼ਨ ਦੀ ਦੇਣ, ਜਿਸ ਦਾ ਧੁਰਾ ਇਨਸਾਨੀਅਤ ਹੈ, ਜਿਸ ਦੇ ਧੁਰੇ 'ਚ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ ਹੈ, ਪਰ ਜਿਸ ਦੇ ਵਿੱਚ ਪ੍ਰੋਗਰੈਸ ਹੈ, ਜਿਸ ਦੇ ਵਿੱਚ ਕੋਈ ਭੁੱਖਾ ਨਾ ਸਵੇਂ, ਇਹ ਕਨਸੈਪਟ ਹੈ, ਜਿਸ ਦੇ ਵਿੱਚ ਇਕੁਅਲ ਸਨਮਾਨ ਹੈ, ਹਰ ਇੱਕ ਨੂੰ, ਇੱਕ ਇਨਸਾਨ ਨੂੰ ਇਨਸਾਨ ਦੇ ਨਾਤੇ ਉਸ ਨੂੰ ਰੱਬ ਦਾ ਬੰਦਾ ਸਮਝ ਕੇ ਉਸ ਦੇ ਨਾਲ ਮੁਹੱਬਤ ਕਰਨ ਦਾ ਕਨਸੈਪਟ ਹੈ। ਸੋ ਅਸੀਂ ਜਦੋਂ ਭਵਿੱਖ ਦੀ ਗੱਲ ਕਰ ਰਹੇ ਹਾਂ, ਹਾਲਾਂਕਿ ਇਹ ਸੈਗਮੈਂਟ 'ਚ ਅਸੀਂ ਲਿਬਰਟੀ ਲੈਂਦੇ ਹਾਂ ਕਿ ਟੌਪਿਕ ਆਪਣੀ ਥਾਂ ਹੁੰਦਾ ਹੈ, ਪਰ ਮਕਸਦ ਸਾਡਾ ਹੁੰਦਾ ਹੈ ਕਿ ਭਾਈ ਇਸ ਰਾਹੀਂ, ਔਰ ਇਹ ਸਾਡੇ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਇੰਟੈਲੈਕਚੁਅਲ ਸਾਡੇ ਵੀਰ ਭੈਣਾਂ ਨੇ, ਉਹਨਾਂ ਨੂੰ ਇਹ ਪਸੰਦ ਹੁੰਦਾ ਹੈ ਕਿ ਵੀ ਅਸੀਂ ਇੱਕ ਹਵਾਲੇ ਨਾਲ ਗੱਲ ਕਰਦੇ ਹਾਂ, ਮਲਟੀਪਲ ਐਂਗਲਸ ਤੋਂ ਇਸ ਇਸ਼ੂ ਨੂੰ ਛੋਂਦੇ ਹਾਂ। ਹੁਣ ਦੂਸਰੇ ਪਾਸੇ ਜਿਹੜਾ ਟੌਪਿਕ ਅੱਜ ਔਰ ਸਾਰੇ ਮੀਡੀਆ ਦਾ ਪਾਰਟ ਹੈ, ਕਿਉਂਕਿ ਇੰਡੀਅਨ ਗਵਰਨਮੈਂਟ ਦੇ ਰਿਐਕਸ਼ਨ ਦੇ ਇੰਤਜ਼ਾਰ ਸੀ, ਅਸੀਂ ਇਹ ਦੇਖਿਆ ਵੀ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ 'ਚ, ਕੋਲਡ ਬਲੱਡਡ ਮਰਡਰ, ਉਸ 'ਚ ਇੰਡੀਆ ਔਰ ਉਹਨਾਂ ਦਾ ਜਿਹੜਾ ਐਂਬੈਸਡਰ, ਹਾਈ ਕਮਿਸ਼ਨਰ ਇੰਗਲੈਂਡ ਕੈਨੇਡਾ ਦੇ ਵਿੱਚ, ਉਹਨੇ ਗਲੋਬ ਐਂਡ ਮੇਲ ਨੂੰ ਇੰਟਰਵਿਊ 'ਚ ਕਿਹਾ ਜੀ ਅਸੀਂ ਜਿਹੜਾ ਸਾਡਾ ਕੋਈ ਇਹਦੇ 'ਚ ਨਹੀਂ ਹੈ, RCMP ਨੇ ਸਾਨੂੰ ਕੋਈ ਫਾਰਮਲ ਰਿਕੁਐਸਟ ਹੀ ਨਹੀਂ ਕੀਤੀ ਔਰ ਅਸੀਂ ਕੋਈ ਕੋਆਪਰੇਟ ਨਹੀਂ ਕਰ ਰਹੇ, ਕਿਉਂਕਿ ਜਿਹੜਾ ਇਵੇਂ ਹੈ ਤਾਂ ਉਵੇਂ ਹੈ। ਸੋ ਉਹ ਤਾਂ ਗੱਲ ਸਾਹਮਣੇ ਆ ਗਈ ਕਿ ਭਾਈ ਜਿਹੜਾ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੀਬੀ ਨੇ ਕਿਹਾ ਸੀ ਜਾਣ ਲੱਗੇ, ਜੋਡੀ ਨੇ, ਕਿ ਵੀ ਇਹ ਹੁਣ ਨੇੜੇ ਆ ਗਏ ਨੇ, ਲੱਗਾ ਕਿ ਭਾਈ ਇਹ ਗਲਤ ਸਾਬਤ ਹੋਇਆ। ਔਰ ਨਾਲ ਦੀ ਨਾਲ ਕਿਉਂਕਿ ਜਿਹੜਾ ਇਨਕੁਆਇਰੀ ਕਰ ਰਿਹਾ ਕਮਿਸ਼ਨ ਕਿ ਵੀ ਕਿਹੜੀਆਂ ਫੋਰਨ ਗਵਰਨਮੈਂਟਸ ਨੇ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਆ, ਉਸ 'ਚ ਇੰਡੀਆ ਦਾ ਨਾਂ ਸ਼ਾਮਲ, ਔਰ ਉਸ ਦੀ ਡਾਕੂਮੈਂਟੇਸ਼ਨ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਸੀਸਸ ਕੈਨੇਡੀਅਨ ਸਿਕਿਉਰਿਟੀ ਨਾਲ ਸੰਬੰਧਿਤ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਹੈ, ਉਹਨਾਂ ਨੇ 3 ਸਫ਼ਿਆਂ ਦਾ ਇੰਡੀਆ ਦੇ ਨਾਲ ਰਿਲੇਟਡ ਪਾਰਟੀ ਹੈ, ਉਹਦੀ ਇੰਟਰਫੇਰੈਂਸ ਦਾ ਜ਼ਿਕਰ ਹੈ।
ਔਰ ਅਸੀਂ ਇਹ ਦੇਖ ਰਹੇ ਸੀ ਵੀ ਉਹਦੇ ਤੇ ਇੰਡੀਆ ਨੇ ਇਮੀਡੀਏਟ ਤਾਂ ਨਹੀਂ ਸੀ ਰਿਐਕਸ਼ਨ ਦਿੱਤਾ ਔਰ ਹੁਣ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਐਕਸਟਰਨਲ ਅਫੇਅਰਸ ਜਿਹਨੂੰ ਕਿਹਾ ਜਾਂਦਾ ਹੈ ਬਹੁਤ ਘਟੀਆ ਅੰਦਾਜ਼ ਦੇ ਵਿੱਚ ਜਿਹੜਾ ਹੈ ਰਾਦਰ ਜਵਾਬ ਤਾਂ ਕੀ ਦੇਣਾ ਹੈ ਉਹਨੂੰ ਕਾਊਂਟਰ ਅਟੈਕ ਕੀਤਾ ਕਿ ਜੀ ਇਹ ਬਿਲਕੁਲ ਠੀਕ ਨਹੀਂ ਹੈ ਕਿ ਇੰਡੀਆ ਅਸੀਂ ਤਾਂ ਲੋਕਤੰਤਰ ਹੈ ਅਸੀਂ ਕਿਸੇ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰਦੇ ਕੈਨੇਡਾ ਇੰਡੀਆ ਦੇ ਮਾਮਲਿਆਂ ਜਿਹੜਾ ਉਹ ਦਖਲ ਅੰਦਾਜ਼ੀ ਕਰ ਰਿਹਾ ਔਰ ਇਹ ਮੇਨ ਖਬਰ ਹੈ India strongly rejects charges of interference in Canadian election, says rather Canada has been interfering in its internal affairs. ਕਿ ਅਸੀਂ ਨਹੀਂ ਕਰਦੇ ਤੁਸੀਂ ਕਰ ਰਹੇ ਹੋ ਇਹ ਉਹਨਾਂ ਨੇ ਜਿਹੜਾ ਉਹਨਾਂ ਦੇ ਪ੍ਰੋਪਰ ਜਿਹੜੀ ਮਿਨਿਸਟਰੀ ਹੈ ਫੋਰਨ ਅਫੇਅਰਸ ਦੀ ਉਸ ਦੇ ਦਾ ਮਿਸਟਰ ਜੈਸਵਾਲ ਹੈ ਉਸ ਨੇ ਜਿਹੜਾ ਇਸ ਨੂੰ ਐਗਜ਼ੈਕਟ ਦੇ ਅਲਫਾਜ਼ ਇਹ ਨੇ We strongly reject all such baseless allegations of Indian interference in Canadian elections. It is not government of Indian policy. It is not government of Indian policy to interfere in the democratic process of other countries. A Ministry of External Affairs ਦਾ spokesperson ਰਣਧੀਰ ਜਸਵਾਲ ਉਹਨੇ ਕਿਹਾ ਜੀ ਅਸੀਂ strongly condemn ਕਰਦੇ ਹਾਂ ਇਸ ਚਾਰਜ ਨੂੰ ਇਹ ਸਾਡੀ ਜਿਹੜੀ ਹੈ ਉਹ ਡੈਮੋਕ੍ਰੇਸੀ ਦੀ ਪਾਲਿਸੀ ਨਹੀਂ ਹੈ ਕਿ ਕਿਸੇ ਵੀ ਮੁਲਕ ਦੇ ਵਿੱਚ ਇੰਟਰਫੇਅਰ ਕਰਨਾ ਔਰ ਇਹ ਉਹਨਾਂ ਨੇ ਇਨਫੈਕਟ ਕੁਆਇਟ ਦਾ ਰਿਵਰਸ ਕੈਨੇਡਾ ਹੈਜ਼ ਬੀਨ ਇੰਟਰਫੀਅਰਿੰਗ ਇਨ ਆਵਰ ਇੰਟਰਨਲ ਅਫੇਅਰਸ we have been raising this issue regularly with them. We call on Canada to effectively address our core concerns in this regard, added Jaiswal. ਉਹਨੇ ਕਿਹਾ ਜੀ ਇਹ ਨਹੀਂ ਅਸੀਂ ਨਹੀਂ ਉਹ ਕਰ ਰਹੇ ਨੇ ਕੈਨੇਡਾ ਕਰ ਰਿਹਾ ਔਰ ਅਸੀਂ ਲਗਾਤਾਰਤਾ ਨਾਲ ਉਹਨਾਂ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਦਿੰਦੇ ਔਰ ਅਸੀਂ ਕੈਨੇਡਾ ਨੂੰ ਕਹਿੰਦੇ ਹਾਂ ਕਿ ਇਹ ਜਿਹੜਾ ਸਾਡਾ ਹੈ ਕੋਰ ਕੰਸਰਨ ਜੋ ਇਸ ਦੇ ਉੱਤੇ ਉਹ ਕਾਰਵਾਈ ਕਰੇ ਔਰ ਹੁਣ ਇਸ ਨੂੰ ਉਲਟਾ ਚੋਰ ਕੋਤਵਾਲ ਕੋ ਡਾਂਟੇ ਕਿ ਵੀ ਚੋਰ ਜਿਹੜਾ ਚੋਰੀ ਕਰ ਰਿਹਾ ਤੇ ਥਾਣੇਦਾਰ ਆਪਣੀ ਟੁਕੜੀ ਦੇ ਨਾਲ ਉੱਥੇ ਆ ਜਾਂਦਾ ਤੇ ਇਸ ਤੋਂ ਪਹਿਲਾਂ ਕਿ ਥਾਣੇਦਾਰ ਕੁਛ ਕਹੇ ਚੋਰ ਹੀ ਜਿਹੜਾ ਥਾਣੇਦਾਰ ਦੇ ਦਾ ਗਲਮਾ ਫੜ ਲੈਂਦਾ ਉਸ ਦਾ ਕਾਲਰ ਉਹਨੂੰ ਕਹਿੰਦਾ ਓਏ ਤੈਨੂੰ ਨਹੀਂ ਸੀ ਪਤਾ ਮੈਂ ਇੱਥੇ ਚੋਰੀ ਕਰ ਰਿਹਾ ਤੇ ਜੇ ਮੈਂ ਇੱਥੇ ਚੋਰੀ ਕਰ ਰਿਹਾ ਤੂੰ ਕੀ ਲੈਣ ਆਇਆ ਇੱਥੇ ਇਹ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ ਔਰ ਇਹ ਇਸ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਵੀ ਇਸ ਸਾਰੀ ਜਿਹੜੀ ਕਨਫਰੰਟੇਸ਼ਨਲਿਸਟ ਨੈਗੇਸ਼ਨ ਵਾਲੀ ਕੈਨੇਡਾ ਨੂੰ ਡਿਮੋਨਾਈਜ਼ ਕਰਨ ਵਾਲੀ ਪਾਲਿਸੀ ਹੈ ਇਹ ਮੋਦੀ ਔਰ ਐਸ ਜੈਸ਼ੰਕਰ ਦੀ ਸਰਕਾਰ ਇਹਨੂੰ ਜਾਰੀ ਨਹੀਂ ਰੱਖ ਰਹੀ ਸਗੋਂ ਇਸ ਦੇ ਵਿੱਚ ਹੋਰ ਵੀ ਜਿਹੜਾ ਹੈ ਉਹ ਫਿਊਲ ਇਸ ਨੂੰ ਕਰ ਰਹੇ ਔਰ ਇਹ ਜਿਹੜਾ ਇਸ ਤੋਂ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ ਕਿਉਂਕਿ ਅਜੇ ਜਦੋਂ ਇਹ ਤਾਂ ਅਜੇ ਪ੍ਰੋਸੈਸ ਹੈ ਕਿਉਂਕਿ ਨਾ ਹੀ ਅਜੇ ਇੰਡਾਇਕਟਮੈਂਟ ਫਾਈਲ ਹੋਈ ਹੈ ਹਰਦੀਪ ਸਿੰਘ ਨਿੱਜਰ ਮਾਮਲੇ 'ਚ ਨਾ ਅਜੇ ਗ੍ਰਿਫਤਾਰੀਆਂ ਹੋਈਆਂ ਨੇ ਨਾ ਹੀ ਜਿਹੜੀ ਫੈਡਰਲ ਇਨਕੁਆਇਰੀ ਹੈ ਇੰਡੀਆ ਦੀ ਇੰਟਰਫੇਰੈਂਸ ਦੀ ਜਿਸ ਦੇ ਪੁਖਤਾ ਸਬੂਤ ਜਿਹੜੀ ਹੈ ਸੀਸਸ ਨੇ ਦਿੱਤੇ ਨੇ ਜਿਸ ਦੇ ਉੱਤੇ ਅਲਟੀਮੇਟਲੀ ਜਦੋਂ ਡਿਸੀਜਨ ਆਏਗਾ ਹੁਣ ਇਹ ਦੇਖਣਾ ਹਾਲਾਂ ਇਸ ਦੇ ਉੱਤੇ ਤਾਂ ਅੱਗੇ ਕੀ ਸਟੈਪ ਹੋਏਗਾ ਕੈਨੇਡਾ ਦੇ ਇੰਡੀਆ ਵੀ ICJ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਸਿਗਨੇਟਰੀ ਹੈ ਜਿਹੜੀ ਲੀਗਲ ਆਰਮ ਹੈ UN ਦੀ ਕੈਨੇਡਾ ਵੀ ਸਿਗਨੇਟਰੀ ਹੈ ਔਰ ਇੱਕ ਪਾਸੇ ਦਾ ਕੈਨੇਡੀਅਨ ਲਾਅ ਉਹ ਆਪਣਾ ਰੋਲ ਅਦਾ ਕਰੇਗਾ ਜਿਹਨੂੰ ਵੀ ਇੰਡਾਇਕਟ ਕੀਤਾ ਜਾਂਦਾ ਹੈ ਮੁਕੱਦਮੇ 'ਚ ਲੇਕਿਨ ਇਹ ਦੇਖਣਾ ਹੈ ਵੀ ਜਿਹੜੀ ਇੰਡੀਆ ਦਾ ਇਹਨਾਂ ਦੋਨਾਂ ਮਾਮਲਿਆਂ 'ਚ ਮਰਡਰ ਲੈਵਲ ਦੇ ਉੱਤੇ ਵੀ ਇੰਟਰਫੀਅਰੈਂਸ ਔਰ ਉਹਨਾਂ ਦੇ ਫੈਡਰਲ ਲੈਵਲ ਦੇ ਉੱਤੇ ਇਲੈਕਸ਼ਨਸ ਵੀ ਇੰਟਰਫੀਅਰੈਂਸ ਹੈ ਇਸ ਨੂੰ ਕੈਨੇਡਾ ਕਿਵੇਂ ਇੰਟਰਨੈਸ਼ਨਲ ਅਦਾਲਤ ਦੇ ਵਿੱਚ ਲਿਜਾਂਦਾ ਹੈ ICJ ਦੇ ਵਿੱਚ ਜਾਂ ਇਸ ਦੇ ਲਈ ਫਰਦਰ ਭਾਰਤ ਦੇ ਉੱਤੇ ਕੋਈ ਆਰਥਿਕ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਉਸ ਦੇ ਨਾਲ ਕੋਈ ਟ੍ਰੇਡ ਟਾਕਸ ਔਰ ਦੂਸਰੀ ਤਾਂ ਸਸਪੈਂਡ ਹੋਈ ਹੈ ਪਰ ਉਹਨੂੰ ਕੈਨੇਡਾ ਕਿਵੇਂ ਲੈ ਕੇ ਜਾਏਗਾ ਔਰ ਇਕੱਲਾ ਇਹ ਕੈਨੇਡਾ ਨਹੀਂ ਜਿਹੜੀਆਂ ਦੂਸਰੀਆਂ 5 ਆਈਜ਼ ਕੰਟਰੀਜ਼ ਨੇ ਉਸ ਦੇ ਨਾਲ ਜਿਨ੍ਹਾਂ ਦੇ ਵਿੱਚ ਅਮਰੀਕਾ UK ਆਸਟ੍ਰੇਲੀਆ ਔਰ ਨਿਊਜ਼ੀਲੈਂਡ ਹੈ ਉਹ ਕਿੰਨਾ ਸਾਥ ਦੇਣਗੀਆਂ ਔਰ ਇਸ ਨੂੰ ਕਿਉਂਕਿ ਇਵੇਂ ਤੁਸੀਂ ਇੰਟਰਨੈਸ਼ਨਲ ਲਾਅ ਦਾ ਮਜ਼ਾਕ ਨਹੀਂ ਉਡਾ ਸਕਦੇ ਔਰ ਤੁਸੀਂ ਯੂ ਕਾਂਟ ਗੈਟ ਅਵੇ ਵਿਦ ਇਟ ਔਰ ਇਹ ਪਾਰਟ ਤਾਂ ਇੰਟਰਨੈਸ਼ਨਲੀ ਉਹ ਚੱਲ ਹੀ ਰਿਹਾ ਔਰ ਭਾਰਤ ਦਾ ਅਦਾਲਤੀ ਸਿਸਟਮ ਹੁਣ ਇੱਕ ਪਾਸੇ ਤਾਂ ਫੋਰਨ ਪਾਲਿਸੀ ਜਾਂ ਗਵਰਨਮੈਂਟ ਜਾਂ ਜਿਹੜੀ ਜਿਨ੍ਹਾਂ ਨੇ ਆਪਣੀ ਡੋਮੈਸਟਿਕ ਆਡੀਅੰਸ ਨੂੰ ਹੁਣ 2024 ਦੀਆਂ ਚੋਣਾਂ ਤੋਂ ਪਹਿਲਾਂ ਉਸ ਕਿਸਮ ਦੇ ਜਿਹੜਾ ਮਾਹੌਲ ਨੂੰ ਸਿਰਜਣਾ ਪਰ ਜੁਡੀਸ਼ਰੀ ਕਿਵੇਂ
ਇਸ ਵੇਲੇ ਬਾਂਦੀ ਬਣੀ ਹੋਈ ਹੈ ਇਸ ਹਿੰਦੂ ਤਵੀ ਮੋਦੀ ਸਰਕਾਰ ਦੀ। ਜੀ ਅੱਜ ਇੱਕ ਯੂਟਿਊਬਰ ਜਿਹੜਾ ਖੁੱਲ ਕੇ ਕ੍ਰਿਟਿਸਿਜ਼ਮ ਕਰਦਾ, ਉਹਨੇ ਕਿਹਾ ਜੀ ਕੋਈ ਤੁਸੀਂ ਦੇਖ ਲਓ ਸੁਪਰੀਮ ਕੋਰਟ ਜਿਹੜੇ ਕੀ ਇਸ਼ੂ ਹੁੰਦੇ ਨੇ ਉਹਨਾਂ ਦੀਆਂ ਫਾਈਲਾਂ ਤੇ ਬਹਿ ਜਾਂਦਾ ਹੈ ਔਰ ਉਹਨੇ ਸੁਣਨਾ ਹੀ ਨਹੀਂ ਹੈ। ਉਹ ਗੱਲ ਚੱਲ ਰਹੀ ਸੀ ਕਿ ਜੀ ਉੱਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਕਰਤਾ ਹੈ, ਇਹ ਤਾਂ ਕਰ ਹੀ ਨਹੀਂ, ਇਹ ਤਾਂ ਸੈਂਟਰ ਦਾ ਪ੍ਰੋਵੀਜ਼ਨ ਹੈ, ਆਰਟੀਕਲ 371 ਨੂੰ ਉਹ ਟੱਚ ਹੀ ਨਹੀਂ ਕਰ ਸਕਦੇ। ਉਹ ਤਾਂ ਜੋ ਹੋਏਗਾ ਉਹ ਸੁਪਰੀਮ ਕੋਰਟ 'ਚ ਜਾਏਗਾ ਹੀ, ਜੇ ਭਾਵੇਂ ਕਰ ਵੀ ਦਿੱਤਾ ਉੱਤਰਾਖੰਡ ਦੀ ਅਸੈਂਬਲੀ ਨੇ ਪਾਸ। ਉਹਨੇ ਕਿਹਾ ਜੀ ਸੁਪਰੀਮ ਕੋਰਟ ਬਹਿ ਜਾਏਗਾ ਉਹਦੇ ਤੇ, ਉਹ ਜਾਰੀ ਰਹੇਗਾ ਉਹਦੇ 'ਚ। ਕਸ਼ਮੀਰ ਦੀ ਆਰਟੀਕਲ 370 ਖਤਮ ਕੀਤਾ ਹੈ, 4 ਸਾਲ ਬਾਅਦ ਜਿਹੜਾ ਉਹ ਸੁਪਰੀਮ ਕੋਰਟ ਨੇ ਉਹਦੀ ਸੁਣਵਾਈ ਸ਼ੁਰੂ ਕੀਤੀ। ਬਾਅਦ ਦੇ ਵਿੱਚ ਉਹ ਜਿਹੜਾ ਉਹਨੂੰ ਉਡਾਣ ਦਾ ਜੋ ਸਰਕਾਰ ਦਾ ਫੈਸਲਾ ਸੀ ਉਹਦੇ ਹੱਕ 'ਚ ਫੈਸਲਾ ਦਿੱਤਾ। ਉਹਨੇ ਕਿਹਾ ਵੀ ਸੁਪਰੀਮ ਕੋਰਟ ਇਸ ਵੇਲੇ ਫੁੱਲੀ ਮਦਦ ਕਰ ਰਿਹਾ ਹਿੰਦੂ ਤਵੀਆਂ ਦੀ, ਉਹਨਾਂ ਦੀ ਪਾਲਿਸੀ ਨੂੰ ਹੀ ਲਾਗੂ ਕਰ ਰਿਹਾ। ਔਰ ਮੈਂ ਦੇਖ ਰਿਹਾ ਵੀ ਇੱਕ ਪਾਸੇ ਜਿੱਥੇ ਕੈਨੇਡਾ ਦੇ ਨਾਲ ਇਹ ਟੱਕਰ ਦਾ ਮਾਮਲਾ ਹੈ, ਉੱਥੇ ਇਹ ਜਦੋਂ ਅੱਜ ਇਹ ਖਬਰ ਆਉਂਦੀ ਹੈ ਕਿ ਸੁਪਰੀਮ ਕੋਰਟ ਡਿਨਾਈਜ਼ ਬੇਲ ਟੂ 6 ਫॉर ਜਸਟਿਸ ਮੈਂਬਰ ਇਨ UAPA ਕੇਸ, ਯੂਆਪਾ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਇਹ ਟੈਰਰਿਜ਼ਮ ਦਾ ਨਵਾਂ ਐਕਟ ਜਿਹੜਾ ਟਾਡਾ ਦਾ ਨਵਾਂ ਅਵਤਾਰ ਹੈ। ਹੁਣ ਇਹ ਇੱਕ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ, ਜਦੋਂ ਕਿ ਇਹਨਾਂ ਨੇ ਕੁਝ ਸਮਾਂ ਪਹਿਲਾਂ ਅਕਤੂਬਰ ਜਿਹੜਾ ਹੈ ਉਹ 9 ਸਿੱਖ ਨੌਜਵਾਨ ਫੜੇ ਸੀ ਕਿ ਜੀ ਇਹ ਅੰਮ੍ਰਿਤਸਰ ਦੇ ਫਲਾਣੇ ਥਾਂ ਤੇ ਇਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਜਾਂ ਰੈਫਰੈਂਡਮ 2020 ਦੇ ਬੈਨਰ ਲਾ ਦਿੱਤੇ ਔਰ ਉਸ ਨੂੰ ਬੜੀ ਖਤਰਨਾਕ ਸਾਜ਼ਿਸ਼ ਔਰ ਉਹਦੇ ਨਾਲ ਜੋੜਿਆ। ਔਰ ਪੰਜਾਬ ਹਾਈ ਕੋਰਟ ਨੇ ਉਹਨਾਂ ਨੂੰ ਗੁਰਵਿੰਦਰ ਸਿੰਘ ਦੇ ਕੇਸ ਦੇ ਵਿੱਚ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਸੀ। ਹੁਣ ਉਸ ਕੇਸ ਦੀ ਅਪੀਲ ਸੁਪਰੀਮ ਕੋਰਟ ਦੇ ਕੋਲ ਸੀ ਔਰ ਐਨ ਜਦੋਂ ਇਹ ਟਿਫ ਚੱਲ ਰਹੀ ਹੈ, ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਇਆ ਔਰ PTI ਨੇ, ਹਾਲਾਂਕਿ ਕਿੰਨਿਆਂ ਦੀਆਂ ਬੇਲ ਸੁਪਰੀਮ ਕੋਰਟ ਡਿਨਾਈ ਕਰਦਾ, ਲੇਕਿਨ ਉਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਵੀ ਛਿੜਕਣਾ ਚਾਹੁੰਦੇ ਨੇ, ਦੱਸਣਾ ਚਾਹੁੰਦੇ ਨੇ ਕਿ ਭਾਈ ਇਸ ਜੁਡੀਸ਼ਰੀ 'ਚੋਂ ਤੁਹਾਡੇ ਲਈ ਕੋਈ ਇਨਸਾਫ ਨਹੀਂ ਨਿਕਲਣਾ। ਔਰ ਇਹ ਉਹਦੇ 'ਚ ਸੁਪਰੀਮ ਕੋਰਟ ਦਾ ਬੈਂਚ ਹੈ 2 ਜੱਜਾਂ ਦਾ, MM ਜਿਹੜਾ ਸੰਦਰੇਸ਼ ਤੇ ਅਰਵਿੰਦ ਕੁਮਾਰ। ਉਹ ਇਹ ਕਹਿੰਦੇ ਨੇ ਵੀ ਆਰ ਆਫ ਦਾ ਕੰਸੀਡਰਡ ਵਿਊ that the material on record prima facie indicates the complicity of the accused as a part of the conspiracy since he was knowingly facilitating the commission of a preparatory act towards the ਉਹੀ technical language। ਹਾਲਾਂਕਿ ਨਾ ਉਹਦੀ ਕੋਈ ਕਨਫੈਸ਼ਨਲ ਸਟੇਟਮੈਂਟ ਹੈ, ਨਾ ਕੋਈ ਸਬੂਤ ਨੇ, ਕਿਸੇ ਹੋਰ ਦੀ ਸਟੇਟਮੈਂਟ ਦੇ ਨਾਲ ਜੋੜ ਕੇ ਜੀ ਉਹਨੇ ਇਹ ਕਿਹਾ ਕਿ ਜੀ ਇਵੇਂ ਕਰ ਰਹੇ ਸੀ, ਕਸ਼ਮੀਰ 'ਚੋਂ ਉਹਨਾਂ ਨੇ ਅਸਲਾ ਖਰੀਦਣਾ ਸੀ, ਫਿਰ ਇਹ ਕਰਨਾ ਸੀ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਇਹ ਸਾਰਾ ਪਾਰਟ ਵੀ ਨਾਲ ਚੱਲ ਰਿਹਾ। ਉੱਥੇ ਦਮਨ ਦੀ ਚੱਕੀ ਪੂਰੀ ਤੇਜ਼ੀ ਦੇ ਨਾਲ ਘੁੰਮ ਰਹੀ ਹੈ ਔਰ ਇੰਟਰਨੈਸ਼ਨਲੀ ਜਿਹੜਾ ਹੈ ਉਹ ਕੈਨੇਡਾ ਨੂੰ ਜਿਹੜਾ ਹੈ ਉਹ ਇੰਡੀਆ ਡਾਂਟ ਰਿਹਾ ਕਿ ਜੀ ਤੁਸੀਂ ਜਿਹੜਾ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਹੋ। ਸੋ ਜਦੋਂ ਇਸ ਕਿਸਮ ਦਾ, ਇਸ ਨੂੰ ਹੀ ਕਹਿੰਦੇ ਨੇ ਕਿ ਬਈ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲੋ। ਜਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਤੇ ਜੇ ਕੂੜ ਹੈ ਪ੍ਰਧਾਨ ਤੇ ਤੁਸੀਂ ਆਪਣਾ ਇਨਸਿਗਨੀਆ ਕਰ ਦਿਓ ਸਤਿਅਮੇਵ ਜਯਤੇ, ਕਿ ਸੱਤ ਦੀ ਜਿੱਤ ਹੁੰਦੀ ਹੈ। ਇਹ ਵਰਤਾਰਾ ਉੱਥੇ ਵਾਪਰ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-377 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ
ਧੋਖੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭੂਟਾਨ, ਮਾਲਦੀਵਜ਼ ਅਤੇ ਬੰਗਲਾਦੇਸ਼ ਤੋਂ ਬਾਅਦ ਹੁਣ ਮਿਆਂਮਾਰ ਨਾਲੋਂ ਵੀ ਭਾਰਤ ਦਾ ਸੰਪਰਕ ਟੁੱਟਦਾ ਜਾਪਦਾ ਹੈ। ਇਹੀ ਕਾਰਨ ਹੈ ਕਿ ਭਾਰਤ ਨੇ ਮਿਆਂਮਾਰ ਨਾਲ ਲੱਗਦੇ ਆਪਣੇ ਬਾਰਡਰ ਤੇ ਤਾਰ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਸਭ ਦੀ ਹਕੀਕਤ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਜਦੋਂ ਅਸੀਂ ਕੱਲ ਵੀ ਜ਼ਿਕਰ ਕੀਤਾ ਔਰ ਲਗਾਤਾਰਤਾ ਦੇ ਨਾਲ, ਕੱਲ ਤਾਂ ਸੀ ਕਿ ਵੀ ਜਿਹੜਾ ਨਾਰਥ ਔਰ ਸਾਊਥ ਦਾ ਡਿਵਾਈਡ ਹੈ ਕਿ ਕਿਵੇਂ ਸਾਊਥ ਦੀਆਂ, ਭਾਰਤ ਦੇ ਦੱਖਣ ਦੀਆਂ 5 ਸਟੇਟਾਂ ਜਿਨ੍ਹਾਂ ਵੱਲੋਂ ਜੰਤਰ ਮੰਤਰ ਦੇ ਉੱਤੇ ਕਰਨਾਟਕਾ ਦਾ ਚੀਫ ਮਿਨਿਸਟਰ ਸਿੱਧਾ ਰਮਈਆ ਬੈਠਾ ਧਰਨਾ ਦੇ ਕੇ ਔਰ ਬਾਕੀ ਉਹਨੂੰ ਜੁਆਇਨ ਕਰ ਰਹੇ ਨੇ। ਅੱਛਾ। ਲੇਕਿਨ ਉਦੋਂ ਔਰ ਆਲਰੇਡੀ ਗੁਆਂਢੀ ਮੁਲਕਾਂ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਪਾਕਿਸਤਾਨ ਨਾਲ ਤਾਂ ਸਾਰੇ ਉਹਨਾਂ ਦਾ ਹਾਈ ਕਮਿਸ਼ਨ ਲੈਵਲ ਦਾ ਜਿਹੜਾ ਹੈ ਡਿਪਲੋਮੈਟਿਕ ਸੰਪਰਕ ਉਹ ਵੀ ਜਿਹੜਾ ਥੱਲੜੇ ਦਰਜੇ ਤੇ ਆਇਆ ਹੋਇਆ, ਚਾਰਜ ਡੀ ਅਫੇਅਰ ਦੇ, ਟ੍ਰੇਡ ਵੀ ਸਸਪੈਂਡ ਹੈ ਔਰ ਅਦਰਵਾਈਜ਼ ਵੀ ਕੋਈ ਕਮਿਊਨੀਕੇਸ਼ਨ ਨਹੀਂ ਹੈ। ਇਹੀ ਅਸੀਂ ਜ਼ਿਕਰ ਕਰਦੇ ਹਾਂ ਵੀ ਕਿਵੇਂ ਭੂਟਾਨ ਭਾਰਤ ਦੇ ਦਾਇਰੇ ਚੋਂ ਨਿਕਲ ਕੇ ਚੀਨ ਨਾਲ ਉਹਨੇ ਆਪਣਾ ਬਾਰਡਰ ਡਿਸਪਿਊਟ ਸੈਟਲ ਕਰਨ ਦੀ ਨੈਗੋਸ਼ੀਏਸ਼ਨ ਖੋਲ੍ਹੀ ਹੋਈ ਹੈ। ਸ੍ਰੀਲੰਕਾ ਉਹ ਜਿਹੜਾ ਹੈ ਉਸਨੇ ਤਾਂ ਚਾਈਨਾ ਤੋਂ ਕਰਜ਼ ਵੀ ਲਿਆ ਹੋਇਆ ਹੈ ਔਰ ਇਸੇ ਤਰ੍ਹਾਂ ਮਾਲਦੀਵਸ ਜਿਹਦਾ ਜ਼ਿਕਰ ਅਸੀਂ ਕਰਾਂਗੇ, ਅੱਜ ਵੀ ਕਰਾਂਗੇ, ਔਰ ਉਸਨੇ ਉਹਨਾਂ ਦੇ ਇੰਡੀਆ ਦੇ ਮਿਲਟਰੀ ਪਰਸਨਲ ਵੀ ਬਾਹਰ ਕੱਢੇ ਔਰ ਕਿਵੇਂ ਮਾਲਦੀਵਸ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹਨੇ ਪੁਰਾਣੀ ਰਵਾਇਤ ਤੋੜ ਕੇ ਕਿ ਬਣਨ ਤੋਂ ਬਾਅਦ ਪਹਿਲਾਂ ਇੰਡੀਆ ਦਾ ਦੌਰਾ ਹੁੰਦਾ, ਉਹ ਟਰਕੀ ਗਿਆ, ਫਿਰ UAE ਗਿਆ, ਫਿਰ ਚਾਈਨਾ ਗਿਆ ਔਰ ਉਹ ਜਿੱਤਿਆ ਹੀ ਇੰਡੀਆ ਆਊਟ ਕੈਂਪੇਨ ਦੇ ਉੱਤੇ। ਨੇਪਾਲ ਬਿਲਕੁਲ ਜਿਹੜਾ ਕਿਸੇ ਜ਼ਮਾਨੇ 'ਚ ਇੱਕੋ ਇੱਕ ਹਿੰਦੂ ਨੇਸ਼ਨ ਦੇ ਤੌਰ ਤੇ ਜਿਹੜਾ UN ਦੇ ਵਿੱਚ ਰੈਕਗਨਾਈਜ਼ ਸੀ ਜਾਂ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਜੋ ਵੀ ਉਹਨਾਂ ਦੇ ਹੱਥੋਂ ਨਿਕਲ ਚੁੱਕਾ ਹੈ। ਔਰ ਜਦੋਂ ਵੀ ਰੋਹਿੰਗੀਆਂ ਦਾ ਜ਼ਿਕਰ ਹੁੰਦਾ ਕਿਉਂਕਿ ਰੋਹਿੰਗੀਆ ਮੁਸਲਮਾਨ ਜਿਹੜੇ ਬਰਮਾ ਜਿਹਦਾ ਪੁਰਾਣਾ ਨਾਂ ਸੀ ਔਰ ਇਹ ਉਹੀ ਜਿਹੜਾ ਬਰਮਾ ਹੋਏ, ਸ੍ਰੀਲੰਕਾ ਹੋਏ, ਇਹਨਾਂ ਨੂੰ ਵੀ ਆਜ਼ਾਦੀ ਜਿਹੜੀ ਆ ਆਲਮੋਸਟ ਉਹ 46-48 ਦੌਰ 'ਚ ਹੀ ਦਿੱਤੀ ਗਈ। ਬਰਮਾ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 1946 'ਚ ਜਾਂ 1948 'ਚ ਫ੍ਰੀ ਹੋਇਆ, ਇਸੇ ਤਰ੍ਹਾਂ ਸ੍ਰੀਲੰਕਾ ਵੀ ਹੋਇਆ। ਸੋ ਇਸ ਸਾਰੇ ਦੇ ਔਰ ਬਰਮਾ ਦਾ ਨਾਂ ਓਵਰ ਏ ਪੀਰੀਅਡ ਆਫ ਟਾਈਮ ਬਦਲ ਕੇ ਹੁਣ ਅਸੀਂ ਜਦੋਂ ਮਿਆਂਮਾਰ ਕਹਿੰਦੇ ਹਾਂ ਤੇ ਇਹ ਪੁਰਾਣਾ ਨਾਂ ਬਰਮਾ ਦਾ ਹੈ ਔਰ ਉੱਥੇ ਕਿਉਂਕਿ ਗੈਸ ਜ਼ਮੀਨ ਦੇ ਥੱਲਿਓਂ ਸੀ, ਜਿਨ੍ਹਾਂ ਨੂੰ ਯਾਦ ਹੋਇਆ ਕਿ ਬਰਮਾ ਸ਼ੈਲ
ਉੱਥੇ ਗੈਸ ਦੇ ਸਟੇਸ਼ਨਾਂ ਨੂੰ ਕਹਿੰਦੇ ਸੀ, ਹੁਣ ਇੱਥੇ ਇਕੱਲਾ ਸ਼ੈਲ ਕਹਿੰਦੇ ਨੇ। ਸੋ ਉਹ ਕਿਉਂਕਿ ਬਰਮਾ ਚੋਂ ਨਿਕਲੀ ਸੀ ਔਰ ਉਹਦੇ ਨਾਲ ਹੀ ਉਹਦਾ ਜੁੜਿਆ ਹੋਇਆ, ਸੋ ਉਹਨਾਂ ਨੇ ਆਪਣਾ ਓਰੀਜਨਲ ਨਾਮ ਬਰਮਾ ਤੋਂ ਨੂੰ ਜਿਹੜਾ ਹੈ ਉਹ ਮਿਆਂਮਾਰ ਦੇ ਰੂਪ ਦੇ ਵਿੱਚ ਰੱਖਿਆ ਜੀ। ਉੱਥੇ ਜਿਹੜੀ ਹੈ ਸ਼ੁਰੂ ਦੇ ਵਿੱਚ ਡੈਮੋਕ੍ਰੇਸੀ ਜਾਂ ਥੋੜੀ ਬਹੁਤ ਠੀਕ ਲਾਈਨ ਰਹੀ, ਪਰ ਹੌਲੀ ਹੌਲੀ ਜਿਹੜੀ ਹੈ ਉਹ ਮਿਲਟਰੀ ਜੁੰਟਾ ਜਿਹਨੂੰ ਅਸੀਂ ਕਹਿੰਦੇ ਹਾਂ ਉਹਨੇ ਟੇਕ ਓਵਰ ਕਰ ਲਿਆ। ਔਂਗ ਸੂ ਜਿਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਉਹ ਰਹੀ, ਲੇਕਿਨ ਫੌਜ ਦਾ ਇਸ ਵੇਲੇ ਕੰਟਰੋਲ ਹੈ। ਔਰ ਈਵਨ ਯੂਨਾਈਟਿਡ ਨੇਸ਼ਨਸ ਦੀਆਂ ਸੈਂਕਸ਼ਨਸ ਨੇ ਮਿਆਂਮਾਰ ਦੇ ਉੱਤੇ। ਚਾਈਨਾ ਦੇ ਨਾਲ ਉਹਦੇ ਕਾਫੀ ਵਾਰਮ ਸੰਬੰਧ ਨੇ ਕਿਉਂਕਿ ਬਾਰਡਰ ਵੀ ਲੱਗਦਾ ਚਾਈਨਾ ਦਾ। ਔਰ ਭਾਰਤ ਨੇ ਵੀ ਬੇਸ਼ੱਕ ਕੁਝ ਮਾਮਲਿਆਂ ਦੇ ਵਿੱਚ ਜਿਹੜਾ ਹੈ ਉਹ ਭਾਰਤ ਆਪਣੇ ਆਪ ਨੂੰ ਦੁਨੀਆ ਦੇ ਲੋਕਤੰਤਰਾਂ ਜਾਂ ਡੈਮੋਕ੍ਰੇਸੀ ਦਾ ਹਮਾਇਤੀ ਕਹਿੰਦਾ ਹੋਏ, ਲੇਕਿਨ ਜਿਵੇਂ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ਤੇ ਯੂਨਾਈਟਿਡ ਨੇਸ਼ਨਸ ਨੇ ਔਰ ਸਾਰਿਆਂ ਨੇ ਇੰਟਰਨੈਸ਼ਨਲ ਹੋਰ ਬਾਡੀਜ਼ ਨੇ ਵੀ, ਯੂਰਪੀਅਨ ਪਾਰਲੀਮੈਂਟ ਨੇ ਮਿਆਂਮਾਰ ਦੇ ਮਿਲਟਰੀ ਜੁੰਟਾ ਨੂੰ ਦੋਸ਼ੀ ਦੱਸਿਆ ਹੋਇਆ ਹੈ ਕਿ ਉਹ ਜੈਨੋਸਾਈਡ ਕਰ ਰਿਹਾ। ਰੋਹਿੰਗਿਆ ਜਿਹੜੇ ਮੁਸਲਮਾਨ ਨੇ, ਬੰਗਲਾਦੇਸ਼ੀ ਮੂਲ ਦੇ ਨੇ, ਸਦੀਆਂ ਤੋਂ ਉੱਥੇ ਰਹਿੰਦੇ ਨੇ ਔਰ ਉਹਨਾਂ ਦੇ ਉੱਤੇ ਭਾਰੀ ਜ਼ੁਲਮ ਹੋ ਰਹੇ ਨੇ। ਰੋਹਿੰਗਿਆ ਮੁਸਲਮਾਨ ਵੱਡੀ ਗਿਣਤੀ 'ਚ ਪਲਾਇਨ ਕਰਕੇ, ਮਾਈਗ੍ਰੇਟ ਕਰਕੇ ਜਾਂ ਸ੍ਰੀਲੰਕਾ 'ਚ ਨੇ, ਕੁਝ ਭਾਰਤ 'ਚ ਵੀ ਆਏ, ਜਿਹਦੇ ਨਾਲ ਬਹੁਤ ਬਦਸਲੂਕੀ ਕੀਤੀ ਜਾਂਦੀ ਔਰ ਉਹਨਾਂ ਨੂੰ ਦਹਿਸ਼ਤਗਰਦ ਕਿਹਾ ਜਾਂਦਾ। ਔਰ ਭਾਰਤ ਨੇ ਕਦੇ ਵੀ ਮਿਆਂਮਾਰ ਦੇ ਫੌਜੀ ਜੰਟਾ ਦੇ ਖਿਲਾਫ UN ਜਾਂ ਦੂਜੇ 'ਚ ਵੋਟ ਨਹੀਂ ਕੀਤਾ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ਤੇ, ਕਿਉਂਕਿ ਭਾਰਤ ਨੇ ਜਿੱਥੇ ਪਾਕਿਸਤਾਨ ਨਾਲ ਲੱਗਦੀ ਆਪਣੀ ਸਰਹੱਦ, ਖਾਸ ਤੌਰ ਤੇ ਵਾਘਾ ਤੋਂ ਹੁਸੈਨੀਵਾੜਾ ਤੱਕ, ਉਸ ਦੀ ਵਾਇਰਿੰਗ ਕੀਤੀ ਹੈ। ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਨੂੰ ਵੀ ਉਹਨੇ ਸਟ੍ਰਿਕਟਲੀ ਗਾਰਡ ਕੀਤਾ। ਔਰ ਮਿਆਂਮਾਰ ਦੇ ਨਾਲ ਭਾਰਤ ਦੀ ਆਲਮੋਸਟ 1643 ਕਿਲੋਮੀਟਰ ਦਾ ਬਾਰਡਰ ਹੈ, ਕਿਉਂਕਿ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਇਹੀ ਕਾਰਨ ਹੈ ਕਿ ਜਿਹੜੇ ਉੱਥੋਂ ਰੋਹਿੰਗਿਆ ਵੀ ਨਿਕਲੇ, ਕੁਝ ਭਾਰਤ ਆਏ ਜਾਂ ਉਸ ਰਸਤੇ ਰਾਹੀਂ ਕਈ ਵਾਰ ਉਹ ਬੰਗਲਾਦੇਸ਼ ਵੱਲ, ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਪਲਾਇਨ ਹੈ ਬਿਲਕੁਲ ਉਹ ਬੰਗਲਾਦੇਸ਼ 'ਚ ਹੈ। ਲੇਕਿਨ ਇਹ ਬਹੁਤ ਵੱਡਾ ਬਾਰਡਰ ਹੈ, 1643 ਕਿਲੋਮੀਟਰ। ਔਰ ਭਾਰਤ ਨੇ ਜਦੋਂ ਲੁੱਕ ਈਸਟ ਦਾ ਆਪਣਾ ਜਿਹੜਾ ਹੈ ਉਹ ਡ੍ਰੀਮ ਉਹਨੂੰ ਸੱਚ 'ਚ ਕਨਵਰਟ ਕਰਨਾ ਚਾਹਿਆ ਤੇ ਉਹਨਾਂ ਨੇ $500 ਮਿਲੀਅਨ ਦਾ ਇੱਕ ਪ੍ਰੋਜੈਕਟ, ਜਿਸ ਨੂੰ ਉਹਨਾਂ ਨੇ ਕਾਲਾਦਾਨ ਪ੍ਰੋਜੈਕਟ ਦਾ ਨਾਂ ਦਿੱਤਾ। ਔਰ ਇਹ ਜਿਹੜੀ ਹੈ ਇਸ ਨੇ ਉਸ ਰੂਟ 'ਚੋਂ ਹੀ ਲੰਘਣਾ ਸੀ ਜਿਹਦੇ 'ਚ ਕਿ ਇੱਕ ਵੱਡਾ ਹਿੱਸਾ ਜਿਹੜਾ ਉਹ ਮਿਆਂਮਾਰ ਦਾ ਹੈ। ਔਰ ਹੁਣ ਜਿਹੜੀ ਉੱਥੇ ਤਬਦੀਲੀ ਹੋਈ, ਕਿਉਂਕਿ ਮੈਂ ਜਦੋਂ ਪਿਛਲੇ ਕੁਝ ਦਿਨ ਪਹਿਲਾਂ ਹੀ ਜ਼ਿਕਰ ਵੀ ਕੀਤਾ ਸੀ ਮੈਂ ਪਾਸਿੰਗ ਰੈਫਰੈਂਸ ਕਿ ਅਮਿਤ ਸ਼ਾਹ ਨੇ ਅਚਾਨਕ ਕਿਹਾ ਕਿ ਜੀ ਅਸੀਂ ਜਿਹੜੀ ਮਿਆਂਮਾਰ ਦੇ ਨਾਲ ਲੱਗਦੀ ਸਾਡੀ ਸਰਹੱਦ ਹੈ ਔਰ ਉਹ ਸਰਹੱਦ ਜਿਹੜੀ ਹੈ 1643 ਕਿਲੋਮੀਟਰ ਹੈ, ਉਸ ਦੇ ਉੱਤੇ ਅਸੀਂ ਤਾਰ ਲਾਵਾਂਗੇ। ਤਾਂ ਮੈਨੂੰ ਲੱਗਾ ਕਿ ਵੀ ਇਹ ਤਾਂ ਲੁੱਕ ਈਸਟ ਦੇ ਥੱਲੇ ਮਿਆਂਮਾਰ ਰਾਹੀਂ ਇਹ ਆਪਣਾ ਜਿਹੜਾ ਉਹ ਦੂਸਰੇ ਮੁਲਕਾਂ ਵੱਲ ਜਾਣ ਵਾਲਾ ਇਕਨੋਮਿਕਲ ਕੋਰੀਡੋਰ ਬਣਾ ਰਹੇ ਸੀ। ਔਰ ਇੰਡੀਆ ਨੇ $500 ਮਿਲੀਅਨ ਦੇ ਇਸ ਪ੍ਰੋਜੈਕਟ ਨੂੰ, ਜਿਸ ਨੂੰ ਕਾਲਾਦਾਨ ਪ੍ਰੋਜੈਕਟ ਕਿਹਾ ਗਿਆ ਸੀ, ਉਹ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਕਿ ਜੀ ਜੇ ਇਧਰੋਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਬਣਾ ਕੇ ਇਧਰ ਨੂੰ ਜਾ ਰਿਹਾ ਤੇ ਅਸੀਂ ਮਿਆਂਮਾਰ ਰਾਹੀਂ ਇਹ ਕਾਲਾਦਾਨ ਪ੍ਰੋਜੈਕਟ ਦੇ ਰਾਹੀਂ ਫਲਾਣੇ ਈਸਟ ਦੇ ਥਾਈਲੈਂਡ ਔਰ ਦੂਜੇ ਤੀਜੇ ਮੁਲਕਾਂ ਦੇ ਨਾਲ ਵਪਾਰ ਕਰਾਂਗੇ ਔਰ ਉਹਨੂੰ ਖੋਲਾਂਗੇ। ਵੀ ਅਚਾਨਕ ਕੀ ਹੋਇਆ। ਔਰ ਹੁਣ ਇਸ ਗੱਲ ਦੀ ਸਮਝ ਆਈ। ਅੱਜ ਇੱਕ ਪ੍ਰੋਮਿਨੈਂਟ ਸਟੋਰੀ ਔਰ ਇਹ ਮਿਸਟਰ ਕਲੋਲ ਭੱਟਾਚਾਰ ਜੀ ਦਾ ਇੱਕ ਆਰਟੀਕਲ ਹੈ, ਉਹਨੂੰ ਵੀ ਮੈਂ ਡਿਸਕਸ ਕਰਾਂਗਾ। ਪਰ ਨਾਲ ਦੀ ਨਾਲ ਜਦੋਂ ਇਹ ਆਇਆ 2 ਦਿਨ ਪਹਿਲੇ ਹੀ ਕਿ ਇੰਡੀਆ ਸਸਪੈਂਡਸ ਫ੍ਰੀ ਮੂਵਮੈਂਟ ਰਜੀਮ ਵਿਦ ਮਿਆਂਮਾਰ, ਕਿਉਂਕਿ ਮਿਆਂਮਾਰ ਨਾਲ ਜਦੋਂ ਹੁਣ ਇਹ ਕਾਲਾਦਾਨ ਪ੍ਰੋਜੈਕਟ ਬਾਰੇ ਇਹਨਾਂ ਨੇ ਸਮਝੌਤਾ ਕੀਤਾ ਸੀ ਤੇ ਇਹ ਸੀ ਕਿ ਵੀ ਇਹ ਅਸੀਂ ਸਾਡਾ ਬਾਰਡਰ ਪੋਰਸ ਹੈ ਔਰ ਕੁਝ ਕਬੀਲੇ ਜਿਹੜੇ ਨੇ ਉਹ ਮਨੀਪੁਰ ਦੇ ਹੋਣ, ਨਾਗਿਆਂ ਦੇ ਹੋਣ, ਮੀਜ਼ੋਆਂ ਦੇ ਹੋਣ ਔਰ ਮੋਰ ਦੈਨ 100 ਕਬੀਲੇ ਨੇ ਨਾਰਥ ਈਸਟ ਦੇ, ਉਹ ਸਾਰੇ ਹੀ ਉਹਨਾਂ ਦਾ ਜੰਗਲਾਂ ਦੇ ਵਾਸੀ ਇੱਧਰ ਉੱਧਰ ਆਉਂਦੇ ਜਾਂਦੇ ਰਹਿੰਦੇ ਨੇ ਕਿ ਵੀ ਇਹਨੂੰ ਅਸੀਂ ਆਣ ਜਾਣ ਰਹੇਗਾ ਇਸ ਬਾਰਡਰ ਦੇ ਉੱਤੇ, ਥੋੜੀ ਬਹੁਤ ਗਾਰਡ ਕੀਤਾ ਹੈ। ਲੇਕਿਨ ਅਚਾਨਕ ਇੰਡੀਆ ਨੇ ਇੱਕ ਤਰਫਾ ਇਸ ਫ੍ਰੀ ਮੂਵਮੈਂਟ ਰਜੀਮ ਨੂੰ ਜਿਹੜਾ ਉਹ ਖਾਰਿਜ ਕੀਤਾ ਔਰ ਉਹਨਾਂ ਨੇ ਕਿਹਾ ਕਿ ਯੂਨੀਅਨ ਹੋਮ ਮਿਨਿਸਟਰ ਅਮਿਤ ਸ਼ਾਹ said on February 8th that government has decided to scrap the free movement regime along Myanmar border to ensure the internal security of the country and to maintain the demographic structure of India's northeastern states। ਕਿ ਵੀ ਜਿਹੜਾ ਤੁਸੀਂ ਉਹਨਾਂ ਦੇ ਨਾਲ ਸਮਝੌਤਾ ਕਰਕੇ ਉਹਨਾਂ ਦੀ ਹਮਾਇਤ ਕਰਦੇ ਰਹੇ ਹੋ, ਰੋਹਿੰਗਿਆ ਮੁਸਲਮਾਨਾਂ ਨੂੰ ਤੁਸੀਂ
ਜਿਹੜਾ ਉਹ ਦਹਿਸ਼ਤਗਰਦ ਦੱਸਦੇ ਰਹੇ ਹੋ। ਅਚਾਨਕ ਇਸ ਦਾ ਕੀ ਕਾਰਨ? ਫਿਰ ਉਹਨੇ ਕਿਹਾ ਜੀ ਅਸੀਂ ਇਹ ਸਾਡੀ ਮਿਨਿਸਟਰੀ ਨੇ ਡਿਸਾਈਡ ਕੀਤਾ ਕਿ ਅਸੀਂ ਜਿਹੜਾ ਸਾਡਾ ਮਿਆਂਮਾਰ ਦੇ ਨਾਲ ਸਮਝੌਤਾ ਸੀ ਫ੍ਰੀ ਮੂਵਮੈਂਟ ਰਜੀਮ ਦਾ, ਉਹ ਸਕ੍ਰੈਪ ਕਰ ਰਹੇ ਹਾਂ। ਇੰਟਰਨਲ ਸਿਕਿਉਰਿਟੀ ਸਾਡੀ ਬਹੁਤ ਇੰਪੋਰਟੈਂਟ ਹੈ, ਔਰ ਇਹ ਜਿਹੜਾ ਪਹਿਲਾਂ ਸੀ ਇਹ ਫ੍ਰੀ ਮੂਵਮੈਂਟ ਸਮਝੌਤਾ ਹੈ, ਉਹਦੇ ਥੱਲੇ ਐਨੀ ਮੈਂਬਰ ਆਫ ਅ ਹਿਲ ਟਰਾਈਬ who is a citizen of either India or Myanmar and who resides within 16 kilometers of the border on either side can cross on the production of a border pass, usually valid for a year, and can stay up to 2 weeks per visit. ਇਹ ਹੈ ਪੋਰਸ ਬਾਰਡਰ ਦਾ। ਜਿਵੇਂ ਹੁਣ ਅਸੀਂ ਅਮਰੀਕਾ ਕੈਨੇਡਾ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ, ਇਵੇਂ ਹੀ ਭਾਰਤ ਔਰ ਮਿਆਂਮਾਰ ਦੀ ਰਿਲੇਸ਼ਨਸ਼ਿਪ ਸੀ, ਕਿਉਂਕਿ ਕਬੀਲਿਆਂ ਦਾ ਥਾਂ ਇੱਧਰ ਵੀ ਹੈ ਉੱਧਰ ਵੀ ਹੈ, ਅੱਧਾ ਕਬੀਲਾ ਇੱਧਰ ਹੈ ਅੱਧਾ ਉੱਧਰ ਹੈ। ਤੇ ਇਸ ਸਮਝੌਤੇ ਦੇ ਤਹਿਤ ਜਿਹੜਾ ਇੰਡੀਆ ਨੇ ਮਿਆਂਮਾਰ ਨਾਲ ਸਾਈਨ ਕੀਤਾ ਸੀ ਕਿ 16 ਕਿਲੋਮੀਟਰ ਦੇ ਉਸ ਏਰੀਏ ਦੇ ਵਿੱਚ ਉਹਨਾਂ ਦੇ ਕੋਲ ਇੱਕ ਪਾਸ ਹੁੰਦਾ ਸੀ, ਬਾਰਡਰ ਪਾਸ, ਜਿਹੜਾ 1 ਸਾਲ ਦੇ ਲਈ ਵੈਲਿਡ ਸੀ, ਔਰ ਉਹ 2 ਹਫ਼ਤੇ ਰਹਿ ਸਕਦੇ ਸੀ ਕਿਤੇ ਵੀ, ਉਹਨਾਂ ਨੂੰ ਕੋਈ ਹੋਰ ਪਾਬੰਦੀ ਨਹੀਂ ਸੀ। ਪਰ ਹੁਣ ਅਚਾਨਕ ਉਹਨਾਂ ਨੇ ਇਹ ਕਿਹਾ ਜੀ ਅਸੀਂ ਇਸ ਸਮਝੌਤੇ ਨੂੰ ਜਿਹੜਾ ਉਹ ਖਾਰਜ ਕਰ ਰਹੇ ਹਾਂ ਔਰ ਅਸੀਂ ਜਿਹੜੀ ਹੈ ਤਾਰ ਲਾਵਾਂਗੇ। ਹੁਣ ਇਹ ਸਮਝਣ ਦੇ ਲਈ ਵੀ ਅਚਾਨਕ ਐਸਾ ਕੀ ਹੋਇਆ, ਜਦੋਂ ਮੈਂ ਇਹ ਮਿਸਟਰ ਕੈਲੋਲ ਭੱਟਾਚਾਰ ਜੀ ਦੀ ਸਟੋਰੀ ਦੇਖੀ ਤਾਂ ਮੈਨੂੰ ਸਮਝ ਆਇਆ ਕਿ ਵੀ, ਔਰ ਤੁਹਾਨੂੰ ਇਹ ਜਿਹੜੀਆਂ ਅਸੀਂ ਗੱਲਾਂ ਇੱਥੇ ਬੈਠ ਕੇ ਜਾਂ ਥੈਂਕਸ ਟੂ ਥੋੜੇ ਬਹੁਤ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਨੇ ਜਿਹੜੇ ਬਾਰਡਰਸ ਦੇ ਉੱਤੇ ਅੱਖ ਰੱਖਦੇ ਨੇ, ਤੁਹਾਨੂੰ ਇੰਡੀਅਨ ਮੀਡੀਆ ਤੇ ਕਿਤੇ ਨਜ਼ਰ ਹੀ ਨਹੀਂ ਆਉਂਦਾ, ਤੇ ਆਪਣਿਆਂ ਦਾ ਵੀ ਬਹੁਤਿਆਂ ਦੇ ਉੱਤੋਂ ਦੀ ਗੱਲ ਲੰਘ ਜਾਂਦੀ ਹੈ, ਉਹਨਾਂ ਦੇ ਸ਼ਾਇਦ ਦਿਲਚਸਪੀ ਦਾ ਵਾਇਸ ਨਹੀਂ ਹੈ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਜਦੋਂ ਅਸੀਂ ਕਹਿੰਦੇ ਹਾਂ ਵੀ ਕਲੈਪਸ ਹੁੰਦੀਆਂ ਨੇ ਸਰਕਾਰਾਂ ਜਾਂ ਰਜੀਮ ਜਾਂ ਐਮਪਾਇਰ ਜਾਂ ਸਿਸਟਮ, ਜਿਨ੍ਹਾਂ ਨੇ ਮੁਗਲਿਆ ਸਲਤਨਤ ਦਾ ਰਾਈਜ਼ ਔਰ ਫਾਲ ਦੇਖਿਆ। ਜੇ 10ਵੇਂ ਪਾਤਸ਼ਾਹ ਨੇ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ, ਜਿਹੜੀ 1704 1705 ਚ ਸੀ, ਪਰ ਅਸੀਂ ਦੇਖਦੇ ਹਾਂ ਕਿ ਕਿੰਨੇ ਦਹਾਕੇ ਹੋਰ ਲੱਗੇ। ਲੇਕਿਨ ਉਸ ਦੇ ਨਾਲ ਹੀ ਸਾਨੂੰ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕ ਇੱਕ ਕਰਕੇ ਦੱਖਣ ਚੋਂ ਕਿਵੇਂ ਇਹ ਚੈਲੰਜ ਹੋਇਆ, ਉਹਨਾਂ ਦੀ ਰਿਟ ਘਟਣੀ ਸ਼ੁਰੂ ਹੋਈ ਰਾਜਸਥਾਨ ਦੇ ਵਿੱਚ, ਜਾਂ ਕਿਵੇਂ ਭਰਤਪੁਰ ਦੇ ਜਾਟ ਖਲੋ ਗਏ, ਰੋਹੇਲੇ ਖਲੋਤੇ, ਦੂਸਰੇ ਹੋਏ, ਔਰ ਹੌਲੀ 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 ਜਦੋਂ 4 ਚਫੇਰੇ ਬਗਾਵਤਾਂ ਸ਼ੁਰੂ ਹੋਈਆਂ ਤੇ ਫਿਰ ਸਿੱਖ ਪਾਵਰ ਨੇ ਨਾਰਥ ਦੇ ਵਿੱਚ ਉਹਨਾਂ ਨੂੰ ਸਾਫ਼ ਕਰਕੇ ਦਰਾ ਖੈਬਰ ਤੋਂ ਜਮਨਾ ਤੱਕ ਜਿਹੜਾ ਉਹ ਆਪਣਾ ਰਾਜ ਬਣਾਇਆ। ਸਾਊਥ ਦੇ ਵਿੱਚ ਮਰਾਠਾ ਐਮਪਾਇਰ ਖੜਾ ਹੋਇਆ। ਇਸੇ ਤਰ੍ਹਾਂ ਹੋਰ ਜਿਵੇਂ ਟੀਪੂ ਸੁਲਤਾਨ ਹੈਦਰ ਅਲੀ ਨੇ ਜਿਹੜਾ ਹੈਦਰਾਬਾਦ, ਔਰ ਉਹ ਸਾਰਿਆਂ ਨੂੰ। ਸੋ ਇਹ ਇਵੇਂ ਹੀ ਹੁੰਦਾ ਜਦੋਂ ਤੁਸੀਂ ਦੇਖ ਰਹੇ ਹੁੰਦੇ ਹੋ ਕਿ ਜਦੋਂ ਅਸੀਂ ਇਹ ਲਫ਼ਜ਼ ਕਰੈਕ ਡਿਵੈਲਪ ਦੀ ਗੱਲ ਕਰਦੇ ਕਿ ਇੱਕ ਇੱਕ ਕਰਕੇ ਹੁਣ ਬਾਕੀ ਗਵਾਂਢੀ ਜੇ, ਔਰ ਹਮੇਸ਼ਾ ਜਿਹੜਾ ਕਮਜ਼ੋਰ ਹੈ ਉਦੋਂ ਹੀ ਤਾਕਤਵਰ ਦਾ ਸਾਥ ਛੱਡਦਾ ਜਦੋਂ ਉਹਨੂੰ ਲੱਗਦਾ ਵੀ ਇਹਦੇ ਪੱਲੇ ਹੁਣ ਕੁਝ ਨਹੀਂ ਹੈ, ਵੀ ਇਹ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਜੇ ਹੁਣ ਭੂਟਾਨ ਜਿਹੜਾ ਇੰਡੀਆ ਤੋਂ ਨਿਕਲ ਕੇ ਚੀਨ ਦੀ ਸ਼ੈਲਟਰ ਚਲਾ ਗਿਆ, ਨੇਪਾਲ ਇੰਡੀਆ ਦੇ ਜੋ ਨਿਕਲ ਕੇ ਚੀਨ ਦੀ ਸ਼ਰਨ ਚਲਾ ਗਿਆ, ਔਰ ਦੂਸਰਾ ਔਰ ਈਵਨ ਛੋਟੇ ਜਿਹੇ ਸ੍ਰੀਲੰਕਾ ਔਰ ਬੰਗਲਾਦੇਸ਼, ਭਾਵੇਂ ਬੰਗਲਾਦੇਸ਼ 'ਚ ਰਾਹ ਨੇ ਸ਼ੇਖ ਹਸੀਨਾ ਨੂੰ ਖੜਾ ਕੀਤਾ ਦੁਬਾਰਾ ਚੋਣਾਂ ਜਿੱਤ ਕੇ। ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਕਿਸ ਬ੍ਰੌਡ ਲੈਵਲ ਦੇ ਉੱਤੇ ਆਮ ਬੰਦੇ ਵੀ ਜਿਹੜੇ ਨੇ ਉਹ ਬਾਈਕਾਟ ਦੇ ਉੱਤੇ ਉਤਰੇ ਨੇ, ਵੀ ਚੁੱਕੋ ਸੁੱਟੋ ਇਹਨਾਂ ਦੀਆਂ ਚੀਜ਼ਾਂ ਸ਼ੈਲਫਾਂ ਤੋਂ ਚੁੱਕ ਕੇ ਬਾਹਰ, ਇੰਡੀਆ ਦੀਆਂ ਕੋਈ ਨਹੀਂ। ਲੋਕ ਵੀ ਕਹਿ ਰਹੇ ਨੇ ਅਸੀਂ ਨਹੀਂ ਖਰੀਦਣਾ। ਔਰ ਇਹ ਮਿਆਂਮਾਰ ਨਾਲ ਜਿਨ੍ਹਾਂ ਨਾਲ ਇਹ ਸਮਝੌਤਾ ਕੀਤਾ ਹੋਇਆ ਫ੍ਰੀ ਮੂਵਮੈਂਟ ਦਾ 16 ਕਿਲੋਮੀਟਰ ਇਹ ਉਹ, ਆਲ ਆਫ ਏ ਸਡਨ ਸਕ੍ਰੈਪ ਕਰਨ ਦਾ ਕਾਰਨ ਇੰਡੀਆਜ਼ ਕਲਰਡਾਨ ਪ੍ਰੋਜੈਕਟ ਆਲਮੋਸਟ ਡੈਡ ਆਫਟਰ ਪਲੇਟਵਾ ਫੈਲ ਟੂ ਅਰਕਾਨ ਆਰਮੀ ਸੀਨੀਅਰ ਮਿਆਂਮਾਰ ਆਪੋਜੀਸ਼ਨ ਲੀਡਰ। ਹੁਣ ਮਿਆਂਮਾਰ 'ਚ ਕੀ ਚੱਲ ਰਿਹਾ ਹੈ? ਬੇਸ਼ੱਕ ਉੱਥੇ ਮਿਲਟਰੀ ਜੁੰਟ ਹੈ, ਪਰ ਇੱਕ ਜਿਹੜੀ ਉਹਨਾਂ ਦੀ ਅਰਾਕਾਨ ਕਰਕੇ ਉਹਨਾਂ ਦਾ ਇੱਕ ਪ੍ਰੋਵਿੰਸ ਹੈ ਜਿਸ ਦੇ ਵਿੱਚ ਬੁੱਧਿਸਟ ਵੀ ਨੇ, ਜਿਹਦੇ ਵਿੱਚ ਮੁਸਲਮਾਨ ਵੀ ਨੇ, ਕ੍ਰਿਸਚਨ ਵੀ ਨੇ। ਉਹਨਾਂ ਦੇ ਦਾ ਹਥਿਆਰਬੰਦ ਉਹਨਾਂ ਦੀ ਅਰਾਕਾਨ ਆਰਮੀ ਦੇ ਨਾਂ ਥੱਲੇ ਜਿਹੜਾ ਗਰੁੱਪ ਹੈ ਉਹ ਫੌਜ ਦੇ ਖਿਲਾਫ ਲੜ ਰਿਹਾ, ਔਰ ਉਹਨਾਂ ਨੇ ਜਿਹੜਾ ਬਾਰਡਰ ਇੰਡੀਆ ਦੇ ਨਾਲ ਲੱਗਦਾ ਹੈ ਉਸ ਦੇ ਜਿਹੜੇ ਕੀ ਸ਼ਹਿਰ ਨੇ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਹੋਇਆ। ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਨੇ ਇੱਕ ਕੀ ਸ਼ਹਿਰ ਕਾਬੂ ਕੀਤਾ, ਉਹਨਾਂ ਦੇ ਵਿੱਚ ਇਹ ਪਲੇਟਵਾ ਸ਼ਹਿਰ ਹੈ। ਹੁਣ ਉਹਦੇ ਤੇ ਉਹਨਾਂ ਨੇ ਧਾਵਾ ਬੋਲ ਕੇ ਉਹਦੇ ਤੇ ਕਬਜ਼ਾ ਕਰ ਲਿਆ। ਹੁਣ ਇਹ ਜਿਹੜਾ ਕਲਰਡਾਨ ਪ੍ਰੋਜੈਕਟ ਇੰਡੀਆ ਦਾ ਲੁੱਕ ਈਸਟ $500 ਮਿਲੀਅਨ ਦਾ ਸੀ, ਉਹਦੇ 'ਚ ਪਲੇਟਵਾ ਜਿਹੜਾ ਹੈ ਉਹ ਕੀ ਹੈ ਜਿੱਥੋਂ ਕਿ ਉਹ ਰੋਡ, ਰੇਲ ਔਰ ਪੋਰਟ ਤੱਕ ਗੱਲ ਜਾਣੀ ਸੀ। ਔਰ ਮੈਂ ਇਸ ਸਟੋਰੀ ਨੂੰ ਹੀ ਕੋਟ ਕਰਾਂ ਕਿ ਵਨ ਆਫ ਇੰਡੀਆਜ਼ ਫਲੈਗਸ਼ਿਪ
connectivity projects that was aimed at enhancing road and maritime connection with Southeast Asia has faced a definite setback after an important town in Myanmar was captured recently by a rebel group. A senior figure of Myanmar's opposition has stated, उन्होंने कहा Kaladan multi-modal transit transport project has almost died after the rebel Arakan army captured the Platwa township near Mizoram border in January. ਇਹ ਜਦੋਂ ਦਾ ਉਹਨਾਂ ਨੇ ਟਾਊਨ ਫੜਿਆ ਉਹਨਾਂ ਨੇ ਕਿਹਾ ਜੀ ਆ ਜਿਹੜਾ ਇੰਡੀਆ ਦਾ ਸਾਊਥ ਈਸਟ ਏਸ਼ੀਆ ਦੇ ਨਾਲ ਕਨੈਕਟੀਵਿਟੀ ਦਾ ਪ੍ਰੋਜੈਕਟ ਸੀ ਜਿਹੜਾ $500 ਮਿਲੀਅਨ ਦੇ ਨਾਲ ਉਹਨਾਂ ਨੇ ਸਿਰੇ ਚਾੜਨਾ ਸੀ, ਜਿਸ ਦੇ ਕੰਮ ਹੋ ਰਿਹਾ ਸੀ ਟਾਊਨ ਦੇ ਡਿੱਗਣ ਤੋਂ ਬਾਅਦ ਉਹਨਾਂ ਨੇ ਕਿਹਾ ਇਹ ਖਤਮ ਹੋ ਗਿਆ. There is no way that any connectivity project can take place in Rakhine state right now, as Arakan army has established control in almost all the major towns and supply routes. ਕਿ ਵੀ ਉਹਨਾਂ ਨੇ ਸਾਰੀਆਂ ਸਪਲਾਈ ਰੂਟਸ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਹੋਇਆ ਔਰ ਕੋਈ ਵੇ ਨਹੀਂ ਹੈ. ਔਰ ਇਹਦਾ ਮਤਲਬ ਹੈ ਕਿ ਐਜ਼ ਏ ਰਿਜ਼ਲਟ ਦਾ Kaladan project too has almost died, as Palatava is essential for this project and Palatava is no longer in control of the military junta. ਹੁਣ ਜਿਸ ਮਿਲਟਰੀ ਜੰਟਾ ਨੂੰ ਇਹ ਸਪੋਰਟ ਕਰ ਰਹੇ ਸੀ ਉਹ ਡਿਫੀਟ ਹੋ ਕੇ ਭੱਜ ਰਹੇ ਨੇ ਔਰ ਜਿਹੜੇ ਰਿਬੈਲ ਨੇ ਉਹ ਪ੍ਰੋ ਇੰਡੀਆ ਨਹੀਂ ਨੇ, ਉਹ ਆਪਣਾ ਉਹਨਾਂ ਨੇ ਔਰ ਇਹ ਇਹਨਾਂ ਦਾ ਕੰਮ ਸਮਾਪਤ. ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਵੀ ਈਵਨ ਮਿਆਂਮਾਰ ਵੀ ਜਿਹਦੀ ਮਿਲਟਰੀ ਜੰਟਾ ਦੇ ਨਾਲ ਰਲ ਕੇ ਰੋਹਿੰਗਿਆ ਮੁਸਲਮਾਨਾਂ ਦੀ ਪਰਸੀਕਿਊਸ਼ਨ ਹੋ ਰਹੀ ਸੀ, ਇਸ ਚੋਂ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਪਿਆ. ਹੁਣ ਇਹ ਤਾਰ ਲਾਉਣ ਤੱਕ ਆ ਗਏ ਨੇ. ਔਰ ਦੂਸਰੇ ਪਾਸੇ ਜਦੋਂ ਮਾਲਦੀਵਜ਼ ਨੇ ਇਹ ਕਿਹਾ ਕਿ ਜੀ ਇਹ ਇੰਡੀਆ ਜਿਹੜਾ ਹੈ ਉਹ ਇੰਡੀਆ ਆਊਟ ਦਾ ਕੈਂਪੇਨ ਮੋਤਜ਼ੂ ਨੇ ਲਾਇਆ ਤੇ ਉਸ ਤੋਂ ਬਾਅਦ ਮੋਦੀ ਪਹੁੰਚ ਗਿਆ ਲਕਸ਼ਦੀਪ ਕਿ ਜੀ ਅਸੀਂ ਔਰ ਬੜੇ ਬੜੇ ਐਕਟਰ ਵੀ ਪਤਾ ਨਹੀਂ ਕਿਹੜਾ ਖਾਨ ਤੇ ਕਿਹੜਾ ਫਲਾਣਾ ਉਹਨਾਂ ਨੇ ਵੀ ਅਮਿਤਾਭ ਬੱਚਨ ਕਿ ਜੀ ਅਸੀਂ ਨਹੀਂ ਜਾਣਾ ਮਾਲਦੀਵਜ਼ ਔਰ ਪੋਸਟਾਂ ਪਾਤੀਆਂ ਔਰ ਉਹਨਾਂ ਨੇ ਕਿਹਾ ਸੀ ਭੁੱਖੇ ਮਾਰ ਦਿਓ ਇਹਨਾਂ ਨੂੰ ਮਾਲਦੀਵਜ਼ ਨੂੰ, ਸਾਡਾ ਟੂਰਿਜ਼ਮ ਨਹੀਂ ਹੋਏਗਾ. ਔਰ ਉਹਨਾਂ ਨੇ ਮਾਲਦੀਵ ਇਹ ਜ਼ਾਹਰ ਹੈ ਵੀ ਇੰਡੀਆ ਤੋਂ ਸਭ ਤੋਂ ਜ਼ਿਆਦਾ ਉੱਥੇ ਜਾਂਦੇ ਨੇ ਔਰ ਉਹਨਾਂ ਦੀ ਇਕਨੋਮੀ ਦਾ ਇੱਕ ਵੱਡਾ ਹਿੱਸਾ ਟੂਰਿਜ਼ਮ ਨਾਲ ਜੁੜਿਆ ਹੋਇਆ. ਔਰ ਮੌਜੂਦ ਜਿਹੜਾ ਹੈ ਉਹ ਚੀਨ ਦੇ ਦੌਰੇ ਤੇ ਗਿਆ, ਉਹਨੇ ਚੀਨ ਦੇ ਲੋਕਾਂ ਨੂੰ ਕਿਹਾ ਜਾ ਕੇ ਕਿ ਜੀ ਦੇਖੋ ਇੰਡੀਆ ਐਵੇਂ ਕਰ ਰਿਹਾ ਔਰ ਤੁਸੀਂ ਵੱਧ ਗਿਣਤੀ ਚ ਆਓ. ਔਰ ਇਹ ਅਜੇ 3 ਮਹੀਨੇ ਨਹੀਂ ਬੀਤੇ ਹੈ ਇਸ ਗੱਲ ਨੂੰ, 2 ਮਹੀਨੇ ਦਾ ਜ਼ਿਕਰ ਹੈ. ਔਰ ਦਾ ਹਿੰਦੂ ਅਖਬਾਰ ਦੀ ਸਟੋਰੀ ਹੈ, ਵਿਦ ਚਾਈਨਾਜ਼ ਹੈਲਪ Maldives plans to lower dependence on India in tourism, trade and healthcare. China ने क्या कोई गल नहीं है. The Chinese make up for the minor reduction in Indian tourists in the Maldives following the diplomatic row between New Delhi and Mali. ਮਾਲੀ ਉਹਨਾਂ ਦੀ ਕੈਪੀਟਲ ਹੈ ਮਾਲਦੀਵਸ ਦੀ. ਉਹਨਾਂ ਨੇ ਕਿਹਾ ਵੀ ਚਾਈਨਾ ਜਿਹੜਾ ਉਹ ਜੰਪ ਇਨ ਕੀਤਾ ਔਰ ਇਹਨਾਂ 2 ਮਹੀਨਿਆਂ ਦੇ ਵਿੱਚ ਚਾਈਨੀਜ਼ ਟੂਰਿਸਟ ਜਿਹੜੇ ਨੇ ਉਹ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤੇ ਨੇ. ਔਰ ਉਹਨਾਂ ਨੇ ਕਿਹਾ ਜੀ ਇਹ 2 ਰੋ ਇਹਦੀਆਂ ਹੋਈਆਂ ਵੀ ਇੰਡੀਆ ਨੇ ਤਾਂ ਬਾਈਕਾਟ ਮਾਲਦੀਵਸ ਦਾ ਹੈਸ਼ਟੈਗ ਲਾ ਕੇ ਮੁਹਿੰਮ ਸ਼ੁਰੂ ਕੀਤੀ, ਪਰ ਇਸ ਦਾ ਫਾਇਦਾ ਇਹ ਹੋਇਆ ਕਿ ਉਹਨਾਂ ਨੇ ਪੂਰੇ ਚਾਰਟ ਬਣਾ ਕੇ ਦੱਸਿਆ ਕਿ ਭਾਈ ਇਹਦੇ ਨਾਲ ਜਿਹੜਾ ਇੰਡੀਅਨ ਟੂਰਿਸਟ ਭਾਵੇਂ ਥੋੜੇ ਜਿਹੇ ਮਾਰਜਨਲੀ ਘਟੇ, the number of Indians who visited archipelago dropped marginally from 21,460 to 16,895. ਇਹ 21,000 ਤੋਂ 16,895 ਪਿਛਲੇ ਸਾਲ ਨਾਲ ਕੰਪੈਰੀਜ਼ਨ. ਇਟ ਇਜ਼ ਇੰਪੋਰਟੈਂਟ ਟੂ ਨੋਟ ਕਿ ਵੀ ਇਹ ਜਿਹੜਾ ਇਸ ਦਾ ਓਵਰਆਲ ਇਹ ਨਤੀਜਾ ਹੋਇਆ ਕਿ ਥੋੜੇ ਬਹੁਤ ਰਸ਼ੀਅਨ ਟੂਰਿਸਟ ਵੀ ਘਟੇ 26,305 ਤੋਂ 22,277, but the decline in Indian visitor didn't have any impact on the overall number of tourists to Maldives. In fact, if the first 35 days of 2023 and 24 are compared, the number of tourists went up slightly from 1,97,252 to 2,22,502 tourists गए. This increase entirely due to the sudden surge in number of Chinese tourists from 6,563 to 25,303.
ਕਿ ਵੀ ਚੀਨੇ ਇੰਨੇ ਕੁ ਉੱਥੇ ਪਹੁੰਚ ਗਏ ਕਿ ਵੀ ਉਹ 6563 ਜੇ ਪਿਛਲੇ ਪੀਰੀਅਡ 'ਚ ਇਹਨਾਂ ਦਿਨਾਂ 'ਚ ਗਏ ਸੀ ਤਾਂ 25000 ਦੇਖੋ ਆਲਮੋਸਟ 4 ਗੁਣਾ। ਫਿਰ ਉਹਨਾਂ ਨੇ ਕਿਹਾ ਵੀ ਕੱਲਾ ਇਹੀ ਨਹੀਂ ਹੈ ਕਿ ਵੀ ਇਹ ਟੂਰਿਸਟਾਂ ਦਾ ਇਹ ਹੋਇਆ, ਟੂਰਿਜ਼ਮ ਇੰਡਸਟਰੀ ਦੇ ਨਾਲ ਮੈਡੀਕਲ ਟੂਰਿਸਟ ਕਿ ਹੁਣ ਮਾਲਦੀਵ ਦੇ ਜਿਹੜੇ ਪੇਸ਼ੈਂਟ ਨੇ ਉਹ ਇੰਡੀਆ 'ਚ ਆਉਂਦੇ ਸੀ ਟ੍ਰੀਟ ਕਰਨ ਲਈ, 20,000 ਤੋਂ 40,000 ਮੈਡੀਕਲ ਟੂਰਿਸਟ ਮਾਲਦੀਵ ਨੂੰ ਵਿਜ਼ਿਟ ਕਰਦੇ ਸੀ ਟ੍ਰੀਟਮੈਂਟ ਲਈ। ਹੁਣ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਕਿ ਵੀ ਅਸੀਂ ਨਵੀਂ ਆਪਣੀ ਹੈਲਥ ਇੰਸ਼ੋਰੈਂਸ ਸਕੀਮ ਕਰ ਰਹੇ ਹਾਂ ਔਰ UAE ਔਰ ਥਾਈਲੈਂਡ ਜਿਹੜੇ ਜਾਣਗੇ ਆਪਣੇ ਇਲਾਜ ਲਈ ਉਹਨਾਂ ਨੂੰ ਸਰਕਾਰ ਕੰਸੈਸ਼ਨ ਉਹਨਾਂ ਦੀ ਵਿਜ਼ਿਟ ਨੂੰ ਜਿਹੜਾ ਕਵਰ ਕਰੇਗੀ। ਉੱਤੇ ਚੀਨ ਨੇ ਕਿਹਾ ਵੀ ਅਸੀਂ 100 ਬੈੱਡ ਦਾ ਹਸਪੀਟਲ ਵੀ ਜਿਹੜਾ ਉੱਥੇ ਅਸੀਂ ਬਣਾ ਰਹੇ ਔਰ ਇਹ ਸਾਰੇ ਜਦੋਂ ਹੁਣੇ ਮੌਜੂ ਗਿਆ ਇਹ ਸਾਰੇ ਸਮਝੌਤੇ ਹੋਏ ਨੇ ਔਰ ਇਹ ਇਸੇ ਤਰ੍ਹਾਂ ਜਿਹੜਾ ਮਾਲਦੀਵਜ਼ ਨੇ ਆਪਣੀਆਂ ਇੰਪੋਰਟਸ ਵੀ ਉਹ ਭਾਰਤ ਤੋਂ ਘਟਾ ਕੇ ਚੀਨ ਵੱਲ ਮੋੜ ਦਿੱਤੀਆਂ ਨੇ। ਉਹ ਗ੍ਰੇਨਾਈਟ ਹੋਏ, ਸੀਮੈਂਟ ਹੋਏ, ਇਲੈਕਟ੍ਰਿਕ ਮੋਟਰਸ ਹੋਣ ਔਰ ਰਾਈਸ ਔਰ ਦੂਸਰੀਆਂ ਆਨੀਅਨਸ, ਮੈਲਨਸ, ਨਟਸ, ਵੀਟ ਇਹ ਸਾਰੇ ਵੀ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਚੀਨ ਤੋਂ ਲਵਾਂਗੇ। ਸੋ ਇਹਦਾ ਮਤਲਬ ਇਹ ਹੈ ਵੀ ਇਹਨਾਂ ਦੀਆਂ ਬੇਵਕੂਫੀਆਂ ਕਿ ਜੀ ਮਾਲਦੀਵ ਨੂੰ ਅਸੀਂ ਸਟੈਂਗੂਲੇਟ ਕਰ ਦਿਆਂਗੇ, ਸਾਡੇ ਟੂਰਿਸਟ ਹੀ ਨਹੀਂ ਜਾਣਗੇ, ਭੁੱਖੇ ਮਰ ਗਏ। ਉਹਨਾਂ ਨੇ ਦੁੱਗਣੇ ਟੂਰਿਸਟ ਭੇਜ ਦਿੱਤੇ, ਨਾਲ ਦੀ ਨਾਲ ਜਿਹੜਾ ਉਹਨਾਂ ਨੇ ਕਿਹਾ ਜੀ ਆਹ ਲਓ ਤੁਹਾਡੀਆਂ ਹੈਲਥ ਟੂਰਿਜ਼ਮ ਇੰਡੀਆ ਦਾ ਖਤਮ ਔਰ ਉਹ ਜਿਹੜੀ ਉਹਨਾਂ ਦੀ ਟ੍ਰੇਡ ਉਹਦੇ ਨਾਲ ਹੁੰਦੀ ਹੈ ਜੋ ਭੇਜਦੇ ਨੇ। ਬੰਗਲਾਦੇਸ਼ ਨੇ ਤਾਂ ਵੈਸੇ ਹੀ $12 ਬਿਲੀਅਨ ਦਾ ਇੰਡੀਆ ਦਾ ਕਿਹਾ ਵੀ ਬਾਈਕਾਟ ਕਰੋ ਇਹਨਾਂ ਦਾ, ਤੇ ਮਾਲਦੀਵਜ਼ ਨੇ ਕਿਹਾ ਤੁਸੀਂ ਖਸਮਾਂ ਨੂੰ ਖਾਓ ਅਸੀਂ ਇਧਰ ਨੂੰ ਤੁਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਡਾਕਟਰ ਸਾਹਿਬ ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਹਿਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਾਰਦਰਨ ਆਇਰਲੈਂਡ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 2030 ਤੱਕ ਨਾਰਦਰਨ ਆਇਰਲੈਂਡ ਨਾਲ ਯੂਨਿਟੀ ਸੰਬੰਧੀ ਰੈਫਰੈਂਡਮ ਕਰਵਾਉਣਗੇ। ਔਰ ਯਾਦ ਰਹੇ ਨਾਰਦਰਨ ਆਇਰਲੈਂਡ UK ਦਾ ਇੱਕ ਪ੍ਰਮੁੱਖ ਹਿੱਸਾ ਹੈ ਅਤੇ ਆਇਰਿਸ਼ ਲੋਕਾਂ ਦੇ ਸੰਘਰਸ਼ ਨਾਲ ਅਸੀਂ ਕੁਝ ਹੱਦ ਤੱਕ ਸਿੱਖ ਕੌਮ ਦੇ ਖਾਲਿਸਤਾਨ ਦੇ ਸੰਘਰਸ਼ ਦੀ ਜਿਹੜੀ ਹੈ ਤੁਲਨਾ ਕਰ ਸਕਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਖਾਲਿਸਤਾਨ ਰੈਫਰੈਂਡਮ ਨੇ ਇਹ ਲਫ਼ਜ਼ ਇੰਨਾ ਹਾਊਸਹੋਲਡ ਬਣਾ ਦਿੱਤਾ ਹੈ ਕਿ ਜਿੱਥੇ ਕਿਤੇ ਰੈਫਰੈਂਡਮ ਲਫ਼ਜ਼ ਆਏ ਇੱਕਦਮ ਹਰ ਸਿੱਖ ਜਿਹੜਾ ਸਿਆਸੀ ਤੌਰ ਤੇ ਜਾਗਰੂਕ ਹੈ ਜਾਂ ਦਿਲਚਸਪੀ ਰੱਖਦਾ ਹੈ ਉਸ ਦੇ ਜਿਹੜਾ ਉਹ ਕੰਨ ਖੜੇ ਹੋ ਜਾਂਦੇ ਨੇ ਜੇ ਉਹ ਲਫ਼ਜ਼ ਸੁਣਦਾ ਤੇ ਜੇ ਉਹ ਪੜ੍ਹਨ 'ਚ ਦੇਖਦਾ ਜਾਂ TV ਤੇ ਦੇਖਦਾ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਲਿਸ਼ਕ ਆ ਜਾਂਦੀ ਹੈ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜਦੋਂ ਸੈਨ ਫਰਾਂਸਿਸਕੋ ਖਾਲਿਸਤਾਨ ਰੈਫਰੈਂਡਮ ਦੇ ਮੌਕੇ ਤੇ ਗਏ ਔਰ ਅੱਡ TV ਚੈਨਲਸ ਦੇ ਨਾਲ ਗੱਲ ਹੋਈ, ਪੰਜਾਬੀ ਰੇਡੀਓ USA ਦੇ ਨਾਲ ਜਦੋਂ ਉਹਨਾਂ ਨੇ
ਇਹ ਸਵਾਲ ਪੁੱਛਿਆ ਕਿ ਜੀ ਕੀ ਰੈਫਰੈਂਡਮ ਨਾਲ ਖਾਲਿਸਤਾਨ ਬਣ ਜਾਏਗਾ, ਔਰ ਉਸ ਦੇ ਜਵਾਬ ਦੇ ਵਿੱਚ ਜਿਹੜੇ ਮੈਂ 3 ਬ੍ਰਾਂਡ ਰੈਫਰੈਂਡਮਸ ਦੇ ਨੇ ਉਹਨਾਂ ਨੂੰ ਦੱਸਿਆ ਜਿੰਨੇ ਕਿ ਮੈਨੂੰ ਸਮਝ ਸੀ, ਔਰ ਉਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਗਿਆ ਕਿਉਂਕਿ ਬਹੁਤ ਸਾਰਿਆਂ ਦੇ ਲਈ ਕੁਝ ਚੀਜ਼ਾਂ ਨਵੀਆਂ ਵੀ ਹੁੰਦੀਆਂ ਨੇ। ਅਸੀਂ ਵੀ ਐਵੇਂ ਹੀ ਸਿੱਖਦੇ ਹਾਂ ਜਦੋਂ ਕਿ ਆਲਾ ਦੁਆਲਾ ਚੱਲ ਰਿਹਾ ਹੁੰਦਾ ਹੈ। ਬਿਲਕੁਲ ਇੱਕ ਜ਼ਮਾਨਾ ਸੀ ਲਫ਼ਜ਼ ਪਲੇਬਸਾਈਟ ਯੂਜ਼ ਹੁੰਦਾ ਸੀ, ਔਰ ਜਦੋਂ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਥੱਲੇ ਇਹਨਾਂ ਨੇ 1966 ਦੇ ਵਿੱਚ ਨਲਵਾ ਕਾਨਫਰੰਸ ਲੁਧਿਆਣੇ 'ਚ ਹੋਈ, ਲੁਧਿਆਣੇ 'ਚ ਅਕਾਲੀ ਕਾਨਫਰੰਸ ਹੋਈ, ਉਹਦਾ ਨਾਂ ਹਰੀ ਸਿੰਘ ਨਲੂਆ ਦੇ ਨਾਂ ਤੇ ਨਲਵਾ ਕਾਨਫਰੰਸ ਰੱਖਿਆ ਗਿਆ, ਤੇ ਉਸ ਦੇ ਵਿੱਚ ਪਹਿਲੀ ਵਾਰ ਲਫ਼ਜ਼ ਸਿੱਖ ਹੋਮਲੈਂਡ ਇਸਤੇਮਾਲ ਕੀਤਾ ਗਿਆ ਸੀ। ਉਹਨੂੰ ਕਹਿੰਦੇ ਵੀ ਸੀ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ, ਔਰ ਸਿੱਖ ਹੋਮਲੈਂਡ ਦਾ ਮਤਾ ਲਿਖਿਆ ਸਰਦਾਰ ਕਪੂਰ ਸਿੰਘ ਦਾ ਸੀ, ਪੇਸ਼ ਜਸਟਿਸ ਗੁਰਨਾਮ ਸਿੰਘ ਨੇ ਕੀਤਾ, ਜਿਹੜਾ ਬਾਅਦ ਦੇ ਵਿੱਚ ਪਹਿਲਾ ਚੀਫ ਮਿਨਿਸਟਰ ਵੀ ਬਣਿਆ। ਇਹ ਵੱਖਰੀ ਕਹਾਣੀ ਹੈ ਕਿ ਮੁੜ ਕੇ ਉਹ ਕਿਵੇਂ ਫਤਿਹ ਸਿੰਘ ਅਕਾਲੀ ਦਲ 'ਚ ਗਿਆ ਔਰ ਐਂਡ ਜਾ ਕੇ ਕਾਂਗਰਸ 'ਚ ਹੋਇਆ, 2 ਵਾਰੀ ਚੀਫ ਮਿਨਿਸਟਰ ਬਣਿਆ ਪਰ ਚਲਾ ਨਹੀਂ ਸਕਿਆ, ਔਰ ਬਾਅਦ ਦੇ ਵਿੱਚ ਉਹਨੂੰ ਜਿਹੜਾ ਇੰਡੀਆ ਨੇ, ਫਿਰ ਉਹ ਇੰਦਰਾ ਗਾਂਧੀ ਦੇ ਨੇੜੇ ਆ ਗਿਆ ਔਰ ਇੰਡੀਆ ਨੇ ਆਪਣਾ ਹਾਈ ਕਮਿਸ਼ਨਰ ਬਣਾ ਕੇ ਆਸਟ੍ਰੇਲੀਆ ਭੇਜਿਆ, ਤੇ ਆਸਟ੍ਰੇਲੀਆ ਉਹਨੇ ਆਪਣੇ ਕ੍ਰੈਡੈਂਸ਼ੀਅਲਸ ਦੇਣੇ ਸੀ, ਤੇ ਜਿਸ ਜਹਾਜ਼ ਤੇ ਉਹ ਫਲਾਈ ਕੀਤਾ ਉਹ ਜਹਾਜ਼ ਹੀ ਜਿਹੜਾ ਐਕਸੀਡੈਂਟ ਦਾ ਸ਼ਿਕਾਰ ਹੋਇਆ ਔਰ ਮਾਰਿਆ ਗਿਆ ਸੀ ਉੱਥੇ। ਆਸਟ੍ਰੇਲੀਆ ਦਾ ਐਂਬੈਸਡਰ ਬਣ ਨਹੀਂ ਸੀ ਸਕਿਆ। ਪਰ ਮੈਂ ਸਿੱਖ ਹੋਮਲੈਂਡ ਦੇ ਜਦੋਂ ਰੈਜ਼ੋਲੂਸ਼ਨ ਦੀ ਗੱਲ ਕਰਦਾ, ਉੱਥੇ ਉਸ ਜ਼ਮਾਨੇ 'ਚ ਡਾਕੂਮੈਂਟ ਤਾਂ ਪੰਜਾਬੀ 'ਚ ਹੀ ਹੁੰਦੇ ਸੀ, ਤੇ ਉਹ ਸਿੱਖ ਹੋਮਲੈਂਡ ਦੇ ਮਤੇ 'ਚ ਸੀ ਵੀ ਆਹ ਇਲਾਕੇ ਬਣ ਕੇ ਸਿੱਖ ਹੋਮਲੈਂਡ ਹੋਣਾ ਚਾਹੀਦਾ ਹੈ, ਔਰ ਸਿੱਖਾਂ ਨੂੰ ਵੀ UN ਚਾਰਟਰ ਦੇ ਮੁਤਾਬਕ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ। ਸੋ ਅੱਜ ਜਦੋਂ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਇਹ ਟਰਮ ਬੜੀ ਫ੍ਰੀਕੁਐਂਟਲੀ ਪੰਜਾਬੀ 'ਚ ਬੋਲਦੇ ਹਾਂ ਜਾਂ ਲਿਖਦੇ ਹਾਂ ਵੀ ਅੰਗਰੇਜ਼ੀ ਦਾ ਲਫ਼ਜ਼ ਯੂਜ਼ ਕਰਦੇ ਹਾਂ, ਤੇ ਉਦੋਂ ਇਹ ਸਵੈ ਨਿਰਣੇ ਦਾ ਹੱਕ ਔਰ ਕੁਝ ਡਾਕੂਮੈਂਟੇਸ਼ਨਸ ਦੇ ਵਿੱਚ ਆਤਮ ਨਿਰਣੇ ਦਾ ਹੱਕ, ਉਦੋਂ ਅਜੇ ਸਵੈ ਲਫ਼ਜ਼ ਨਾਲੋਂ ਵੀ ਆਤਮ ਨਿਰਣੇ ਲਫ਼ਜ਼ ਵੀ ਜਿਹੜਾ ਇਸਤੇਮਾਲ ਹੁੰਦਾ ਸੀ ਕਿ ਵੀ ਇਹ ਸਾਡਾ ਹੱਕ ਹੋਣਾ ਚਾਹੀਦਾ, ਤੇ ਉਦੋਂ ਬਹੁਤਾ ਪਤਾ ਵੀ ਨਹੀਂ ਸੀ ਲੱਗਦਾ ਕਿ ਵੀ ਇਹ ਆਤਮ ਨਿਰਣੇ ਦਾ ਹੱਕ ਕਿਵੇਂ ਐਸਟੈਬਲਿਸ਼ ਹੁੰਦਾ ਹੈ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿਵੇਂ ਹੁੰਦਾ ਹੈ। ਸੋ ਹੁਣ ਜਦੋਂ ਅਸੀਂ ਰੈਫਰੈਂਡਮ ਲਫ਼ਜ਼ ਦੇ ਨਾਲ ਜਾਂ ਇਸ ਦੇ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਕਰਵਾਉਂਦੀ ਹੈ, ਜਦੋਂ ਕਿ ਜਿਹੜੀ ਸਰਕਾਰ ਦੇ ਅਧੀਨ ਜਿਹੜੀ ਇਕਾਈ ਹੈ ਉਹ ਚਾਹੁੰਦੀ ਹੈ, ਤੇ ਉਦੋਂ UN ਇੰਟਰਵੀਨ ਕਰਦੀ ਹੈ, ਜਿਵੇਂ ਈਸਟ ਤੈਮੂਰ ਦੇ ਮਾਮਲੇ 'ਚ ਹੋਇਆ, ਸਾਊਥ ਸੁਡਾਨ ਦੇ ਮਾਮਲੇ 'ਚ ਹੋਇਆ, ਜਾਂ ਸਰਕਾਰ ਖੁਦ ਕਰਵਾਉਂਦੀ ਹੈ ਜਿਹਨੂੰ ਜਿਸ ਹਕੂਮਤ ਦੇ ਖਿਲਾਫ ਇਹ ਹੋਏ ਕਿ ਭਾਈ ਤੁਸੀਂ ਹੀ ਫੈਸਲਾ ਕਰ ਲਓ, ਜਿਵੇਂ ਕੈਨੇਡਾ ਨੇ ਕਿਊਬੈਕ ਦੇ ਵਿੱਚ ਕਰਵਾਇਆ, 1980 'ਚ ਕਰਵਾਇਆ, 1995 'ਚ ਕਰਵਾਇਆ, ਜਾਂ ਡੇਵਿਡ ਕੈਮਰੋਨ ਦੀ ਸਰਕਾਰ ਨੇ 2016 'ਚ ਸਕਾਟਲੈਂਡ 'ਚ ਕਰਵਾਇਆ। ਔਰ ਕੁਝ ਜਿਹੜੇ ਨੇ ਇਹ ਸੈਕੰਡ ਕੈਟਾਗਰੀ, ਥਰਡ ਕੈਟਾਗਰੀ ਹੈ ਜਿਹਦੇ 'ਚ ਕਿ ਲੋਕ ਜਿਹੜੇ ਅੱਡ ਹੋਣਾ ਚਾਹੁੰਦੇ ਨੇ ਉਸ ਨਾਲੋਂ ਉਹ ਆਪਣੀ ਵਿਲ ਦਿੰਦੇ ਨੇ, ਜਿਵੇਂ ਨਾਰਥ ਕੁਰਦਿਸਤਾਨ ਦੇ ਲੋਕਾਂ ਨੇ, ਇਰਾਕ ਦਾ ਹਿੱਸਾ ਹੈ ਉਹ, ਔਰ ਉਹਦੇ 'ਚ 90% ਤੋਂ ਜ਼ਿਆਦਾ ਕੁਰਦ ਨੇ, ਉਹਨਾਂ ਨੇ ਕਰਵਾਇਆ। ਔਰ ਇਸੇ ਤਰ੍ਹਾਂ ਈਵਨ ਸਪੇਨ ਦਾ ਜਿਹੜਾ ਸੂਬਾ ਬੈਸਕ, ਜਿਹੜੇ ਆਪਣੀ ਪਹਾੜੀ ਏਰੀਆ ਆਜ਼ਾਦੀ ਲਈ ਲੜ ਰਹੇ ਨੇ, ਹਾਲਾਂਕਿ ਉੱਥੇ ਹਕੂਮਤ ਉਸੇ ਗਰੁੱਪ ਦੀ ਸੀ ਬੈਸਕ ਦੇ ਵਿੱਚ ਜਿਨ੍ਹਾਂ ਨੇ ਕਰਵਾਇਆ, ਪਰ ਬੜਾ ਕ੍ਰੈਕਡਾਊਨ ਹੋਇਆ, ਉਹਨਾਂ ਨੂੰ ਮੁਲਕ ਛੱਡਣਾ ਪਿਆ, ਕੁਛ ਉਹਨਾਂ 'ਚੋਂ ਜਿਹੜੇ ਨੇ ਉਹਨਾਂ ਤੇ ਮੁਕੱਦਮੇ ਬਣ ਗਏ, ਕੁਛ ਨਾਲ ਸਮਝੌਤਾ ਹੋ ਗਿਆ। ਸੋ ਇਹ ਥਰਡ ਕੈਟਾਗਰੀ ਜਿਹਦੇ 'ਚ ਕਿ ਲੋਕ ਇਹ ਕਹਿੰਦੇ ਨੇ ਕਿ ਜੀ ਅਸੀਂ ਨਹੀਂ ਰਹਿਣਾ, ਔਰ ਇਹ ਤੁਹਾਡਾ ਇੱਕ ਕੈਂਪੇਨ ਬਣਦਾ ਜਿਹਦੇ ਥੱਲੇ ਤੁਸੀਂ ਅਲਟੀਮੇਟਲੀ ਇੱਕ ਸਟੇਜ ਆਏਗੀ ਕਿ ਯੂਨਾਈਟਿਡ ਨੇਸ਼ਨਸ ਜਾਂ ਜਦੋਂ ਕੋਈ ਵੱਡੀ ਤਾਕਤ ਅਮਰੀਕਾ ਵਰਗੀ ਜਾਂ ਕੋਈ ਹੋਰ ਇੰਟਰਨੈਸ਼ਨਲ ਉਹ ਸਿੱਖਾਂ ਦੇ ਇਸ ਇਸ਼ੂ ਨੂੰ ਅਪਣਾਏਗੀ, ਤਾਂ ਫਿਰ ਸਾਨੂੰ ਵੀ ਉਵੇਂ ਹੀ ਹੱਕ ਹੋਏਗਾ। ਉਹ ਭਾਵੇਂ ਇੰਡੀਅਨ ਗਵਰਨਮੈਂਟ ਦੇ ਉੱਤੇ ਪ੍ਰੈਸ਼ਰਾਈਜ਼ ਹੋ ਕੇ ਹੋਏ ਜੇ ਉਦੋਂ ਤੱਕ ਰਹਿ ਜਾਏ, ਤੇ ਜਾਂ ਸਿੱਧੀ ਇੰਟਰਨੈਸ਼ਨਲ ਇੰਟਰਵੈਂਸ਼ਨ ਦੇ ਨਾਲ, ਤੇ ਜਾਂ ਫਿਰ ਇੱਕੋ ਪੀਰੀਅਡ ਜਿੱਥੇ ਕਿ ਅਫਰਾ ਤਫਰੀ ਔਰ ਕੇਓਸ ਹੋਏ, ਤੇ ਸਿੱਖ ਫਿਰ ਜਿੱਥੇ ਤੱਕ ਘੋੜੇ ਦੌੜਾਏ ਜਾਂਦੇ ਨੇ, ਘੋੜੇ ਦੌੜਾ ਕੇ ਆਪਣਾ ਮੁਲਕ ਬਣਾ ਲੈਣ। ਜਿਵੇਂ ਜਦੋਂ ਯੂਗੋਸਲਾਵੀਆ ਟੁੱਟਿਆ ਤਾਂ ਕੋਈ ਬਾਰਡਰਸ ਕਿਸੇ ਨੇ ਬਹੁਤੇ ਡਿਸਾਈਡ ਨਹੀਂ ਕੀਤੇ, ਕਰੋਸ਼ੀਆ ਜਾਂ ਸਰਬੀਆ, ਸਰਬ ਜ਼ਿਆਦਾ ਸੀ ਫੌਜ ਦੇ ਵਿੱਚ, ਉਹਨਾਂ ਨੇ ਕਿੰਨਾ ਇਲਾਕਾ ਮੱਲਿਆ, ਬੋਸਨੀਆ 'ਚ ਵੀ ਕੀ ਕੁਝ ਜਾ ਕੇ ਕੀਤਾ। ਸੋ ਇੱਕ ਵੱਖਰੀ ਕਹਾਣੀ ਹੈ। ਹੁਣ ਜਦੋਂ ਅਸੀਂ UK ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਯੂਨਾਈਟਿਡ ਕਿੰਗਡਮ ਕਿਹਾ ਜਾਂਦਾ ਹੈ। ਹੁਣ ਯੂਨਾਈਟਿਡ ਕਿੰਗਡਮ ਦੇ ਵਿੱਚ ਜ਼ਾਹਰ ਹੈ ਕਿ ਜਦੋਂ ਅਸੀਂ ਕਦੇ ਪ੍ਰਿੰਸ ਆਫ ਵੇਲਜ਼ ਪੜ੍ਹਦੇ ਸੀ, ਵੇਲਜ਼ ਹੈ, ਇੰਗਲੈਂਡ ਜਿਸ ਦੇ ਲਈ ਲਫ਼ਜ਼ ਹੈ, ਫਿਰ ਸਕਾਟਲੈਂਡ ਹੈ, ਔਰ ਫਿਰ
ਨਾਰਦਰਨ ਆਇਰਲੈਂਡ ਹੈ, ਜੀ ਇਹ ਹਿੱਸੇ ਨੇ। ਹੁਣ ਸਕਾਟਲੈਂਡ ਬਾਰੇ ਅਸੀਂ ਦੇਖਿਆ ਕਿ ਭਾਈ ਉਹਨਾਂ ਦੀ ਹਿਸਟਰੀ ਇੱਕ ਆਪਣੀ ਕਿਸਮ ਦੀ ਸੀ। ਆਲਮੋਸਟ ਕਿੰਗ ਬਰੂਸ ਔਰ ਵਾਲਿਸ ਦੇ ਜ਼ਮਾਨੇ ਤੋਂ 5-6 ਸਦੀਆਂ ਉਹ ਲੜਦੇ ਰਹੇ, ਫਿਰ ਸਰੈਂਡਰ ਕੀਤਾ, ਫਿਰ ਆਲ ਆਫ ਏ ਸਡਨ ਸਕਾਟਲੈਂਡ ਦੇ ਵਿੱਚ ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਣੀ। ਇਹ ਬਰੇਵ ਹਾਰਟ ਇੱਕ ਫਿਲਮ ਆਈ, ਉਹਨਾਂ ਨੂੰ ਲੱਗਾ ਕਿ ਜੀ ਅਸੀਂ ਇੰਨੇ ਪ੍ਰਾਊਡ ਸਕਾਟ ਲੋਕ ਹੈ ਔਰ ਸਾਨੂੰ ਉੱਥੇ ਰੈਫਰੈਂਡਮ ਹੋਇਆ। ਹਾਲਾਂ ਕਿਊਬੈਕ ਦੇ ਮਾਮਲੇ ਦੇ ਰੈਫਰੈਂਡਮ 'ਚ ਵੀ ਲੋਕਾਂ ਨੇ ਇਹੀ ਡਿਸਾਈਡ ਕੀਤਾ ਵੀ ਅਸੀਂ ਕੈਨੇਡਾ ਨਾਲ ਰਹਿਣਾ, ਤੇ ਸਕਾਟਲੈਂਡ ਦੇ ਮਾਮਲੇ 'ਚ ਵੀ ਕੁਛ ਮੇਰੇ ਖਿਆਲ 3-4% ਦੇ ਫਰਕ ਦੇ ਨਾਲ ਇਹ ਹੋਇਆ। ਹਾਲਾਂਕਿ ਸਕਾਟਲੈਂਡ ਦੇ ਲੋਕ ਵਾਪਸ ਜਿਹੜਾ ਉਹ ਚਾਹੁੰਦੇ ਨੇ, ਜਿਹੜਾ ਕਿ ਕਦੇ ਵੀ ਦੁਬਾਰਾ ਹੋਏਗਾ ਜੀ। ਪਰ ਇੱਧਰ ਜਦੋਂ ਅਸੀਂ ਆਇਰਲੈਂਡ ਦੀ ਗੱਲ ਕਰਦੇ ਹਾਂ ਔਰ ਆਇਰਿਸ਼ ਲੋਕਾਂ ਦੇ ਨਾਲ ਸਾਡੀਆਂ ਸਿੱਧੀਆਂ ਕੀ ਸਾਂਝਾਂ ਨੇ, ਉਹ ਤਾਂ ਜਦੋਂ ਅਸੀਂ ਸੇਂਟ ਸੋਲਜਰ ਕਾਨਸੈਪਟ ਦੀ ਗੱਲ ਕਰਦੇ ਹਾਂ ਕਿ ਸਿੱਖੀ ਦੇ ਵਿੱਚ ਸੰਤ ਸਿਪਾਹੀ ਦਾ ਕਾਨਸੈਪਟ ਹੈ। ਹਾਲਾਂਕਿ ਸਾਡਾ ਸੰਤ ਸਿਪਾਹੀ ਦਾ ਕਾਨਸੈਪਟ ਆਲਟੂਗੈਦਰ ਡਿਫਰੈਂਟ ਹੈ ਜਦੋਂ ਕਿ ਅਸੀਂ ਆਇਰਿਸ਼ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਮੈਜੋਰਿਟੀ ਕੈਥੋਲਿਕਸ ਨੇ। ਪਰ ਸੇਂਟ ਸੋਲਜਰ ਲਫ਼ਜ਼ ਆਇਆ ਉੱਥੋਂ ਕਿਉਂਕਿ ਉਸੇ ਧਰਤੀ ਤੋਂ ਹੀ ਜਿਨ੍ਹਾਂ ਨੇ ਕ੍ਰਿਸਚੀਅਨਿਟੀ ਫੈਲਾਈ, ਪ੍ਰੀਸਟ ਬਣ ਕੇ, ਪ੍ਰੀਸਟ ਵੀ ਕੈਥੋਲਿਕ ਜਿਨ੍ਹਾਂ 'ਚ ਸੇਂਟ ਪੈਟਰਿਕ ਔਰ ਦੂਸਰੇ ਤੁਸੀਂ ਉੱਥੋਂ ਦੇਖਦੇ ਹੋ, ਤੇ ਸੋਲਜਰਿੰਗ ਵੀ ਜਿਹੜੀ ਹੈ ਆਇਰਿਸ਼ ਲੋਕਾਂ ਦੀ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਉਹ ਲੜਨਾ ਭਿੜਨਾ ਦੂਜਾ ਤੀਜਾ। ਔਰ ਬ੍ਰਿਟਨ ਨੇ ਜਿਹੜਾ ਇੱਕ ਛੋਟਾ ਜਿਹਾ ਹਿੱਸਾ ਸੀ ਜਿਸ ਨੂੰ ਇੰਗਲੈਂਡ ਦਾ ਜਿਹੜਾ ਕਿਹਾ ਜਾਂਦਾ, ਉਹਨਾਂ ਨੇ ਕਿਵੇਂ ਸਕਾਟਸ ਨੂੰ ਕਾਬੂ ਕੀਤਾ। ਸਕਾਟਲੈਂਡ ਦੇ ਵਿੱਚ ਜਾ ਕੇ ਸ਼ਰਾਬ ਦੀਆਂ ਭੱਠੀਆਂ ਲਾਈਆਂ ਤੇ ਉਹਨਾਂ ਨੂੰ ਕਿਵੇਂ ਫਿਰ ਉਹ ਸਕਾਚ ਵਿਸਕੀ ਉੱਥੋਂ ਬਣਾਈ। ਆਇਰਲੈਂਡ ਦੇ ਉੱਤੇ ਉਹਨਾਂ ਨੇ ਕਿਵੇਂ ਕਾਬੂ ਕੀਤਾ। ਫਿਰ ਆਇਰਲੈਂਡ ਨੂੰ ਦੇ ਆਇਰਿਸ਼ ਲੋਕਾਂ ਨੂੰ ਤੁਸੀਂ ਜਦੋਂ ਸ਼ਰਾਬੀਆਂ ਦੀ ਦੁਨੀਆ 'ਚ ਨਸਲਾਂ ਦੀ ਗੱਲ ਹੁੰਦੀ ਹੈ ਤਾਂ ਵੋਦਕਾ, ਰਸ਼ੀਅਨ, ਆਇਰਿਸ਼ ਉਹਨਾਂ 'ਚੋਂ ਸਭ ਤੋਂ ਸਰੇ ਫਰਿਸਤ ਹੁੰਦੇ ਨੇ। ਪਰ ਜਦੋਂ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਕਿਵੇਂ ਕੋਲੋਨਾਈਜ਼ ਕੀਤਾ ਗਿਆ ਔਰ ਕਿਵੇਂ ਸ਼ਰਾਬ ਨੂੰ ਜਾਂ ਨਸ਼ਿਆਂ ਨੂੰ ਜਾਂ ਇਹ ਸਾਰੇ ਪਾਰਟ ਨੂੰ ਇੱਕ ਵੈਪਨ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ, ਜੋ ਇੰਡੀਅਨ ਸਿਸਟਮ ਅੱਜ ਪੰਜਾਬ 'ਚ ਕਰ ਰਿਹਾ ਹੈ, ਸਾਡੇ ਬੱਚੇ ਬੱਚੀਆਂ ਨੂੰ ਡਰੱਗਸ ਦੇ ਹਵਾਲੇ ਕਰਨਾ, ਇਹ ਕੋਈ ਨਵਾਂ ਵੈਪਨ ਨਹੀਂ ਹੈ। ਇਹ ਬ੍ਰਿਟਿਸ਼ ਨੇ ਡਿਸਟਿਲਰੀਜ਼ ਸ਼ਰਾਬ ਦੀਆਂ ਸਭ ਤੋਂ ਜ਼ਿਆਦਾ ਆਇਰਲੈਂਡ 'ਚ ਲਾਈਆਂ ਔਰ ਉਹਨਾਂ ਨੂੰ ਫਿਰ ਜਿਨ੍ਹਾਂ ਨੂੰ ਦੁਬੇਲ ਬਣਾਇਆ ਉਹਨਾਂ 'ਚੋਂ ਹੀ ਉਹਨਾਂ ਦੇ ਸੋਲਜਰ ਜਿਹੜੀ ਬ੍ਰਿਟਿਸ਼ ਨੇ ਆਪਣਾ ਐਮਪਾਇਰ ਦੁਨੀਆ ਭਰ ਚਲਾਇਆ, ਸਭ ਤੋਂ ਮੂਹਰੇ ਉੱਤੇ ਬ੍ਰਿਟਿਸ਼ ਕਰਨਲ ਔਰ ਦੂਜੇ ਬੈਠੇ ਹੁੰਦੇ ਸੀ, ਤੇ ਜਿਹੜੇ ਫੁੱਟ ਸੋਲਜਰ ਨੇ ਉਹ ਜਾਂ ਆਇਰਿਸ਼ ਸੀ ਜਾਂ ਸਕਾਟ ਸੀ, ਤੇ ਜਾਂ ਸਕਾਟਿਸ਼ ਬੈਂਡ ਵੀ ਬੈਂਡ ਬਾਜ ਜਿਵੇਂ ਅੱਜ ਸਿੱਖ ਲੱਗੇ ਹੋਏ ਨੇ ਭੰਗੜਾ ਪਾਉਣ ਤੇ ਉਹ ਜਿਹੜਾ ਉਹ ਤੂਤੀਆਂ ਵਜਾਣ, ਇਵੇਂ ਹੀ ਇਹ ਜਿਹੜੇ ਸਕਾਟਿਸ਼ ਲੋਕ ਸੀ ਅੱਜ ਵੀ ਤੁਸੀਂ ਉਹ ਘੱਗਰੀਆਂ ਜਿਹੀਆਂ ਪਾ ਕੇ ਉਹਨਾਂ ਦੇ ਬੈਂਡ ਹੁੰਦੇ ਨੇ ਸਕਾਟਿਸ਼ ਦੇ, ਉਹਨਾਂ ਨੂੰ ਕੀਤਾ। ਇਵੇਂ ਹੀ ਆਇਰਿਸ਼ ਨੂੰ ਇਸਤੇਮਾਲ ਕੀਤਾ। ਪਰ ਜਦੋਂ ਅਸੀਂ ਪਿਛਲੀਆਂ ਸਦੀਆਂ ਤੋਂ 19ਵੀਂ 20ਵੀਂ ਸਦੀ ਤੱਕ ਦੇਖਦੇ ਹਾਂ, ਫਿਰ ਆਇਰਿਸ਼ ਲੋਕਾਂ ਨੇ, ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਭਾਰਤ ਦੇ ਵਿੱਚ ਵੀ ਐਨੀ ਬੈਸੈਂਟ ਵਰਗੀ ਲੇਡੀ ਜਾਂ ਦੂਸਰੀਆਂ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਦਾ ਸ਼ਿਕਾਰ ਭਾਰਤੀਆਂ ਦੇ ਨਾਲ ਹਮਦਰਦੀ ਦਿਖਾਈ, ਉਹ ਤੁਹਾਨੂੰ ਜਾਂ ਬਹੁਤੇ ਸਕਾਟ ਮਿਲਣਗੇ ਜਾਂ ਆਇਰਿਸ਼ ਮਿਲਣਗੇ, ਇੱਕਾ ਦੁੱਕਾ ਬ੍ਰਿਟਿਸ਼ ਵੀ ਮਿਲੇਗਾ। ਸਿੱਖਾਂ ਦੇ ਮਾਮਲੇ 'ਚ ਵੀ ਜਿਵੇਂ ਹੁਣ ਐਗਜ਼ੈਕਟਲੀ ਮੈਂ ਕੋਟ ਨਹੀਂ ਕਰ ਸਕਦਾ, ਪਰ ਮੈਨੂੰ ਇਹ ਹੈ ਕਿ ਭਾਈ ਕਿਸੇ ਦਾ ਓਰੀਜਨ ਆਇਰਿਸ਼ ਹੈ, ਕਿਸੇ ਦਾ ਸਕਾਟ ਹੈ। ਕਨਿੰਗਮ ਤੋਂ ਲੈ ਕੇ ਮੈਕਾਲਫ ਤੱਕ ਜੇ ਅਸੀਂ ਦੇਖੀਏ ਤੇ ਕੁਛ ਨਾ ਕੁਛ ਇਸ ਕਿਸਮ ਦੀਆਂ ਜਾਂ ਇੱਕ ਅੱਧੀ ਨਸਲ ਉਹਨਾਂ ਦੀ ਮਾਂ ਵੱਲੋਂ ਜਾਂ ਪਿਓ ਵੱਲੋਂ ਹੈ, ਉਹ ਸਿੰਪੈਥਾਈਜ਼ ਕਰਦੇ ਸੀ। ਉਹ ਦੇਖ ਸਕਦੇ ਸੀ ਕਿ ਜੋ ਕੁਛ ਅਸੀਂ ਆਇਰਿਸ਼ ਨੂੰ ਜਾਂ ਸਕਾਟਸ ਨੂੰ ਗੁਲਾਮ ਬਣਾਉਣ ਲਈ ਕੀਤਾ, ਉਹੀ ਵੈਪਨ ਇੱਥੇ ਇਸਤੇਮਾਲ ਹੋ ਰਹੇ ਨੇ। ਸੋ ਆਇਰਿਸ਼ ਨੇ ਸਟਰਗਲ ਕੀਤੀ ਲੰਬਾ ਵਕਤ ਔਰ ਪੂਰੀ ਵਾਇਲੈਂਟ ਹੋਈ, ਔਰ ਇੱਕ ਪੀਰੀਅਡ ਆਇਆ ਕਿ ਅੰਗਰੇਜ਼ ਮਜਬੂਰ ਹੋਏ 20ਵੀਂ ਸਦੀ 'ਚ ਉਹਨਾਂ ਨੇ ਆਇਰਲੈਂਡ ਇੱਕ ਅੱਡ ਮੁਲਕ ਬਣਾ ਦਿੱਤਾ। ਲੇਕਿਨ ਇੱਕ ਜਿਹੜੇ ਜਿੱਥੇ ਕਿ ਓਵਰ ਏ ਪੀਰੀਅਡ ਆਫ ਟਾਈਮ ਪ੍ਰੋਟੈਸਟੈਂਟਸ ਦੇ ਨਾਂ ਥੱਲੇ ਉਹਨਾਂ ਦੀ ਵੱਡ ਗਿਣਤੀ ਉਹਨਾਂ ਨੇ ਕਰ ਦਿੱਤੀ ਸੀ, ਔਰ ਆਇਰਿਸ਼ ਹਮੇਸ਼ਾ ਹੀ ਸਮਝਦੇ ਸੀ ਕਿ ਇਹ ਸਾਡਾ ਆਇਰਲੈਂਡ ਦਾ ਹਿੱਸਾ ਹੀ ਹੈ, ਜਿਹਨੂੰ ਅੱਜ ਅਸੀਂ ਨਾਰਦਰਨ ਆਇਰਲੈਂਡ ਕਹਿੰਦੇ ਹਾਂ, ਔਰ ਉਹ ਬ੍ਰਿਟਿਸ਼ ਸਿਸਟਮ ਦਾ ਹਿੱਸਾ ਹੈ, ਬ੍ਰਿਟਿਸ਼ ਦਾ ਇੱਕ ਪ੍ਰੋਮੀਨੈਂਟ ਪ੍ਰੋਵਿੰਸ ਹੈ। ਉਹਨਾਂ ਨੇ ਆਪਣੀ ਆਇਰਲੈਂਡ ਮੁਲਕ ਬਣ ਵੀ ਗਿਆ। ਨਾਰਦਰਨ ਆਇਰਲੈਂਡ ਜਿਹੜੇ ਕੈਥੋਲਿਕ ਨੇ ਔਰ ਆਇਰਿਸ਼ ਮੂਲ ਦੇ ਨੇ, ਉਹਨਾਂ ਨੇ ਆਪਣੀ ਸਟਰਗਲ ਜਾਰੀ ਰੱਖੀ ਕਿ ਵੀ ਅਸੀਂ ਨਹੀਂ ਰਹਿਣਾ ਇਹਨਾਂ ਦੇ ਨਾਲ, ਔਰ ਬੜੀ ਵਾਇਲੈਂਟ ਸਟਰਗਲ ਹੋਈ ਆਇਰਿਸ਼ ਦੀ। ਬੌਂਬ ਦੂਜੇ ਮਾਰਗਰੇਟ ਥੈਚਰ ਦੇ ਵੇਲੇ ਜਦੋਂ ਪ੍ਰਾਈਮ ਮਿਨਿਸਟਰ ਸੀ, ਜਿਸ ਹੋਟਲ 'ਚੋਂ ਠਹਿਰੀ ਸੀ ਉਹਦੇ ਨਾਲ ਦੇ ਕਮਰੇ 'ਚ ਉਹਨਾਂ ਨੇ ਜਿਹੜਾ ਬਾਥਰੂਮ 'ਚ ਕੇ ਕਾਹਦੇ 'ਚ ਬੰਬ ਬਲਾਸਟ ਕੀਤਾ ਸੀ। ਹਾਲਾਂ ਉਹਨਾਂ ਦੇ ਬਹੁਤ ਖੂੰਖਾਰ, ਜੇ ਤੁਸੀਂ ਬਹੁਤ ਸਾਰੀਆਂ ਈਵਨ ਬਾਲੀਵੁੱਡ ਦੀਆਂ ਫਿਲਮਾਂ ਵੀ ਜਿਹੜੀ ਹੈ, ਹਾਲਾਂ 3-4 ਦਰਜਨ ਤੋਂ ਜ਼ਿਆਦਾ ਉਹਨਾਂ ਦੇ ਗੁਰੀਲੇ ਨਹੀਂ ਸੀ, ਲੇਕਿਨ ਉਹਨਾਂ ਨੇ ਨੱਕ 'ਚ ਦਮ ਕੀਤਾ ਹੁੰਦਾ ਸੀ, ਔਰ ਦੁਨੀਆ ਭਰ ਦੇ ਆਇਰਿਸ਼ ਹਮਾਇਤ ਕਰਦੇ ਸੀ ਕਿ ਜੀ ਇਹ ਲੜ ਰਹੇ ਨੇ। ਔਰ ਇਵੈਂਚੁਅਲੀ ਜਿਹੜਾ ਬ੍ਰਿਟਿਸ਼ ਨੇ ਉਹਨਾਂ ਦੇ ਨਾਲ
ਉਹ ਸਮਝੌਤਾ ਕਰਨਾ ਚਾਹਿਆ, ਉਸ ਦਾ ਉਹਨਾਂ ਨੇ ਆਇਰਿਸ਼ ਰਿਪਬਲਿਕਨ ਆਰਮੀ IRA ਉਹਨਾਂ ਦੀ ਬੜੀ ਖੌਫਜ਼ਦਾ ਕਰਨ ਵਾਲੀ ਮਿਲੀਟੈਂਟ ਆਰਗੇਨਾਈਜੇਸ਼ਨ ਸੀ। ਫਿਰ ਉਹਨਾਂ ਨੇ ਇੱਕ ਪੋਲੀਟੀਕਲ ਵਿੰਗ ਥਰੋ ਕੀਤਾ, ਪੋਲੀਟੀਕਲ ਪਾਰਟੀ, ਉਹਦਾ ਨਾਂ ਸ਼ਿਨ ਫੇਨ ਰੱਖਿਆ। ਔਰ ਸ਼ਿਨ ਫੇਨ ਜਿਹੜੀ ਹੈ ਉਹਨੇ ਕਿਹਾ ਜੀ ਅਸੀਂ ਤਾਂ ਪੀਸਫੁਲ ਅੰਦਾਜ਼ ਦੇ ਵਿੱਚ, ਹੈ ਆਇਰਿਸ਼ ਬੈਕਡ ਸੀ ਉਹਨਾਂ ਦੀ ਗੁਰਿਲਿਆਂ ਦੀ, ਪਰ ਉਹਨਾਂ ਨੇ ਵੀ ਲੰਬਾ ਵਕਤ ਮਿਲੀਟੈਂਟ ਸਟਰਗਲ ਕਰਕੇ ਦੇਖ ਲਿਆ ਸੀ ਵੀ ਜੇ ਅਲਟੀਮੇਟਲੀ ਨੈਗੋਸ਼ੀਏਸ਼ਨ ਤਾਂ ਤੁਹਾਨੂੰ ਕਰਨੀ ਪੈਣੀ ਹੈ ਤੇ ਪੋਲੀਟੀਕਲੀ ਵੀ ਆਪਣੀ ਪਾਵਰ ਪ੍ਰੂਵ ਕਰਨੀ ਪੈਣੀ। ਔਰ ਉਹ ਸ਼ਿਨ ਫੇਨ ਜਿਹੜੀ ਹੈ ਉਸ ਦਾ ਜੈਰੀ ਐਡਮਸ ਉਹਦਾ ਸਪੋਕਸਪਰਸਨ ਬਣਿਆ। ਔਰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ, ਔਰ ਉਸ ਦੌਰ ਦੇ ਵਿੱਚ ਫਿਰ ਸੇਂਟ ਪੈਟਰਿਕ ਡੇ ਦੇ ਮੌਕੇ ਇੱਕ ਸਮਝੌਤਾ ਜਿਹੜਾ ਹੈ ਉਹ ਵਾਈਟ ਹਾਊਸ ਦੇ ਵਿੱਚ ਨਾਰਦਰਨ ਆਇਰਲੈਂਡ ਔਰ UK ਦੀ ਸਰਕਾਰ ਵਿਚਾਲੇ ਹੋਇਆ, ਜਿਹਦੇ ਥੱਲੇ ਸ਼ਿਨ ਫੇਨ ਨੂੰ ਐਜ਼ ਏ ਪੋਲੀਟੀਕਲ ਜਮਾਤ ਜਿਹੜੀ ਸੀ ਉਹਨਾਂ ਦੇ ਨਾਲ ਪਾਵਰ ਸ਼ੇਅਰਿੰਗ ਐਗਰੀਮੈਂਟ ਹੋਇਆ। ਔਰ ਉਹ ਕਿਉਂਕਿ ਅੱਜ ਵੀ ਮੈਜੋਰਿਟੀ ਨਾਰਦਰਨ ਆਇਰਲੈਂਡ ਪ੍ਰੋਟੈਸਟੈਂਟ ਲੋਕਾਂ ਦੀ ਹੈ, ਲੇਕਿਨ ਇਹਨਾਂ ਨੇ ਜਿਹੜੇ ਆਇਰਿਸ਼ ਨੇ ਉਹਨਾਂ ਨੇ ਆਪਣੀ ਇਹ ਮੰਗ ਨਹੀਂ ਛੱਡੀ ਕਿ ਵੀ ਅਸੀਂ ਆਇਰਲੈਂਡ ਨਾਲ ਜੁਆਇਨ ਕਰਨਾ, ਅਸੀਂ ਬ੍ਰਿਟਨ ਦਾ ਹਿੱਸਾ ਨਹੀਂ ਰਹਿਣਾ। ਔਰ ਜਦੋਂ ਇਹ ਬ੍ਰੈਕਸਿਟ ਹੋਇਆ ਜਿਹਦੇ 'ਚ ਕਿ ਬ੍ਰਿਟਨ ਅੱਡ ਹੋਇਆ, ਆਇਰਲੈਂਡ ਇੱਕ ਐਸਾ ਸੀ ਔਰ ਸਕਾਟਲੈਂਡ ਜਿਨ੍ਹਾਂ ਨੇ ਕਿਹਾ ਜੀ ਨਹੀਂ ਅਸੀਂ ਨਾਲ ਰਹਿਣਾ। ਸੋ ਹੁਣ ਕੁਛ ਪਿਛਲੇ 2 ਸਾਲ ਤੋਂ ਇਹਨਾਂ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਸੀ, ਜਿਹੜਾ ਗਵਰਨਮੈਂਟ ਵੀ ਕਲੈਪਸ ਹੋਣ ਵਾਂਗ ਸੀ ਔਰ ਇਕਨੋਮਿਕਲ ਕ੍ਰਾਈਸਿਸ ਵੀ ਸੀ। ਹੁਣ ਬ੍ਰਿਟਨ ਨੇ ਔਰ ਦੂਸਰੇ ਦੀ ਇਹਨਾਂ ਦੀ ਮੀਡੀਏਸ਼ਨ ਦੇ ਨਾਲ ਜਿਹੜਾ ਗਰੁੱਪ ਆਇਰਿਸ਼ ਨੂੰ ਰਿਪਰੈਜ਼ੈਂਟ ਕਰਦਾ ਹੈ ਸ਼ਿਨ ਫੇਨ ਦਾ, ਔਰ ਜਿਹੜਾ ਪ੍ਰੋਟੈਸਟੈਂਟ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਹੈ, ਉਹਨਾਂ ਦਾ ਸਮਝੌਤਾ ਹੋਇਆ। ਔਰ ਇਸ ਦੇ ਵਿੱਚ ਜਿਹੜੀ ਸ਼ਿਨ ਫੇਨ ਜਿਹੜੀ ਸਪੋਰਟਡ ਬਾਈ ਐਟ ਵਨ ਟਾਈਮ ਆਇਰਿਸ਼ ਰਿਪਬਲਿਕਨ ਆਰਮੀ, ਉਹ ਜਿਹੜੀ ਹੈ ਉਹ ਫਸਟ ਮਿਨਿਸਟਰ ਬਣੀ ਹੈ, ਜਾਂ ਜਿਹਨੂੰ ਅਸੀਂ ਪ੍ਰਾਈਮ ਮਿਨਿਸਟਰ ਕਹਿੰਦੇ ਹਾਂ। ਦੂਸਰੀ ਜਿਹੜੀ ਪਾਰਟੀ ਹੈ ਉਹਨਾਂ ਦਾ ਵੀ ਬਰਾਬਰ ਦੀ ਹੈ, ਦੋਨਾਂ ਤੋਂ ਬਿਨਾਂ ਹਕੂਮਤ ਨਹੀਂ ਚੱਲੇਗੀ। ਪਰ ਜਿਹੜੀ ਗੱਲ ਕਰਕੇ ਮੈਂ ਇਹ ਸਾਰੀ ਇਨੀ ਡਿਸਕਸ਼ਨ ਨੂੰ ਦਿੱਤਾ, ਹੁਣ ਇਹ ਖਬਰ ਹੈ ਰੈਫਰੈਂਡਮ ਔਨ ਆਇਰਿਸ਼ ਯੂਨਿਟੀ ਬਾਈ 2030 ਸਿਨ ਫੇਨ ਲੀਡਰਸ਼ਿਪ। ਹੁਣ ਜਿਹੜੀ ਨਾਰਦਰਨ ਆਇਰਲੈਂਡ ਦੀ ਫਸਟ ਮਿਨਿਸਟਰ ਬਣੀ ਮਾਈਕਲ ਓਨੀਲ, ਉਹਨੇ ਜਿਹੜਾ ਹੈ ਇਹ ਕਿਹਾ ਕਿ ਜੀ ਅਸੀਂ ਬਣ ਗਏ ਹਾਂ, ਅਸੀਂ ਇਹਨਾਂ ਨਾਲ ਪਾਵਰ ਵੀ ਸ਼ੇਅਰ ਕਰ ਰਹੇ ਹਾਂ, ਪਰ ਅਸੀਂ ਯਕੀਨੀ ਬਣਾਵਾਂਗੇ ਕਿ 2030 ਤੱਕ ਅਸੀਂ ਨਾਰਦਰਨ ਆਇਰਲੈਂਡ ਦੇ ਵਿੱਚ ਰੈਫਰੈਂਡਮ ਕਰਵਾਈਏ ਕਿ ਇਹ ਅਸੀਂ ਆਇਰਲੈਂਡ ਦੇ ਨਾਲ ਜਾਣਾ, ਅਸੀਂ UK ਦੇ ਨਾਲ ਨਹੀਂ ਰਹਿਣਾ, ਅਸੀਂ ਆਇਰਲੈਂਡ ਦਾ ਹਿੱਸਾ ਬਣਨਾ। ਔਰ ਇਹ ਜਿਹੜਾ ਨਾਰਦਰਨ ਆਇਰਲੈਂਡ ਵਿਲ ਕੰਡਕਟ ਅ ਰੈਫਰੈਂਡਮ ਔਨ ਯੂਨਾਈਟਿੰਗ ਵਿਦ ਦ ਰਿਪਬਲਿਕ ਆਫ ਆਇਰਲੈਂਡ ਇਨ ਦਿਸ ਡੈਕੇਡ। The leadership of Sinn Féin, the party that heads the government of Northern Ireland। ਹਾਲਾਂ ਅੱਜ ਦੀ ਡੇਟ 'ਚ ਉੱਥੇ ਹਾਲ ਇਹ ਹੈ ਕਿ ਜੇ ਅੱਜ ਰੈਫਰੈਂਡਮ ਹੋਏ ਤਾਂ ਉਹ UK ਦੇ ਹੱਕ 'ਚ ਜਾ, ਕਿਉਂਕਿ ਪ੍ਰੋਟੈਸਟੈਂਟ ਮੈਜੋਰਿਟੀ 'ਚ ਨੇ, ਤੇ ਇਸ ਲਈ ਉਹਨਾਂ ਨੇ ਕਿਹਾ ਵੀ ਅਸੀਂ ਇਸ ਲਈ ਵਕਤ ਚਾਹੁੰਦੇ ਆ ਇਹਨੂੰ ਰੈਫਰੈਂਡਮ ਦਾ। referendum would need to be inclusive and planned orderly, peacefully, democratic, constitutionally, or multiple identities could be accommodated within the national framework। ਔਰ ਇਹਦੇ ਲਈ ਸਾਨੂੰ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ ਸਾਡੀ ਲੈਂਡ ਤੇ ਰਹਿੰਦੇ, ਉਹ ਵੀ ਪ੍ਰੋਟੈਸਟੈਂਟ ਵੀ, ਉਹਨਾਂ ਦੇ ਨਾਲ ਸਾਨੂੰ ਉਹਨਾਂ ਨੂੰ ਭਰੋਸਾ ਦਿਵਾਉਣਾ ਹੋਏਗਾ ਕਿ ਭਾਈ ਅਸੀਂ ਕਿਵੇਂ ਆਇਰਲੈਂਡ ਦੇ ਨਾਲ ਰਿਪਬਲਿਕ ਆਫ ਆਇਰਲੈਂਡ 'ਚ ਰਹਿ ਕੇ ਉਹਨਾਂ ਦੇ ਹੱਕ ਮਹਿਫੂਜ਼ ਹੋਣਗੇ। ਸੋ ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਕਿ ਭਾਈ ਇਹ, ਔਰ ਉੱਥੇ ਫਿਰ ਰਿਸ਼ੀ ਸੋਨਕ ਵੀ ਪਹੁੰਚਿਆ। ਆਇਰਿਸ਼ ਐਂਡ UK ਲੀਡਰਸ ਆਰ ਇਨ ਬੈਲਫਾਸਟ ਟੂ ਸੈਲੀਬ੍ਰੇਟ ਦ ਐਂਡ ਆਫ ਨਾਰਦਰਨ ਆਇਰਲੈਂਡਸ ਪੋਲੀਟੀਕਲ ਡੈਡਲੌਕ। 2 ਸਾਲ ਤੋਂ ਡੈਡਲੌਕ ਸੀ, ਹੁਣ ਉਹ ਡੈਡਲੌਕ ਟੁੱਟਿਆ। ਔਰ ਜਿਹੜੀ ਸ਼ਿਨ ਫੇਨ ਦੀ ਫਸਟ ਮਿਨਿਸਟਰ ਬਣੀ ਹੈ, ਉਹਨੇ ਆਪਣੇ ਲੋਕਾਂ ਨੂੰ ਇਸ਼ੋਰ ਕੀਤਾ ਕਿ 2030 ਤੱਕ ਅਸੀਂ ਰੈਫਰੈਂਡਮ ਕਰਵਾਵਾਂਗੇ ਔਰ UK ਤੋਂ ਖੜਾ ਛਡਾ ਕੇ ਅਸੀਂ ਰਿਪਬਲਿਕ ਆਫ ਆਇਰਲੈਂਡ 'ਚ ਜਾਵਾਂਗੇ। ਜਦੋਂ ਇਹਨਾਂ ਸੁਸਾਇਟੀਜ਼ ਦੇ ਵਿੱਚ ਇਸ ਲੈਵਲ ਤੇ ਗੱਲ ਹੁੰਦੀ ਹੈ, ਇੱਥੇ ਕਿਸੇ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਕੀਤਾ, ਕਿਲਿੰਗ ਸਪਰੀ ਨਹੀਂ ਕੀਤੀ, ਕੋਈ ਦੂਜਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਲੋਕ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਤੁਸੀਂ ਉਹਨਾਂ ਦੀ ਵਿਲ ਦੇ ਖਿਲਾਫ ਉਹਨਾਂ ਨੂੰ ਨਾਲ ਨਹੀਂ ਰੱਖ ਸਕਦੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਦੇ ਨਾਲ ਈਵਨ ਹਾਲਾਂ ਸਿੱਖਾਂ ਔਰ ਆਇਰਿਸ਼ ਕਰੈਕਟਰ ਦੇ ਵਿੱਚ ਕਾਫੀ ਜਿਹੜੀਆਂ ਨੇ ਉਹ ਸਮਾਨਤਾਵਾਂ ਨੇ। ਇੱਕ ਤਾਂ ਜਿਹੜੇ ਨੈਗੇਟਿਵ ਸਮਾਨਤਾ ਤੇ ਸ਼ਰਾਬ ਪੀਣ ਤੋਂ ਹੀ ਹੈ ਕਿ ਆਇਰਿਸ਼ ਵੀ ਜਿਹੜੇ ਨੇ ਡੱਕੇ ਹੁੰਦੇ ਨੇ, ਸਾਡਾ ਵੀ ਹਾਲ ਹੁਣ ਉਹ ਹੋ ਗਿਆ। ਪਰ ਪਰਸੀਕਿਊਸ਼ਨ ਦਾ ਦੌਰ, ਸੇਂਟ ਸੋਲਜਰ ਦੀ ਗੱਲ, ਔਰ ਅੱਜ ਜਦੋਂ ਅਸੀਂ ਉਹਨਾਂ ਦੀ ਵਿਲ ਕਿ ਇੰਨੀਆਂ ਸਦੀਆਂ ਬਾਅਦ ਵੀ ਕਿ ਬ੍ਰਿਟਿਸ਼ ਨੇ ਉਹਨਾਂ ਨੂੰ ਭਾਵੇਂ ਦੱਬਿਆ, ਪਰ ਉਹ ਆਪਣੇ ਉਸ ਆਇਰਲੈਂਡ ਆਇਰਿਸ਼ ਆਈਡੈਂਟਿਟੀ ਨੂੰ ਉਹਨਾਂ ਨੇ ਨਹੀਂ ਛੱਡਿਆ, ਉਹਨੂੰ ਤੇ ਉਹ
ਫਖਰ ਕਰਦੇ ਨੇ। ਆਇਰਲੈਂਡ 'ਚ ਫੇਮਿਨ ਵੀ ਆਏ, ਅਮਰੀਕਾ 'ਚ ਵੀ ਬਹੁਤ ਸਾਰੇ ਆਇਰਿਸ਼ ਮੂਲ ਦੇ ਲੋਕ ਨੇ। ਜਦੋਂ ਉੱਥੇ ਅਕਾਲ ਪਿਆ, ਕਿੰਨੇ ਲੋਕ ਮਰੇ, ਇੱਥੇ ਆਏ। ਔਰ ਇੱਕ ਜ਼ਮਾਨਾ ਸੀ ਕਿ ਇੱਥੇ ਵੀ ਇੰਨੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਕਿ ਨੋ ਆਇਰਿਸ਼ ਔਰ ਯੂ ਨੀਡ ਟੂ ਅਪਲਾਈ ਫॉर ਦਾ ਜੌਬ। ਉਹਨਾਂ ਨਾਲ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ। ਕੈਥੋਲਿਕਸ ਨਾਲ, ਕਿਉਂਕਿ ਮੋਸਟਲੀ ਉਹਨਾਂ 'ਚੋਂ ਕੈਥੋਲਿਕ ਸੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਮੈਂ ਕਿਤੇ ਦੇਖਦਾ ਕਿ ਭਾਈ ਇਹਨਾਂ ਦਾ 2030 ਤੱਕ ਆਫੀਸ਼ੀਅਲੀ ਹੋਣ ਦੀ ਗੱਲ ਹੈ, ਤੇ ਸਾਡਾ ਵੀ ਜਿਹੜਾ ਪਾਰਟ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਮੁਹਿੰਮ ਹੈ ਇੱਕ ਦਿਨ ਮੰਤਕੀ ਅੰਜਾਮ ਤੱਕ ਪਹੁੰਚੇਗੀ ਔਰ ਇਸ ਨੂੰ UN ਦੇ ਸੁਪਰਵਿਜ਼ਨ ਦੇ ਥੱਲੇ ਜਿਹੜਾ ਉਹ ਰੈਕਗਨਾਈਜ਼ ਕੀਤਾ ਜਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਮਹਾਰਾਸ਼ਟਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ 17 ਮੈਂਬਰੀ ਬੋਰਡ ਵਿੱਚ 12 ਮੈਂਬਰ ਸਿੱਧੇ ਤੌਰ ਤੇ ਸਰਕਾਰ ਵੱਲੋਂ ਨੋਮੀਨੇਟ ਕਰਨ ਦਾ ਫੈਸਲਾ ਕੀਤਾ ਹੈ, ਜਾਂ ਇਉਂ ਕਹਿ ਲਓ ਕਿ ਹੁਣ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਮਹਾਰਾਸ਼ਟਰ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਹੁਣ ਉਹ ਲੋਕ ਕੀ ਦਲੀਲ ਦੇਣਗੇ ਜਿਹੜੇ ਕਹਿੰਦੇ ਨੇ ਕਿ ਜੇ ਖਾਲਿਸਤਾਨ ਬਣ ਗਿਆ ਤਾਂ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਜਿਹੜੀ ਹੈ ਉਹਦਾ ਕੀ ਬਣੇਗਾ। ਹੁਣ ਤਾਂ ਬਿਨਾਂ ਖਾਲਿਸਤਾਨ ਬਣੇ ਹੀ ਭਾਰਤ ਸਰਕਾਰ ਨੇ ਇਤਿਹਾਸਕ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਖਾਲਿਸਤਾਨ ਦੇ ਵਿਰੋਧ ਕਰਨ ਵਾਲਿਆਂ ਵੱਲੋਂ ਇੱਕ ਆਰਗੂਮੈਂਟ ਜਿਹੜਾ ਦਿੱਤਾ ਜਾਂਦਾ ਹੈ, ਇੱਕ ਤਾਂ ਇਹ ਹੈ ਕਿ ਜੀ ਜੇ ਖਾਲਿਸਤਾਨ ਬਣ ਜਾਂਦਾ ਹੈ ਤੇ ਜਿਹੜੇ ਬਾਹਰਲੇ ਸੂਬਿਆਂ ਵਿੱਚ ਵਸਦੇ ਸਿੱਖ ਨੇ ਉਹਨਾਂ ਦਾ ਕੀ ਬਣੇਗਾ। ਇਸ ਬਾਰੇ ਅਸੀਂ ਅਕਸਰ ਗੱਲ ਕੀਤੀ ਹੈ
ਦੂਸਰਾ ਇਹ ਹੁੰਦਾ ਹੈ ਕਿ ਜੀ ਹੁਣ ਤਾਂ ਅਸੀਂ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਔਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ੇ ਲੈ ਕੇ ਜਾਂਦੇ ਹਾਂ, ਕੀ ਫਿਰ ਸਾਨੂੰ ਪਟਨਾ ਸਾਹਿਬ ਹਜ਼ੂਰ ਸਾਹਿਬ ਲਈ ਵੀ ਵੀਜ਼ੇ ਲੈ ਕੇ ਜਾਣਾ ਪਏਗਾ? ਵੀ ਉਹ ਤਾਂ ਸਾਡੇ ਕੰਟਰੋਲ ਚੋਂ ਬਾਹਰ ਹੋ ਜਾਣਗੇ। ਸੋ ਅੱਜ ਮੈਂ ਸਮਝਦਾ ਹਾਂ ਵੀ ਬਹੁਤ ਸਾਰਿਆਂ ਨੂੰ ਜਿਨ੍ਹਾਂ ਨੂੰ ਅਜੇ ਸਮਝ ਨਹੀਂ ਵੀ ਆ ਰਹੀ ਸੀ ਕਿ ਭਾਈ ਇਹ ਜਿਹੜਾ ਇੱਕ ਤੋਂ ਬਾਅਦ ਇੱਕ ਉਹ ਉਹਨਾਂ ਹਿੰਦੂ ਤੀਰਥਾਂ ਦੇ ਉੱਤੇ ਜਿੱਥੇ ਗੁਰੂ ਸਾਹਿਬਾਨ ਨੇ ਖਲੋ ਕੇ ਬ੍ਰਾਹਮਣਵਾਦ ਦੇ ਪਖੰਡ ਨੂੰ ਵੰਗਾਰਿਆ, ਲਲਕਾਰਿਆ, ਲੋਕਾਂ ਸਾਹਮਣੇ ਐਕਸਪੋਜ਼ ਕੀਤਾ, ਉਹਨਾਂ ਥਾਵਾਂ ਨੂੰ ਇੱਕ ਇੱਕ ਕਰਕੇ ਉਹ ਐਲੀਮੀਨੇਟ ਕਰ ਰਹੇ ਨੇ। ਜਿਵੇਂ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਹਰਿਦੁਆਰ ਗੰਗਾ ਦੇ ਕੰਢੇ, ਜਿੱਥੇ ਪੰਡਤਾਂ ਨੂੰ ਗੁਰੂ ਸਾਹਿਬ ਨੇ ਚੈਲੰਜ ਕਰਦਿਆਂ ਕਿਹਾ ਸੀ ਕਿ ਵੀ ਜੇ ਮੇਰਾ ਪਾਣੀ ਇੱਥੋਂ ਸੁੱਟਿਆ ਮੇਰੇ ਖੇਤਾਂ ਤੱਕ ਨਹੀਂ ਪਹੁੰਚਦਾ ਕਰਤਾਰਪੁਰ ਦੀ ਧਰਤੀ ਤੇ ਜਾਂ ਨਨਕਾਣਾ ਸਾਹਿਬ ਦੀ ਧਰਤੀ ਤੇ ਤੁਹਾਡਾ ਪਾਣੀ ਤੁਹਾਡੇ ਪੂਰਵਜਾਂ ਤੱਕ ਕਿਵੇਂ ਸੂਰਜ ਦੇ ਕੋਲ ਜਿਹੜੇ ਬੈਠੇ ਨੇ ਪਹੁੰਚੇਗਾ? ਉਸ ਦਾ ਅੱਜ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ। ਇਵੇਂ ਜਗਨਨਾਥਪੁਰੀ ਜਿੱਥੇ ਕਿ ਦੀਵਿਆਂ 'ਚ ਦੀਵੇ ਬਾਲ ਕੇ ਥਾਲ ਦੇ ਵਿੱਚ ਔਰ ਭਗਵਾਨ ਜਗਨਨਾਥ ਉਸ ਨੂੰ ਹੀ ਰੱਬ ਬਣਾਇਆ ਹੋਇਆ ਸੀ, ਤੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਤਾਰੀ, ਜਿਹੜੀ ਸੱਚਮੁੱਚ ਆਰਤੀ ਉਤਾਰਨਾ ਸੀ ਅਕਾਲ ਪੁਰਖ ਦੀ। ਗगन में थाल रव चंद दीपक बने, तारका मंडल जनक मोती, धूप माले आन लो पवन चवरो करे, सगल बन राय फुलंत ज्योति, कैसी आरती होए पव खंडना तेरी आरती, अनहता शब्द वाजंत पेरी। ਅੱਜ ਉਹ ਮੰਗੂ ਮੱਠ ਜਿੱਥੇ ਗੁਰੂ ਸਾਹਿਬ ਰੁਕੇ ਉਸ ਨੂੰ ਸਫਾਏ ਹਸਤੀ ਤੋਂ ਮਿਟਾ ਦਿੱਤਾ ਗਿਆ। ਇਵੇਂ ਜਿਹੜਾ ਬਾਰਡਰ ਉਹ ਸਿੰਗਾਪੁਰ ਜਿਹੜਾ ਸਿੱਕਮ ਦੇ ਵਿੱਚ ਜਾ ਕੇ ਜਿੱਥੇ ਡੋਂਗਮਾਰ ਗੁਰਦੁਆਰਾ ਸਾਹਿਬ ਜਿੱਥੇ ਉਹ ਬੁੱਧ ਧਰਮ ਦੇ ਨਾਲ ਸੰਬੰਧਿਤ ਜਿਹੜੇ ਬੌਧੀ ਭਿਕਸ਼ੂ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਠੀਕ ਰਾਏ ਪਾਇਆ, ਉਸ ਯਾਦ ਨੂੰ ਵੀ ਮਿਟਾ ਦਿੱਤਾ ਗਿਆ। ਫਿਰ ਅਸੀਂ ਗੁਰਦੁਆਰਾ ਮਟਨ ਕਸ਼ਮੀਰ ਦੇ ਵਿੱਚ ਜਿੱਥੇ ਅਗੇਨ ਕਸ਼ਮੀਰੀ ਪੰਡਤ ਜਿਹੜੇ ਕਿ ਉਸ ਧਰਤੀ ਦੇ ਖਿੱਤੇ ਦੀ ਕਿਸਮਤ ਲਿਖਦੇ ਨੇ, ਜਿਨ੍ਹਾਂ ਨੇ 4000 ਸਾਲ ਤੋਂ ਵਰਨ ਆਸ਼ਰਮ ਦੇ ਥੱਲੇ ਸਭ ਨੂੰ ਦੱਬਿਆ ਹੋਇਆ, ਇਹ ਸਾਰੇ ਰਿਸ਼ੀ ਮੁਨੀ ਸਾਰੇ ਉਸ ਨਾਲ ਹੀ ਨੇ। ਰਿਸ਼ੀ ਕੋਕ ਜਿਹੜਾ ਜਿਸ ਦੇ ਨਾਂ ਤੇ ਕੋਕ ਸ਼ਾਸਤਰ ਇਹ ਵੀ ਉਸ ਥਾਂ ਦਾ ਹੀ ਹੈ, ਕੋਕ ਕੌਲ ਬ੍ਰਾਹਮਣ। ਸੋ ਉਸ ਥਾਂ ਦੇ ਉੱਤੇ ਵੀ ਮਟਨ ਦੇ ਵਿੱਚ ਇਤਿਹਾਸਕ ਗੁਰੂ ਸਾਹਿਬ ਦਾ ਚੈਲੰਜ ਉਹ ਵੀ ਗੁਰਦੁਆਰਾ ਮਿਟਾ ਦਿੱਤਾ ਗਿਆ। ਤਖਤ ਸਾਹਿਬਾਨ ਹੁਣ ਜ਼ਾਹਰ ਹੈ ਕਿ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਭਵ ਲਿਓ ਔਰ ਜੋਤੀ ਜੋਤ ਸਮਾਣਾ ਹਜ਼ੂਰ ਸਾਹਿਬ ਦੋਨੋਂ। ਹੁਣ ਪਟਨਾ ਸਾਹਿਬ ਦੇ ਵਿੱਚ ਤਾਂ ਕਿਸ ਕਿਸਮ ਦਾ ਦੂਸਰਾ ਪਾਰਟ ਹੈ, ਉੱਥੇ ਵੀ ਸਰਕਾਰ ਦੀ ਦਖਲਅੰਦਾਜ਼ੀ ਹੈ ਪਟਨਾ ਬੋਰਡ ਦੇ ਵਿੱਚ, ਪਰ ਉਹ ਅਜੇ ਕਿਉਂਕਿ ਬਿਹਾਰ ਦੇ ਵਿੱਚ ਸਿੱਧੀ ਬੀਜੇਪੀ ਦੀ ਹਕੂਮਤ ਕਦੇ ਨਹੀਂ ਆਈ ਔਰ ਇਹੀ ਕਾਰਨ ਹੈ ਕਿ ਨਤੀਸ਼ ਕੁਮਾਰ ਹੋਏ ਜਿਹੜਾ ਉਹ ਲਗਾਤਾਰ ਪਤਾ ਨਹੀਂ ਕਿੰਨੀ ਵਾਰੀ ਮੁੱਖ ਮੰਤਰੀ ਬਣਿਆ, ਹੁਣ ਫਿਰ ਬੀਜੇਪੀ ਨਾਲ ਰਲ ਗਏ। ਸੋ ਉੱਥੇ ਇਨਡਾਇਰੈਕਟ ਤੌਰ ਤੇ ਇਕਬਾਲ ਸਿੰਘ ਵਰਗੇ ਗੁੰਡੇ ਜਾਂ ਦੂਜੇ ਉਹਨਾਂ ਨੂੰ ਜਥੇਦਾਰ ਥਾਪੇ ਰੱਖਣ 'ਚ ਜਾਂ ਦੂਜਾ ਤਾਂ ਕਿ ਹਿੰਦੂਤਵਾ ਜਾਂ ਰਾਸ਼ਟਰੀ ਸਿੱਖ ਸੰਗਤ ਦਾ ਏਜੰਡਾ ਰਹੇ ਕਾਇਮ, ਲੇਕਿਨ ਉੱਥੇ ਉਸ ਲੈਵਲ ਦਾ ਜਿਹੜਾ ਅਜੇ ਕਬਜ਼ਾ ਨਹੀਂ ਹੈ ਜਿਹੜਾ ਹਜ਼ੂਰ ਸਾਹਿਬ ਤੇ ਪਹਿਲਾਂ ਵੀ। ਹੁਣ ਇਹ ਜਿਹੜੀ ਅੱਜ ਪਿਛਲੇ 2 ਦਿਨ ਤੋਂ ਖਬਰ ਸਾਰੇ ਪਾਸੇ ਘੁੰਮੀ ਕਿ ਜੀ ਸ਼ਿੰਦੇ ਗਵਰਨਮੈਂਟ ਜਿਹੜੀ ਜ਼ਾਹਰ ਹੈ ਇਹ ਸ਼ਿਵ ਸੈਨਾ ਦੇ ਜਿਸ ਗਰੁੱਪ ਨੂੰ ਤੋੜ ਕੇ ਬੀਜੇਪੀ ਨੇ ਉਹਦੇ ਨਾਲ ਹਕੂਮਤ ਬਣਾਈ, ਇਹ ਸ਼ਿਵ ਸੈਨਾ ਦਾ ਹੀ ਗਰੁੱਪ ਸੀ ਪਰ ਹੁਣ ਇਹ ਬੀਜੇਪੀ ਨੂੰ ਹੀ ਆਲਮੋਸਟ ਲੀਡ ਕਰ ਰਿਹਾ ਹੈ। ਉਹਨਾਂ ਨੇ ਅਚਾਨਕ ਜਿਹੜਾ ਇੱਕ ਸਰਕੂਲਰ ਜਾਰੀ ਕਰਕੇ ਔਰ ਉਸ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ 17 ਮੈਂਬਰੀ ਬੋਰਡ ਹੈ ਮਹਾਰਾਸ਼ਟਰ ਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਨੂੰ ਦੇਖਣ ਵਾਲਾ, ਇਹਦੇ ਚੋਂ 12 ਮੈਂਬਰ ਜਿਹੜੇ ਸਰਕਾਰ ਹੀ ਨੋਮੀਨੇਟ ਕਰੇਗੀ, ਹਾਂਜੀ। ਸ਼੍ਰੋਮਣੀ ਕਮੇਟੀ ਸਿਰਫ 2 ਕਰੇਗੀ ਔਰ 2-3 ਲੋਕਲ, ਬਾਕੀ ਖਤਮ। ਹੁਣ ਕਿਉਂਕਿ ਇਸ ਖਬਰ ਨੂੰ ਡਿਸਕਸ ਤਾਂ ਉਸ ਲੈਵਲ ਤੇ ਨਹੀਂ ਹੋਇਆ ਕਿ ਵੀ ਪਹਿਲਾਂ ਕੀ ਸੀ ਕਿ ਵੀ ਅਚਾਨਕ ਇਹ ਜਿਹੜਾ ਫੈਸਲਾ ਲਿਆ ਕਿ 17 ਚੋਂ 12 ਦਾ ਮਤਲਬ 2/3 ਕਿ 2/3 ਦੇ ਨਾਲ ਇਹ ਜਿਹੜਾ ਤਖਤ ਹਜ਼ੂਰ ਸਾਹਿਬ ਦਾ ਕਰੋੜਾਂ ਰੁਪਏ ਦਾ ਜਿੱਥੇ ਸਿੱਖਾਂ ਨੇ ਜਾ ਕੇ ਆਪਣੀ ਸ਼ਰਧਾ ਦੇ ਨਾਲ ਜੋ ਉੱਥੇ ਐਸਟੈਬਲਿਸ਼ ਕੀਤਾ ਜਾਂ ਜੋ ਉੱਥੇ ਜਦੋਂ ਜਾਂਦੇ ਨੇ ਉਹ ਦਰਸ਼ਨ ਭੇਟ ਕਰਦੇ ਨੇ, ਉਹ ਸਭ ਮਹਾਰਾਸ਼ਟਰ ਸਰਕਾਰ ਨੀਤੀ ਵੀ ਮੇਨ ਹਿੰਦੂਤਵਾ ਦਾ ਤਾਂ ਪਹਿਲਾਂ ਹੀ ਪਟਨਾ ਸਾਹਿਬ ਹਜ਼ੂਰ ਸਾਹਿਬ ਚੋਂ ਤੁਹਾਨੂੰ ਹਜ਼ੂਰ ਸਾਹਿਬ ਚੋਂ ਕਾਫੀ ਹਿੰਦੂਤਵੀ ਰਸਮਾਂ ਨਜ਼ਰ ਆਉਂਦੀਆਂ ਨੇ। ਹੁਣ ਇਹ ਇਸ ਗੱਲ ਦੀ ਹਿਸਟਰੀ ਫਿਰ ਜਾ ਕੇ ਜੁੜਦੀ ਹੈ ਕਿ ਭਾਈ ਇਹ ਤਾਂ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਦਾ ਹਿੱਸਾ ਸੀ, ਨੰਦੇੜ ਟਾਊਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਮਝੌਤੇ ਦੇ ਤਹਿਤ ਜਿੱਥੇ ਉੱਥੋਂ ਸਿੱਖ ਫੌਜ ਆਈ
ਨਿਜ਼ਾਮ ਨੂੰ ਜਿਹੜਾ ਉਹਨੇ ਟੈਕਸ ਕਲੈਕਟ ਕਰਨਾ ਸੀ ਉਹਦੇ ਲਈ ਜਿਹਦੀ ਤਨਖਾਹ ਲਾਹੌਰ ਦਰਬਾਰ 'ਚੋਂ ਜਾਂਦੀ ਸੀ, ਔਰ ਇਹਨੂੰ ਬਿਲਟ ਜਿਹੜਾ ਹੈ ਉਹ ਉੱਥੇ ਸਿੱਖਾਂ ਨੇ ਕੀਤਾ। ਫਿਰ ਜਿਹੜਾ ਇਹ 1948 ਤੱਕ ਜਦੋਂ ਹੈਦਰਾਬਾਦ ਰਿਆਸਤ ਆਜ਼ਾਦ ਰਿਆਸਤ ਸੀ, ਇਹ ਨਿਜ਼ਾਮ ਦੀ ਉਸ ਦੇ ਵਿੱਚ ਸੀ ਔਰ ਸਿੱਖਾਂ ਦਾ ਇੰਡੀਪੈਂਡੈਂਟ ਕੰਟਰੋਲ ਸੀ। ਜਦੋਂ 1948 ਦੇ ਵਿੱਚ ਜਿੱਦਣ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਡੈਥ ਹੋਈ, ਉਸ ਤੋਂ ਅਗਲੇ ਦਿਨ ਇੰਡੀਆ ਨੇ ਫੌਜ ਭੇਜ ਕੇ ਹੈਦਰਾਬਾਦ ਰਿਆਸਤ ਦੇ ਉੱਤੇ ਕਬਜ਼ਾ ਕੀਤਾ। 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ ਹੈਦਰਾਬਾਦ ਦੀ ਰਿਆਸਤ ਦਾ ਇਲਾਕਾ ਸੀ, ਜਿਹਦੇ ਵਿੱਚ ਅੱਜ ਦਾ ਮੌਜੂਦਾ ਕਾਫੀ ਹਿੱਸਾ ਆਂਧਰਾ ਦਾ, ਤੇਲੰਗਾਨਾ ਦਾ, ਮਹਾਰਾਸ਼ਟਰ ਦਾ, ਕਰਨਾਟਕਾ ਦਾ। ਔਰ ਉਸ ਤੋਂ ਬਾਅਦ ਜ਼ਾਹਿਰ ਹੈ ਕਿ ਕਿਉਂਕਿ ਇਹ ਸੂਬੇ ਬਣ ਗਏ ਜਦੋਂ ਕਿ ਲਿੰਗੁਇਸਟਿਕ ਡਿਮਾਰਕੇਸ਼ਨ ਹੋਈ, ਤੇ ਹਜ਼ੂਰ ਸਾਹਿਬ ਦੇ ਹਵਾਲੇ ਨਾਲ 1956 ਦੇ ਵਿੱਚ 1956 ਚ ਗੁਰਦੁਆਰਾ ਸੱਚਖੰਡ ਬੋਰਡ ਐਕਟ ਇਹ ਬਣਿਆ। ਔਰ ਇਸ ਦੇ ਵਿੱਚ ਜਿਹੜਾ ਇਹ ਐਕਟ ਸੀ ਗੁਰਦੁਆਰਾ ਸੱਚਖੰਡ ਬੋਰਡ ਐਕਟ, ਇਹਦੇ ਥੱਲੇ ਕੁੱਲ 17 ਮੈਂਬਰ ਇਸ ਦੇ ਵਿੱਚ ਰੱਖੇ ਗਏ ਜਿਹੜੇ ਮੈਨੇਜ ਕਰਨਗੇ, ਜਿਨ੍ਹਾਂ ਚੋਂ 4 ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਨੋਮੀਨੇਟ ਹੁੰਦੇ ਸੀ ਹੁਣ ਤੱਕ, ਕੱਲ ਤੱਕ 4 ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ, 4 ਮੈਂਬਰ ਸੱਚਖੰਡ ਹਜ਼ੂਰ ਖਾਲਸਾ ਦੀਵਾਨ ਦੇ ਜਿਹੜੀ ਲੋਕਲ ਜਿਹੜੇ ਉਹਨਾਂ ਦੇ, ਤਾਂ ਕਿ ਜਿਹੜੇ ਦੱਖਣੀ ਸਿੱਖ ਨੇ ਉੱਥੇ ਉਹਨਾਂ ਦੀ ਪ੍ਰੋਪਰ ਨੁਮਾਇੰਦਗੀ, 4 ਸ਼੍ਰੋਮਣੀ ਕਮੇਟੀ, 4 ਜਿਹੜੀ ਹੈ ਸੱਚਖੰਡ ਹਜ਼ੂਰ ਖਾਲਸਾ ਦੀਵਾਨ, 2 ਮੈਂਬਰ ਪਾਰਲੀਮੈਂਟ ਸਿੱਖ। ਇਸੇ ਲਈ ਕਦੇ ਬੂਟਾ ਸਿੰਘ ਵੀ ਮੈਂਬਰ ਰਿਹਾ, ਹੋਰ ਵੀ ਰਹੇ ਨੇ, ਕਿ ਉਹ ਸਿੱਖਾਂ ਦੇ ਨੁਮਾਇੰਦੇ ਦੇ ਤੌਰ ਤੇ 2 ਸਿੱਖ ਮੈਂਬਰ ਚੀਫ ਖਾਲਸਾ ਇਹ ਜਿਹੜੇ ਨੇ ਪਾਰਲੀਮੈਂਟ ਵੱਲੋਂ, 1 ਚੀਫ ਖਾਲਸਾ ਦੀਵਾਨ ਜਿਹੜੀ ਸਾਡੀ ਐਜੂਕੇਸ਼ਨਲ ਮੂਵਮੈਂਟ ਦੀ ਜਿਹੜੀ ਹੈ ਉਹ ਪਾਇਨੀਅਰ ਬਾਡੀ ਹੈ, 1 ਉਹਨਾਂ ਵੱਲੋਂ, ਤੇ 1 ਜਿਹੜੇ ਨੇ ਮਰਾਠਵਾੜਾ ਦੇ 7 ਜ਼ਿਲ੍ਹਿਆਂ ਚੋਂ ਸਿੱਧੇ ਚੁਣੇ ਗਏ 3 ਮੈਂਬਰ ਸ਼ਾਮਲ ਹੁੰਦੇ ਸੀ। ਹੁਣ ਮਰਾਠਵਾੜਾ ਉਹ ਰੀਜਨ ਹੈ ਜਿਹਦੇ 'ਚ ਹਜ਼ੂਰ ਸਾਹਿਬ ਹੈ, ਕਿ 3 ਮੈਂਬਰ ਸਿੱਧੇ ਜਿਹੜੇ ਉਹਨਾਂ ਦੇ ਸਿੱਖ ਨੇ ਮਹਾਰਾਸ਼ਟਰ 'ਚ ਰਹਿਣ ਵਾਲੇ ਮਰਾਠਵਾੜਾ ਉਹ ਚੁਣਦੇ ਸੀ। ਇਸੇ ਤਰ੍ਹਾਂ ਕਿਉਂਕਿ ਹਜ਼ੂਰ ਸਾਹਿਬ ਜਾਣ ਵਾਲੇ ਲੋਕ ਆਂਧਰਾ ਤੋਂ ਵੀ ਜਾਂਦੇ ਨੇ, ਔਰ ਇਸ ਤਰ੍ਹਾਂ ਮਹਾਰਾਸ਼ਟਰ ਤੇ ਆਂਧਰਾ ਤੋਂ ਵੀ 1-1 ਮੈਂਬਰ ਚੁਣਿਆ ਜਾਂਦਾ ਸੀ। ਤੇ 1 ਜਿਹੜਾ ਕਲੈਕਟਰ ਹੈ ਉਸ ਖਿੱਤੇ ਦਾ, ਜਿਹਨੂੰ ਇੱਧਰ ਅਸੀਂ ਡਿਪਟੀ ਕਮਿਸ਼ਨਰ ਕਹਿੰਦੇ, ਉਹ ਉਹਦਾ ਇੱਕ ਹਿੱਸਾ ਹੁੰਦਾ ਸੀ ਤਾਂ ਕਿ ਐਡਮਿਨਿਸਟ੍ਰੇਟਿਵ ਕੰਟਰੋਲ ਰਹੇ। ਸੋ ਸਿਰਫ 1 ਕਲੈਕਟਰ ਹੀ ਉਹਨਾਂ ਦਾ ਸੀ, ਬਾਕੀ ਸਿੱਖਾਂ ਦੀ ਬਰੋਡ ਨੁਮਾਇੰਦਗੀ ਜਿਹਦੇ 'ਚ ਲੋਕਲ ਮਰਾਠਵਾੜਾ ਦੇ ਸਿੱਖ, ਤਖਤ ਹਜ਼ੂਰ ਸਾਹਿਬ ਦੇ ਸਿੱਖ, ਕਰਨਾਟਕਾ ਆਂਧਰਾ ਦਾ ਨੁਮਾਇੰਦਾ, 4 ਸ਼੍ਰੋਮਣੀ ਕਮੇਟੀ, 2 ਮੈਂਬਰ ਪਾਰਲੀਮੈਂਟ, 1 ਚੀਫ ਖਾਲਸਾ ਦੀਵਾਨ। ਹੁਣ ਇਹ ਇੱਕ ਕਲੈਕਟਿਵ ਬਾਡੀ ਸੀ ਜਿਹੜੀ ਕਿ ਉਹਨੂੰ ਰਨ ਕਰ ਰਹੀ ਸੀ। ਅਚਾਨਕ ਉਹਨਾਂ ਨੇ ਇਹ ਬੋਰਡ ਕਮੇਟੀ ਦੀ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਕਿ ਜੀ ਇਹ 17 ਚੋਂ 12 ਮੈਂਬਰ ਹੁਣ ਅਸੀਂ ਨੋਮੀਨੇਟ ਕਰਾਂਗੇ ਔਰ ਬਾਕੀ ਜਿਹੜੇ ਨੇ ਉਹ ਲੋਕਲ 4-5। ਸੋ ਇਹ ਸਿੱਧਾ ਉਹਨਾਂ ਨੇ ਆਕੂਪਾਈ ਕਰ ਲਿਆ ਜੀ। ਇਧਰ ਤਾਂ ਮਸਜਿਦ ਢਾਹ ਕੇ ਰਾਮ ਮੰਦਿਰ ਬਣਾ ਕੇ ਕਰ ਲਿਆ ਉਹਨਾਂ ਨੇ। ਤੁਹਾਡਾ ਸਭ ਤੋਂ ਨਾਲ ਦੀ ਨਾਲ ਅਜੇ ਉਹੀ ਦਿਨ ਚੱਲ ਰਹੇ ਨੇ ਕਿ ਜਦੋਂ ਹਿੰਦੂਤਵਾ ਦੇ ਨਾਂ ਥੱਲੇ ਜੋ ਕੁਝ ਚੱਲ ਰਿਹਾ। ਹੁਣ ਅਸੀਂ ਉਹਨਾਂ ਸਿੱਖਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਜਿਹੜੇ ਕਹਿੰਦੇ ਨੇ ਕਿ ਜੀ ਖਾਲਿਸਤਾਨ ਬਣਨ ਤੇ ਇਹਨਾਂ ਦਾ ਕੀ ਬਣੇਗਾ। ਹੁਣ ਤਾਂ ਜੇ ਖਾਲਿਸਤਾਨ ਨਹੀਂ ਬਣਿਆ, ਹੁਣ ਤਾਂ ਤੁਸੀਂ ਭਾਰਤ ਮਾਤਾ ਦੇ ਭਗਤ ਤੋਂ ਪਹਿਲਾਂ ਆਪਣੇ ਇਤਿਹਾਸਕ ਗੁਰਦੁਆਰੇ ਛਡਾ ਲਓ। ਆ ਜਿਹੜਾ ਕੱਲ ਹਜ਼ੂਰ ਸਾਹਿਬ ਦਾ ਕੰਟਰੋਲ ਉਹਨਾਂ ਨੇ, ਜਿਹੜੀ ਓਵਰਆਲ ਸਿੱਖ ਕਮਿਊਨਿਟੀ ਦੀ ਮੈਨੇਜਮੈਂਟ ਹੈ, ਔਰ ਉੱਥੇ ਮਿਲੀਅਨਸ ਆਫ ਡਾਲਰ ਸਿੱਖਾਂ ਨੇ ਲਾਏ ਨੇ ਪਿਛਲੇ 15, 20, 25 ਸਾਲ 'ਚ। ਬਹੁਤ ਡਿਵੈਲਪਮੈਂਟ ਹੋਈ ਕਿਉਂਕਿ ਬਹੁਤ ਸਾਰੇ 350 ਸਾਲਾ ਗੁਰਗੱਦੀ ਔਰ ਦੂਸਰੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦੇ ਸਮਾਗਮ ਆਏ। ਇਸ ਕਿਸਮ ਦੀਆਂ ਉੱਥੇ ਸਰਾਵਾਂ ਦੇ ਨਾਂ ਥੱਲੇ ਫਸਟ ਕਲਾਸ 에ਅਰ ਕੰਡੀਸ਼ਨਡ ਜਿਹੜੀਆਂ ਨੇ ਉਹ ਬਾਹਰਲੇ ਸਿੱਖਾਂ ਨੇ, NRPs ਨੇ, ਨਾਨ ਰੈਜ਼ੀਡੈਂਟ ਪੰਜਾਬੀਆਂ ਨੇ ਇਨਵੈਸਟ ਕੀਤਾ। ਉਹ ਤੁਹਾਡੀ ਸਾਰੀ ਉਹਨਾਂ ਨੇ ਵਿਦ ਸਟ੍ਰੋਕ ਆਫ ਦਾ ਪੈਨ ਜਿਹੜਾ ਉਹਨਾਂ ਨੇ ਕੰਟਰੋਲ ਲੈ ਲਿਆ। ਉਹਨਾਂ ਦੇ ਜਦੋਂ ਉਹਨਾਂ ਦੇ ਮੈਂਬਰ ਨਾਮਜ਼ਦ ਹੋਣਗੇ ਉੱਥੇ ਹੀ ਉਹ ਮੂੰਹ 'ਚ ਤਮਾਕੂ ਔਰ ਬੀੜੀਆਂ ਪੀਂਦੇ ਔਰ ਉਹਨਾਂ ਦੇ ਬਾਬੂ ਡਿਸਾਈਡ ਕਰਨਗੇ ਕਿ ਕਿੱਥੇ ਉਹਨਾਂ ਨੇ ਕੀ ਕਰਨਾ। ਸੋ ਹੁਣ ਇਹਦਾ ਜਵਾਬ ਜਿੱਦਣ ਇਸ ਕਿਸਮ ਦੀ ਜਿਹੜੀ ਨਸਲ ਦੇ ਲੋਕ ਨੇ ਦੇ ਦੇਣਗੇ, ਫਿਰ ਅਸੀਂ ਵੀ ਉਹਨਾਂ ਨੂੰ ਇਹ ਦੱਸ ਦਿਆਂਗੇ ਕਿ ਭਾਈ ਖਾਲਿਸਤਾਨ ਬਣਨ ਦੇ ਨਾਲ ਕਿਵੇਂ ਮਹਿਫੂਜ਼ ਹੋਣਗੇ ਸਾਡੇ ਗੁਰਦੁਆਰੇ। ਅੱਜ ਤਾਂ ਬਿਨਾਂ ਬਣੇ ਉਹ ਤੁਹਾਡੇ ਇਤਿਹਾਸ ਨੂੰ ਵੀ ਮਿਟਾ ਰਹੇ ਨੇ। ਔਰ ਉਦਾਹਰਣ ਇਹਦੇ 'ਚ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਜਥੇਦਾਰ ਅਕਾਲ ਤਖਤ ਜਾਂ ਦਲਜੀਤ ਸਿੰਘ, ਉਹਨਾਂ ਦੇ ਬਿਆਨ ਮਾਤਰ ਆਏ ਨੇ। ਕੋਈ ਈਵਨ ਦੇਖੋ ਇਹ ਇਵੇਂ ਹੀ ਹੈ, ਕੋਈ ਕਹੇ ਜੀ ਵੈਟੀਕਨ ਚੋਂ ਪੋਪ ਕੱਢ ਕੇ ਇਟਲੀ ਦੀ ਸਰਕਾਰ ਜਿਹੜੀ ਆ ਉਹਦਾ ਕੰਟਰੋਲ ਲੈ ਲੇ। ਤੁਸੀਂ ਓਵਰਆਲ ਵੀ ਸਿੱਖਾਂ ਦੀ ਕਲੈਕਟਿਵ ਕੌਨਸ਼ੀਅਸਨੈਸ ਦੇ ਵਿੱਚ ਇੱਕ ਮੁਰਦਾਪਨ ਦੇਖੋ ਕਿ ਤੁਹਾਨੂੰ ਉਸ ਲੈਵਲ ਦਾ ਉਹ ਵਿਰੋਧ ਹੀ ਨਜ਼ਰ ਨਹੀਂ ਆਉਂਦਾ ਕਿ ਭਾਈ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ
ਉਹ ਸਾਡੇ ਤਖਤ ਦੇ ਉੱਤੇ ਜਿਹੜਾ ਉਹ ਕਬਜ਼ਾ ਕਰ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਦੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਹਿਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਵਾਂਗ ਭਾਰਤੀ ਯੂਨੀਅਨ ਟੁੱਟਣ ਵੱਲ ਜਿਹੜੀ ਵੱਧ ਰਹੀ ਹੈ। ਤੇ ਤਾਮਿਲਨਾਡੂ ਦੇ ਦਰਜਨਾਂ MPs ਨੇ ਕਾਲੇ ਕੱਪੜੇ ਪਾ ਕੇ ਭਾਰਤੀ ਪਾਰਲੀਮੈਂਟ ਵਿੱਚ ਰੋਸ ਵਿਖਾਵਾ ਕੀਤਾ ਔਰ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਆਰਥਿਕ ਮਸਲਿਆਂ ਵਿੱਚ ਜਿਹੜਾ ਤਾਮਿਲਨਾਡੂ ਨਾਲ ਵਿਤਕਰਾ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਲਵਾਂਗੇ ਔਰ ਜਿਹੜੀਆਂ ਗੁਰਬਾਣੀ ਵਿਚਾਰਾਂ ਦੀ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਊਥ ਅਮਰੀਕਾ ਦੇ ਕਿਸੇ ਰੈਵੋਲੂਸ਼ਨ ਦੀ ਗੱਲ ਹੈ, ਮੈਨੂੰ ਯਾਦ ਨਹੀਂ ਹੈ ਐਗਜ਼ੈਕਟਲੀ ਕਿਹੜੀ ਥਾਂ ਸੀ, ਵੀ ਇੰਨਾ ਰਿਪਰੈਸਿਵ ਰਜੀਮ ਸੀ ਕਿ ਕੋਈ ਉਹਦੇ ਖਿਲਾਫ ਡੇਅਰ ਹੀ ਨਹੀਂ ਸੀ ਕਰਦਾ ਆਵਾਜ਼ ਚੁੱਕਣਾ, ਕੋਈ ਪ੍ਰੋਟੈਸਟ ਤਾਂ ਦੂਰ ਦੀ ਗੱਲ। ਔਰ ਇੱਕ ਜਿਹੜਾ ਬੰਦਾ ਦੁਖੀ ਸੀ ਕਿ ਵੀ ਮੈਂ ਇਹਨੂੰ ਚੈਲੰਜ ਕਰਨਾ ਹੈ, ਪਰ ਉਹਨੇ ਇੱਕ ਕੀਤਾ ਕਿ ਵੀ ਉਹਨੇ ਐਨ ਇੱਕ ਟਾਈਮ ਮਿਥ ਲਿਆ ਦੁਪਹਿਰ ਦਾ, ਉੱਥੇ ਉਹ ਖਲੋ ਕੇ ਤੇ ਜਿਹੜਾ ਮਹਿਲ ਸੀ ਪੈਲੇਸ ਉਹਦੇ ਵੱਲੋਂ ਐ ਉਂਗਲ ਕਰਕੇ ਜਿਹੜਾ ਉਹਨੂੰ ਖੜਾ ਹੋ ਜਾਂਦਾ। ਬਸ 10 ਮਿੰਟ ਖੜੇ ਹੋ ਕੇ ਉਹਨੇ ਚਲੇ ਜਾਣਾ, ਫਿਰ ਔਰ ਮੂੰਹ ਕੁਛ ਨਹੀਂ ਕਹਿਣਾ। ਫਿਰ ਜਿਹੜਾ ਉਹਨੇ ਦੇਖਿਆ ਵੀ ਹਫ਼ਤੇ ਬਾਅਦ ਉਂਗਲ ਕਰਨ ਵਾਲੇ 2 ਬੰਦੇ ਹੋ ਗਏ, 3 ਹੋ ਗਏ, ਭੀੜ ਇਕੱਠੀ ਹੋਣੀ। ਹੌਲੀ 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 ਇਵੇਂ ਲੱਗਾ ਵੀ ਜਿਵੇਂ ਸਾਰਾ ਇਲਾਕਾ ਹੀ ਉਸ ਵੇਲੇ ਸਾਰਾ ਮੁਲਕ ਬੰਦ ਹੋ ਜਾਂਦਾ ਸੀ ਔਰ ਇਵੈਂਚੁਅਲੀ ਉਸ ਨੂੰ ਆਊਟ ਕਰ ਦਿੱਤਾ ਗਿਆ, ਉਸ ਬਾਦਸ਼ਾਹ ਨੂੰ ਜਾਂ ਜੋ ਵੀ ਰੂਲਰ ਸੀ। ਸੋ ਕਈ ਵਾਰ ਇਹ ਜਿਹੜੇ ਪ੍ਰੋਟੈਸਟ ਭਾਵੇਂ ਥੋੜੇ ਬਹੁਤ ਸਾਇਲੈਂਟ ਤਰੀਕੇ ਦੇ ਨਾਲ ਨਿਕਲਦੇ ਨੇ, ਤੁਹਾਨੂੰ ਨਜ਼ਰ ਆ ਰਹੇ ਹੁੰਦੇ ਨੇ, ਇਹ ਹੁੰਦਾ ਹੈ ਕਿ ਵੀ ਰਾਜੇ ਦਾ ਔਰ ਟੁੱਟ ਰਿਹਾ। ਔਰ ਜਦੋਂ ਸ਼ੇਕਸਪੀਅਰ ਦੇ ਲਫ਼ਜ਼ ਦੁਹਰਾਏ ਜਾਂਦੇ ਨੇ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਤੇ ਉਹਦੇ ਫਿਰ ਆਰਡਰ ਆਲੇ ਦੁਆਲੇ ਵਾਲੇ ਵੀ ਉਹਨੂੰ ਡਿਸਓਬੇ ਕਰ ਰਹੇ ਹੁੰਦੇ ਨੇ, ਉਹ ਮੈਜੈਸਟੀ ਨਹੀਂ ਉਹਦੀ ਓਬੇ ਹੋ ਰਹੀ ਹੁੰਦੀ। ਜੇ ਤੁਸੀਂ ਇੰਡੀਅਨ ਸਟੇਟ ਜਦੋਂ ਅਸੀਂ ਕਹਿੰਦੇ ਆ ਵੀ ਇਹ ਟੁੱਟਣ ਵੱਲ ਵੱਧ ਰਿਹਾ, ਇਹਦੇ ਚ ਕ੍ਰੈਕ ਨੇ, ਚੈਲੰਜਸ ਸ਼ੁਰੂ ਨੇ, ਤੇ ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ ਕਿ ਭਾਈ ਗਵਾਂਢੀ ਜਿਹੜੇ ਨੇ ਉਹਨਾਂ ਨੇ ਵੀ ਇਹਨਾਂ ਦਾ ਛੱਡ ਕੇ ਦੂਜਿਆਂ ਦਾ ਪੱਲਾ ਫੜਨਾ ਸ਼ੁਰੂ ਕਰਤਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ। ਨਾਰਥ ਈਸਟ ਦੇ ਵਿੱਚ ਮਨੀਪੁਰ ਇਹਨਾਂ ਨੇ ਜਿਹੜਾ ਸ਼ਟ ਆਫ ਕੀਤਾ ਹੋਇਆ ਬਾਕੀ ਵਰਲਡ ਨਾਲੋਂ, ਉੱਥੇ ਲਗਾਤਾਰ ਸਿਵਲ ਵਾਰ ਚੱਲ ਰਹੀ ਹੈ। ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਸ਼ਮੀਰ 'ਚ ਕੋਈ ਦਿਨ ਐਸਾ ਨਹੀਂ ਜਿੱਥੇ ਵਾਇਲੈਂਸ। ਲਦਾਖ 3 ਦਿਨ ਪਹਿਲੇ ਉੱਥੇ ਲੱਖਾਂ ਲੋਕ ਨਿਕਲੇ ਔਰ ਉਹ ਬੁੱਧਿਸਟ ਨੇ ਮੋਸਟਲੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਜੀ ਇਹ ਸਾਡਾ ਯੂਨੀਅਨ ਟੈਰੀਟਰੀ ਬਣਨ ਨਾਲ ਤਾਂ ਅਸੀਂ ਸਵਰਗਾਂ 'ਚ ਪਹੁੰਚ ਗਏ। ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹਦੇ ਕੋਲੋਂ ਤਾਂ ਅਸੀਂ ਪਹਿਲੇ ਹਾਲਾਤ ਚੰਗੇ ਸੀ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਜੰਤਰ ਮੰਤਰ ਦੇ ਉੱਤੇ ਕਰਨਾਟਕਾ ਦਾ ਚੀਫ ਮਿਨਿਸਟਰ ਸਿੱਧਾਰਾਮਈਆ ਉਹ ਇਹ ਕਰ ਰਹੇ ਨੇ ਜੀ ਅਸੀਂ ਟੈਕਸ ਦੇ ਰਹੇ ਹਾਂ। ਉਹਨਾਂ ਨੇ ਕਿਹਾ ਜੀ ਆਵਰ ਟੈਕਸ ਆਵਰ ਮਨੀ, ਕਿ ਭਾਈ ਸਾਡਾ ਟੈਕਸ ਸਾਨੂੰ। ਹੁਣ ਅੱਜ ਪ੍ਰੋਮੀਨੈਂਸ ਦੇ ਨਾਲ ਦੱਖਣ ਦੇ ਪੇਪਰ ਦਾ ਹਿੰਦੂ ਨੇ ਖਬਰ ਲਾਈ ਹੈ, ਤਾਮਿਲਨਾਡੂ MPs ਪ੍ਰੋਟੈਸਟ ਇਨ ਬਲੈਕ ਕਲੋਥਸ
over inadequate funds to the state। ਔਰ ਇਹ ਪੂਰੀ ਪਿਕਚਰ ਹੈ ਕਿ DMK ਦੇ ਬਹੁਤ ਸਾਰੇ MP ਜਿਹੜੇ ਨੇ ਉਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਕਾਲੇ ਕੱਪੜੇ ਪਾ ਕੇ ਗਏ, ਬਾਹਰ ਵੀ ਗਾਂਧੀ ਦਾ ਸਟੈਚੂ ਹੈ ਪਾਰਲੀਮੈਂਟ ਦੇ, ਉਹਦੇ ਤੇ ਬੈਠੇ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਲੋਕ ਸਭਾ ਮੈਂਬਰਸ ਬਿਲੋਂਗਿੰਗ ਟੂ DMK on Thursday participated in the House proceedings wearing black clothes to protest against the non-allocation of requisite funds to Tamil Nadu in the interim union budget। कि भी आज ਜਿਹੜਾ ਤੁਸੀਂ ਬਜਟ ਕੀਤਾ ਹੈ ਉਹਦੇ ਸਾਡਾ ਤਾਂ ਰੱਖਿਆ ਹੀ ਨਹੀਂ ਹੈ ਸਾਡੇ ਇਨਾਫ ਫੰਡਸ, ਟੈਕਸ ਅਸੀਂ ਤੁਹਾਨੂੰ ਦੇ ਰਹੇ ਹਾਂ। ਔਰ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਸਵਾਲ ਚੁੱਕਿਆ, ਉਹਨਾਂ ਨੇ ਕਿਹਾ ਵੀ ਉੱਥੇ ਇੰਨੀ ਕੁਦਰਤੀ ਆਪਦਾ ਵੀ ਆਈ, ਸੈਂਟਰ ਗਵਰਨਮੈਂਟ ਨੇ ਕਿਹਾ ਜ਼ਬਾਨੀ ਪਰ ਇੱਕ ਪੈਨੀ ਵੀ ਨਹੀਂ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਫਲੱਡਸ ਦੇ ਵਿੱਚ ਔਰ ਦੂਸਰਿਆਂ ਦੇ ਲਈ ਵੀ ਜੂਝ ਰਹੇ ਹਾਂ ਔਰ ਕੀ ਅਸੀਂ ਇੰਡੀਆ ਨੂੰ ਬਿਲੋਂਗ ਨਹੀਂ ਕਰਦੇ ਜੋ ਸਾਡੇ ਨਾਲ ਹੋ ਰਿਹਾ। ਸੋ ਇਹ ਜਿਹੜੇ ਕਰੈਕਸ ਨੇ, ਇਹ ਜਿਹੜੀ ਆਵਾਜ਼ ਉੱਠ ਰਹੀ ਹੈ ਹੁਣ, ਇੱਕ ਪਾਸੇ ਨਾਰਥ ਦੇ ਕੋਰਟ ਜਿਹੜੇ ਨੇ ਲਗਾਤਾਰ ਨਾਲ ਹਿੰਦੂ ਤਵੀਆਂ ਦੇ ਹੱਕ 'ਚ ਗਿਆਨ ਵਿਆਪੀ ਮਸੀਹ ਤੁਸੀਂ ਤਹਿਖਾਨੇ 'ਚ ਪੂਜਾ ਕਰ ਲਓ, ਹੁਣ ਉਹੀ ਜੁਡੀਸ਼ਰੀ ਜਿਹੜੀ ਦੱਖਣ 'ਚ ਬੈਠੀ ਹੈ ਹੁਣ ਮਦਰਾਸ 'ਚ ਇੱਕ ਪੱਥਰ ਦਾ ਅੱਗੇ ਰੱਖ ਦਿੱਤਾ ਕਿਸੇ ਦੇ ਘਰ ਦੇ ਕਿ ਜੀ ਇਹ ਤਾਂ ਸਟੈਚੂ ਹੈ, ਉਹਦੇ ਤੇ ਸੰਦੂਰ ਸੁੱਟਤਾ ਦੂਜਾ। ਔਰ ਮਦਰਾਸ ਹਾਈ ਕੋਰਟ ਦਾ ਫੈਸਲਾ ਹੈ ਐਵਰੀ ਸਟੋਨ ਪਲੇਸਡ ਔਨ ਰੋਡ ਸਾਈਡ cannot become an idol, says Madras High Court, laments superstitious beliefs। ਹੁਣ ਇਹ ਤੁਸੀਂ ਕ੍ਰੈਕ ਪੋਲੀਟੀਕਲ ਅਰੀਨਾ 'ਚ ਵੀ ਦੇਖ ਰਹੇ ਹੋ, ਜੁਡੀਸ਼ਰੀ 'ਚ ਵੀ ਦੇਖ ਰਹੇ ਹੋ। ਮਦਰਾਸ ਹਾਈ ਕੋਰਟ ਨੇ ਕੇਸ ਬਾਹਰ ਸੁੱਟਿਆ, ਉਹਨੇ ਕਿਹਾ ਹਰ ਪੱਥਰ ਜਿਹੜਾ ਉਹ ਠਾਕਰ ਨਹੀਂ ਬਣ ਜਾਂਦਾ ਔਰ ਇਹ ਤੁਸੀਂ ਕਿਹੜੇ ਸੁਪਰਸਟੀਸ਼ਨ ਮੁਲਕਾਂ ਨੂੰ ਜਿਹੜੇ ਲੋਕਾਂ ਨੂੰ ਫਸਾ ਰਹੇ ਹੋ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕ੍ਰੈਕਸ ਹੌਲੀ ਹੌਲੀ ਹੋਰ ਡੀਪਰ ਹੋਣਗੇ। ਨਾਰਥ ਸਾਊਥ, ਨਾਰਥ ਈਸਟ, इधर वेस्ट कश्मीर, पंजाब और वड्डा हिस्सा दलित भाईचारा और ट्राइबल कम्युनिटी, झारखंड दे विच तुसी बगावत देखो, दूसरा देखो। सो ऑलरेडी इन्हां दा हशर सोवियत यूनियन वाला होण जा रहा है, ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਰ ਦੇ ਜਿਹੜੇ ਲਾਈਵ ਮੈਸੇਜ ਨੇ YouTube ਦੇ ਉੱਪਰ ਲੈਣ ਜਾ ਰਹੇ ਹਾਂ, ਸਭ ਦਾ ਹੀ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਬਹੁਤ ਹੀ ਅੱਛੇ ਜਿਹੜੇ ਤੁਹਾਡੇ ਮੈਸੇਜ ਨੇ ਐਵਰੀਡੇ ਮਿਲਦੇ ਨੇ। ਸੋ ਸੁਖਵਿੰਦਰ ਸਿੰਘ ਜੀ ਪਹਿਲੇ ਨੇ ਸਾਡੇ ਵਿਊਅਰਸ ਔਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਈ। ਇੰਦਰਜੀਤ ਸਿੰਘ ਸੰਧੂ, ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਜੀਤ ਵੜੈਚ, ਅਮਰੀਕ ਸਿੰਘ ਮੋਲੇ, ਸੁਰਮੁਖ ਮੁੰਦਰਾ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ, ਅਮਰਜੀਤ ਸੈਣੀ, ਹਰਦੀਪ ਸਿੰਘ, ਫਿਰ ਇਹ ਸਾਰੇ ਸਾਨੂੰ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ। ਹਰਦੀਪ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਇੰਡੀਆ ਦੇ ਇੰਨਾ ਬੁਰਾ ਹਾਲ ਹੋਇਆ ਪਿਆ ਕਿ ਰਸ਼ੀਆ ਨੂੰ ਬਨਾਨਾ ਤੇ ਪਪੀਤਾ ਵੇਚਣ ਲੱਗ ਪਏ ਨੇ। ਖਾਲਸਾ ਜ਼ਿੰਦਾਬਾਦ ਕੀਤਾ ਵੀ ਕੇਲੇ ਤੇ ਪਪੀਤਾ ਖਾਵਾਂਗੇ। ਹਾਂਜੀ। ਸੋ ਸੁਖਵਿੰਦਰ ਸਿੰਘ ਜੀ ਕਹਿੰਦੇ ਗੁਰੂ ਸਾਹਿਬ TV 84 USA ਆਈ ਔਰ ਪੋਲੀਟਿਕਸ ਪੰਜਾਬ ਤੇ ਹੋਰ ਜਿਹੜੇ ਵੀ ਚੈਨਲ ਪੰਜਾਬ ਹਲ ਖਾਲਸਾ ਦੀ ਗੱਲ ਕਰਦੇ ਨੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਐਂਡ ਜਸਨਾਚ ਸਿੰਘ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਆਏ ਨੇ ਔਰ ਇਹਨਾਂ ਨੇ ਸਾਨੂੰ ਕਹਿੰਦੇ ਨੇ TV 84 ਦੇ ਸਮੁੱਚੇ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਭਲਾਈ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਗੁਰਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਵੀ ਕਿਹਾ ਇਹਨਾਂ ਨੇ। JS ਸਿੱਧੂ ਡਾਕਟਰ ਸਾਹਿਬ ਤੁਹਾਨੂੰ ਫਤਿਹ ਬੁਲਾਉਂਦੇ ਨੇ। ਜਸਕੀਰਤ ਸਿੰਘ ਕਹਿੰਦੇ ਕਿ ਡਾਕਟਰ ਸਾਹਿਬ ਜੀ ਭਗਵੰਤ ਮਾਨ ਦਾ ਬੁੱਚੜਪੂਣਾ ਪੰਜਾਬ 'ਚ ਵੱਧਦਾ ਹੀ ਜਾ ਰਿਹਾ, ਇਸ ਨੂੰ ਯਾਦ ਰੱਖਣਾ ਚਾਹੀਦਾ ਕਿ ਅੱਤ ਤੇ ਕੁਦਰਤ ਦਾ ਵੈਰ ਹੁੰਦਾ ਹੈ ਔਰ ਹਲ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਬਿਲਕੁਲ ਠੀਕ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਐਂਡ ਨਿਊਜ਼ ਐਂਡ ਐਜੂਕੇਸ਼ਨ ਗ੍ਰੇਟ ਕਹਿੰਦੇ ਨੇ। ਅਮਰੀਕ ਸਿੰਘ, ਅਮਰੀਕ ਸਿੰਦਰ, ਸਾਰੇ ਪਾਸੇ ਖਾਲਸਾ ਦੀਆਂ ਗੱਲਾਂ ਹੀ ਹੋ ਰਹੀਆਂ ਨੇ ਇਹਨਾਂ ਨੇ ਕਿਹਾ। ਔਰ ਪਾਲ ਸਿੰਘ ਜੀ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਪ੍ਰਸ਼ਾਂਤ ਸਿੰਘ ਫਤਿਹ ਬੁਲਾਉਂਦੇ। ਲਖਵਿੰਦਰ ਸਿੰਘ ਪੰਨੂ, ਇਹ ਸਾਨੂੰ ਹਮੇਸ਼ਾ ਪਿੰਡ ਲੋਹਿਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਿਊਜ਼ ਐਂਡ ਐਜੂਕੇਸ਼ਨ ਕਹਿੰਦੇ ਨੇ ਦੈਟਸ ਵਾਈ I'm saying for a long time you being influential, social, political, etc. Please get the Muslim community with you and Muslim should always be there wherever Sikhs ask for Khalistan. ਨਹੀਂ ਅਸੀਂ ਸਮਝਦੇ ਹਾਂ ਵੀ ਵਿਦਨ ਮੁਲਕ ਵੀ ਇੰਡੀਆ ਦੇ ਉਹ ਘੱਟ ਗਿਣਤੀਆਂ ਮੁਸਲਮਾਨ, ਈਸਾਈ, ਦਲਿਤ ਭਾਈਚਾਰਾ, ਆਦੀਵਾਸੀ ਜੀ ਟੁਗੈਦਰਨੈਸ ਦੇ ਨਾਲ ਹੀ ਅਸੀਂ ਆਪਣੇ ਗੋਲ ਦੇ ਨੇੜੇ ਆ ਸਕਦੇ ਹਾਂ। ਪਾਲ ਸਿੰਘ ਗਰੇਵਾਲ ਜੀ ਐਂਡ ਜਸਵੀਰ ਬਰਾੜ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਆਂ ਗੱਲਾਂ ਸਾਰੀ ਦੁਨੀਆ ਤੇ ਹੁੰਦੀਆਂ ਹਨ ਜੀ, ਖਾਲਿਸਤਾਨ ਤਾਂ ਬਣਿਆ ਪਿਆ।
ਐਂਡ ਇਸੇ ਤਰ੍ਹਾਂ ਜਗਸੀਰ ਸਿੰਘ ਸਿੱਧੂ ਜੀ ਵੀ ਫਤਿਹ ਬੁਲਾਉਂਦੇ ਨੇ, ਉਹਨਾਂ ਨੇ ਗਰੁੱਪਾਂ ਦੇ ਵਿੱਚ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਕਰ ਦਿੱਤਾ ਹੈ ਸ਼ੇਅਰ, ਬਹੁਤ ਸ਼ੁਕਰੀਆ। ਆਮਿਰ ਨਾਜ਼ੀਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜਸਵੀਰ ਬਰਾੜ ਜੀ ਕਹਿੰਦੇ ਨੇ ਉਹ ਵੀ ਆਏ ਨੇ, ਉਹ ਵੀ ਫਤਿਹ ਬੁਲਾਉਂਦੇ ਨੇ ਐਂਡ ਔਰ ਖਾਲਸਾ ਜ਼ਿੰਦਾਬਾਦ ਐਂਡ ਜਸਟਿਸ ਗੁਰਪਤਵੰਤ ਸਿੰਘ ਜ਼ਿੰਦਾਬਾਦ ਕਹਿੰਦੇ ਨੇ ਐਂਡ ਐਮ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇੱਦਾਂ ਜ਼ੀ ਵੀ ਟੂ ਮੈਨੀ 6 ਸੋ ਲਿਟਲ ਸਬ ਕਰੂ ਫॉर ਟੀਵੀ ਫॉर ਆਈ ਡੋਨਟ ਨੋ ਕੀ ਕਹਿਣਾ ਚਾਹੁੰਦੇ ਨੇ ਐਂਡ ਆਮਿਰ ਨਾਜ਼ੀਰ ਕਹਿੰਦੇ ਨੇ ਕਿ ਬਟਕੇ ਰਹੇਗਾ ਹਿੰਦੁਸਤਾਨ ਬਣ ਕੇ ਰਹੇਗਾ ਖਾਲਿਸਤਾਨ, ਉਹਨਾਂ ਨੇ ਕਿਹਾ। ਐਂਡ ਮਨਜੀਤ ਸਿੰਘ ਜੀ ਔਰ ਫਿਰ ਜਸਪੀਰ ਸਿੰਘ, ਗੋਬਿੰਦ ਸਿੰਘ ਨੇ ਹਰ ਸਿੱਖ ਦੇਖੋ ਜਿਹੜੇ ਹੁਣ ਇਸ ਵੇਲੇ ਸਾਡੇ 2 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ, ਸ਼ਾਇਦ ਉਹਨਾਂ ਨੇ ਸਬਸਕ੍ਰਾਈਬਰ ਹੀ ਕਿਹਾ ਕਿ ਵੀ ਗਿਣਤੀ ਨਹੀਂ ਹੈ। ਇਹ ਹੁਣ ਤੁਹਾਡੇ ਸਭ ਦਾ ਫਰਜ਼ ਹੈ ਕਿ ਜਿਹੜੇ ਤੁਸੀਂ ਆਉਂਦੇ ਹੋ ਦੇਖਦੇ ਹੋ ਫਰਦਰ ਇਹਨੂੰ ਸ਼ੇਅਰ ਕਰੋ ਔਰ ਆਪਣੇ ਗਰੁੱਪਾਂ ਦੇ ਵਿੱਚ ਵੀ ਐਨਕਰੇਜ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਔਰ ਮੈਂ ਹੁਣ ਫੇਸਬੁੱਕ ਤੇ ਬੌਬ ਸਿੰਘ, ਦਵਿੰਦਰ ਸੰਧੂ, ਰਾਜਵਿੰਦਰ ਸਿੰਘ, ਜਸਬੀਰ ਸਿੰਘ, ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਦਲਜੀਤ ਸਿੰਘ, ਜਸਬੀਰ ਸਿੰਘ, ਰਾਜਵਿੰਦਰ ਸਿੰਘ, ਦਲਜੀਤ ਸਿੰਘ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਕਿਰਪਾਲ ਸਿੰਘ ਚੀਮਾ, ਉਹਨਾਂ ਨੇ ਹਮੇਸ਼ਾ ਵਾਂਗ ਜਿਹੜਾ ਉਹ ਬੜੇ ਅੱਛੇ ਅੰਦਾਜ਼ ਦੇ ਵਿੱਚ ਜਿਹੜੀ ਹੈ ਪ੍ਰੈਜੈਂਟੇਸ਼ਨ ਦਿੱਤੀ ਹੈ, ਪਰ ਅੱਜ ਕਾਫੀ ਲੰਬੀ ਹੈ। ਮੈਂ ਸ਼ਾਇਦ ਉਤਲਾ ਹਿੱਸਾ ਥੋੜਾ ਜਿਹਾ ਸ਼ੇਅਰ ਕਰ ਦਿੰਦਾ ਕਿਉਂਕਿ ਘੜੀ ਸਾਨੂੰ ਬੜੀ ਤੇਜ਼ੀ ਨਾਲ ਰਿਮਾਈਂਡ ਕਰਵਾ ਰਹੀ ਹੈ ਵੀ ਅਸੀਂ ਟਾਈਮ ਦੀ ਲਿਮਿਟ ਤੋਂ ਅੱਗੇ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਸਤਨਾਮ ਵਾਹਿਗੁਰੂ ਜੀ, ਗੱਲ ਹੁਣ ਜ਼ਮੀਨ ਦੀ ਨਹੀਂ, ਹੁਣ ਜ਼ਮੀਰ ਦੀ ਹੈ, ਫਸਲ ਦੀ ਨਹੀਂ, ਗੱਲ ਹੁਣ ਨਸਲ ਦੀ ਹੈ, ਗੱਲ ਹੁਣ ਪੁੰਨ ਤੇ ਪਾਪ ਦੀ ਨਹੀਂ, ਗੱਲ ਹੁਣ ਦੇਗ ਤੇ ਤੇਗ ਦੀ ਹੈ, ਗੱਲ ਹੁਣ ਪੈਸੇ ਦੀ ਨਹੀਂ, ਗੱਲ ਹੁਣ ਮਨੁੱਖਤਾ ਦੀ ਹੈ, ਗੱਲ ਹੁਣ ਅਮੀਰੀ ਦੀ ਨਹੀਂ, ਗੱਲ ਹੁਣ ਬਰਾਬਰੀ ਦੀ ਹੈ, ਗੱਲ ਹੁਣ ਵਿਕਾਸ ਦੀ ਨਹੀਂ, ਗੱਲ ਹੁਣ ਅਸਲੀਅਤ ਦੀ ਹੈ, ਗੱਲ ਹੁਣ ਭਲਾਈ ਦੀ ਨਹੀਂ, ਗੱਲ ਹੁਣ ਮਾਨਵ ਕਲਿਆਣ ਦੀ ਹੈ, ਗੱਲ ਹੁਣ ਧਰਮ ਦੀ ਨਹੀਂ, ਗੱਲ ਹੁਣ ਗਿਆਨ ਦੀ ਹੈ, ਗੱਲ ਹੁਣ ਇੱਜ਼ਤ ਦੀ ਨਹੀਂ, ਗੱਲ ਹੁਣ ਆਤਮ ਸਨਮਾਨ ਦੀ ਹੈ, ਗੱਲ ਹੁਣ ਸੱਚ ਦੀ ਨਹੀਂ, ਗੱਲ ਹੁਣ ਵਜੂਦ ਹੋਂਦ ਦੀ ਹੈ, ਗੱਲ ਹੁਣ ਸਹੀ ਦੀ ਨਹੀਂ, ਗੱਲ ਹੁਣ ਦਾਅਵੇ ਦੀ ਹੈ, ਗੱਲ ਹੁਣ ਜਿੱਤ ਦੀ ਨਹੀਂ, ਗੱਲ ਹੁਣ ਮਲਕੀਅਤ ਦੀ ਹੈ, ਗੱਲ ਹੁਣ ਕਾਨੂੰਨ ਦੀ ਨਹੀਂ, ਗੱਲ ਹੁਣ ਰਾਜ ਦੀ ਹੈ, ਗੱਲ ਹੁਣ ਅਪੀਲ ਦੀ ਨਹੀਂ, ਗੱਲ ਹੁਣ ਦਲੀਲ ਦੀ ਹੈ। ਔਰ ਮੈਂ ਇੱਥੇ ਸਟਾਪ ਕਰਦਾ ਹਾਂ, ਅਜੇ ਬਹੁਤ ਸਾਰੇ ਹੋਰ, ਪਰ ਉਹਨਾਂ ਨੇ ਬਹੁਤ ਖੋਜ ਦੇ ਨਾਲ ਉਹ ਲਿਖਦੇ ਨੇ ਤੇ ਉਹਨਾਂ ਨੇ ਗੁਰਨਾਮ ਸਿੰਘ ਉਹਨਾਂ ਨੇ ਕਿਹਾ ਜੀ 100 ਹੱਥ ਰੱਸਾ ਸਿਰੇ ਤੇ ਗੰਢ ਇੱਕੋ ਇੱਕ ਹੱਲ ਖਾਲਿਸਤਾਨ। ਬਿਲਕੁਲ ਤੁਸੀਂ ਸਿਰੇ ਤੇ ਹੀ ਗੰਢ ਦਿੱਤੀ ਹੈ ਕਿ ਇਸ ਤੋਂ ਬਿਨਾਂ ਹੋਰ ਕੋਈ ਨਹੀਂ। ਜਗਤਾਰ ਸਿੰਘ ਜੌਲ ਕਹਿੰਦੇ ਨੇ ਹਜ਼ੂਰ ਸਾਹਿਬ ਵੀ ਸਿਰਸੇ ਹੋਰੀ ਤੇ ਹੋਰ ਮੈਂਬਰ ਕਹਿੰਦੇ ਸੀ ਹਜ਼ੂਰ ਸਾਹਿਬ ਦਾ ਸਾਰਾ ਸੋਨਾ ਵੇਚ ਕੇ ਮਨੁੱਖਤਾ ਦੀ ਸੇਵਾ ਲਈ ਵੱਡਾ ਹਸਪੀਟਲ ਬਣਾਉਣਾ। ਇਹਨਾਂ ਦੀ ਅੱਖ ਹੀ ਉਦੋਂ ਦੀ ਗੁਰੂ ਘਰ ਦੇ ਸੋਨੇ ਤੇ ਗੋਲਕਾਂ ਤੇ ਹੈ, ਸੋ ਗੁਲਾਮ ਵਿਚਾਰੇ ਕੀ ਬੋਲਣ, ਰੱਬ ਹੀ ਰਾਖੇ। ਬਿਲਕੁਲ ਠੀਕ ਕਿਹਾ ਜਗਤਾਰ ਸਿੰਘ ਜੌਲ ਜੀ ਨੇ। ਇਹ ਡਿਊਰਿੰਗ ਦਾ ਕੋਵਿਡ ਇਹਦਾ ਸਿਰਸੇ ਦਾ ਬਿਆਨ ਸੀ ਕਿ ਜੀ ਇੰਨਾ ਸੋਨਾ ਪਿਆ ਇਹਨੂੰ ਵੇਚੋ ਔਰ ਵੱਡਾ ਹਸਪਤਾਲ ਬਣਾਓ। ਸੋ ਹੁਣ ਉਹਨਾਂ ਨੇ ਸਿੱਧਾ ਉਹ ਸੋਨਾ ਔਰ ਡੇ ਟੂ ਡੇ ਵੀ ਜਿਹੜੀ ਆਮਦਨ ਉੱਥੇ ਤੁਹਾਡੇ ਜਾ ਕੇ ਦਸਵੰਧ ਸਿੱਖ ਰੱਖਣਗੇ ਉਹਦੇ ਚ ਉਹਨਾਂ ਦੇ ਉਹ ਬੈਠੇ ਹੋਣਗੇ ਏਜੰਟ, ਉਹ ਚੁੱਕ ਕੇ ਆਪਣੇ ਝੋਲਿਆਂ ਚ ਪਾਉਣਗੇ। ਮੁਹੰਮਦ ਅਨਵਰ, ਸੋਹਣ ਸਿੰਘ ਮਾਹਲ ਔਰ ਲਖਬੀਰ ਰੰਗੜ, ਰਾਜਵਿੰਦਰ ਸਿੰਘ, ਦੀਪ ਸਿੰਘ, ਉਹਨਾਂ ਦੀ ਫਤਿਹ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਰਿਗਾਰਡਿੰਗ ਕੈਨੇਡਾ terrorist Indians sitting in power think people are still going to believe their lies. God willing, disintegration is coming soon. ਕਿ ਵੀ ਜਿਹੜੇ ਨੇ ਇਹ ਇੰਡੀਅਨ ਟੈਰਰਿਸਟ ਸਮਝਦੇ ਨੇ ਬੈਠੇ ਕਿ ਲੋਕ ਉਹਨਾਂ ਦੇ ਝੂਠ ਨੂੰ ਖਰੀਦਣਗੇ ਔਰ ਭਾਰਤ ਜਿਹੜਾ ਉਹ ਟੁੱਟਣ ਵੱਲ ਵੱਧ ਰਿਹਾ। ਔਰ ਅਸੀਂ ਅੱਜ ਸਿਰਫ ਇੱਕ ਸ਼ਲੋਕ ਹੀ ਵਿਚਾਰਾਂਗੇ, ਮਹਲਾ ਤੀਜਾ ਤੀਸਰੇ ਪਾਤਸ਼ਾਹ ਦੇ। ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ। ਲੱਖ 84 ਫੇਰ ਪਿਆ ਮਰ ਜੰਮੈ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਉ ਤਿਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸ ਨੂੰ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ। ਜੀ
ਕਿ ਉਹ ਇਨਸਾਨ, ਉਹ ਮਨੁੱਖ ਜਿਨ੍ਹਾਂ ਨੇ ਸਤਿਗੁਰੂ ਦੀ ਯਾਦ ਦੇ ਵਿੱਚ ਨਹੀਂ ਜੁੜੇ, ਸਤਿਗੁਰੂ ਦੀ ਸੇਵਾ ਦੇ ਵਿੱਚ ਪ੍ਰਵਿਰਤ ਨਹੀਂ ਹੋਏ, ਸਤਿਗੁਰੂ ਦੇ ਸ਼ਬਦ, ਅਕਾਲ ਪੁਰਖ ਦੀ ਯਾਦ ਦੇ ਨਾਲ ਜੁੜੀ ਹੋਈ ਉਹਨਾਂ ਦੀ ਜੀਵਨ ਦੀ ਕੋਈ ਕਹਾਣੀ ਨਹੀਂ ਹੈ। ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਜਿਨ੍ਹਾਂ ਦੇ ਅੰਦਰ ਇਹ ਗਿਆਨ ਨਹੀਂ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਮੁਰਦਿਆਂ ਵਾਂਗ ਹੀ ਨੇ। ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਨਾਮ ਬਿਨਾ ਜੇਤਾ ਬਿਵਹਾਰ, ਜਿਉ ਮ੍ਰਿਤਕ ਮਿਥਿਆ ਸਿਗਾਰ, ਜੈ ਤਨ ਬਾਣੀ ਵਿਸੜ ਜਾਏ ਤਿਉ ਪੱਕਾ ਰੋਗੀ ਬੱਲਾ ਹੈ। ਕਿ ਜਿਵੇਂ ਮੁਰਦੇ ਨੂੰ ਮੇਕਅਪ ਕਰਕੇ ਲਿਆਂਦਾ ਜਾਂਦਾ ਹੈ ਜਦੋਂ ਕ੍ਰੀਮੇਟ ਕਰਨਾ ਹੁੰਦਾ ਹੈ ਜਾਂ ਉਹਨੂੰ ਬਰੀ ਕਰਨਾ ਹੁੰਦਾ ਹੈ, ਇਵੇਂ ਹੀ ਜਿਨ੍ਹਾਂ ਦੇ ਅੰਦਰ ਰੱਬ ਦੀ ਯਾਦ ਨਹੀਂ ਹੈ, ਆਪਣੇ ਸੱਚ ਤੱਕ ਪਹੁੰਚਣ ਦੀ ਤਾਂਘ ਨਹੀਂ ਹੈ, ਸੱਚ ਦੀ ਢੂੰਡ ਦੀ ਜਗਿਆਸਾ ਨਹੀਂ ਹੈ, ਉਹ ਇਵੇਂ ਹੀ ਨੇ ਜਿਵੇਂ ਮੁਰਦੇ ਨੂੰ ਤੁਸੀਂ ਮੇਕਅਪ ਕੀਤਾ ਹੋਇਆ, ਉਹਦਾ ਸ਼ਿੰਗਾਰ ਕੀਤਾ ਹੋਇਆ। ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਉਹ ਮੁਰਦਾ ਇਸ ਸੰਸਾਰ ਦੇ ਵਿੱਚ ਜਿਹੜੇ ਅੰਦਰ ਗਿਆਨ ਨਹੀਂ ਹੈ। ਔਰ 184 ਫੇਰ ਪਿਆ ਮਰ ਜੰਮਿਆ ਹੋਏ ਖੁਆਰ, ਉਹ ਆਵਾਗਾਉਣ ਦੇ ਚੱਕਰ ਚੋਂ ਕਦੇ ਵੀ ਨਿਕਲ ਨਹੀਂ ਸਕਦਾ। ਪਰ ਨਾਲ ਹੀ ਇਹ ਯਾਦ ਦਹਾਨੀ ਕਰਾਏ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋਏ, ਕਿ ਉਹੀ ਇਸ ਪਾਸੇ ਲੱਗਦੇ ਨੇ ਜਿਨ੍ਹਾਂ ਤੇ ਨਿਰੰਕਾਰ ਦੀ ਰਹਿਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਹੀ ਨਾਮ ਦਾ ਖਜ਼ਾਨਾ ਨੇ, ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ, ਕਰਮ ਬਖਸ਼ਿਸ਼ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਹੀ ਇਹ ਨਾਮ ਦਾ ਖਜ਼ਾਨਾ ਮਿਲਦਾ ਹੈ। ਔਰ ਸੱਚ ਰਤੇ ਗੁਰ ਸ਼ਬਦ ਸਿਉ ਤਿਨ ਸੱਚੀ ਸਦਾ ਲਿਵ ਹੋਏ, ਕਿ ਜਿਹੜੇ ਗੁਰੂ ਦੀ ਰਹਿਮਤ ਦੇ ਨਾਲ, ਸੱਚ ਦੇ ਨਾਲ ਜੁੜ ਜਾਂਦੇ ਨੇ, ਸੱਚ ਦੇ ਉਸ ਪਾਂਧੀ ਬਣਦੇ ਨੇ, ਗੁਰੂ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਪਿਆਰ ਹੀ ਹਮੇਸ਼ਾ ਰਹਿਣ ਵਾਲਾ ਸੱਚਾ ਪਿਆਰ ਹੈ। ਨਾਨਕ ਜਿਸ ਨੂੰ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ। ਤੇ ਉਹ ਸੱਚੇ ਪਿਆਰ ਵਾਲੇ ਨੇ, ਜਦੋਂ ਇੱਕ ਵਾਰ ਉਸ ਰੱਬ ਦੇ ਨਾਲ ਇਕਮਿਕ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਕੋਈ ਉਸ ਤੋਂ ਵਿਛੋੜ ਨਹੀਂ ਸਕਦਾ। ਉਹ ਹਮੇਸ਼ਾ ਦੇ ਲਈ, ਜਿਸ ਨੂੰ ਅਸੀਂ ਕਹਿੰਦੇ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਬਹੁਤ ਵਾਰ ਇਹ ਬਹੁਤੇ ਸਮਝਦੇ ਨੇ ਵੀ ਮਰਨ ਲੱਗਿਆਂ ਹੀ ਪੜਿਆ ਜਾਂਦਾ ਹੈ ਕਿ ਭਾਈ ਇਹ ਹੁਣ ਕਿਰਨ ਸੂਰਜ ਨਹੀਂ, ਇਹ ਜਿਉਂਦੇ ਜੀ ਦੀ ਹਾਲਤ ਹੈ ਕਿ ਇਹ ਜਿਸ ਨੂੰ ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੈ ਸੋਏ, ਉਹ ਉਵੇਂ ਹੀ ਉਸ ਸਹਿਜ ਸਮਾ ਜਾਂਦਾ ਹੈ ਕਿ ਜਿਵੇਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਉਹ ਫਿਰ ਉਸ ਦੇ ਵਿੱਚ ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ, ਤू तू करता तू हुआ मुझ में रहा ना हूँ, जब आपा पर का मिट गया जत देखा तत तू। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।